ਸਤਿ ਸ਼੍ਰੀ ਅਕਾਲ एवरीवन, ਤੁਹਾਡੇ ਸਾਰਿਆਂ ਦਾ ਸਟੱਡੀ ਆਈਕਿਊ ਦੇ ਲਰਨਿੰਗ ਪਲੇਟਫਾਰਮ ਤੇ ਸਵਾਗਤ ਹੈ। ਅੱਜ ਅਸੀਂ ਪੰਜਾਬ ਦਾ ਪੀਸੀਐਸ ਦਾ 2020 ਦਾ ਪੇਪਰ ਕਰਨ ਜਾ ਰਹੇ ਹਾਂ, ਜਿਹੜਾ ਕਿ ਫਰਵਰੀ ਦੇ ਵਿੱਚ ਕੰਡਕਟ ਹੋਇਆ ਸੀ। ਠੀਕ ਹੈ, ਅਸੀਂ ਦਾ ਡਿਸਕਸ਼ਨ ਕਰਾਂਗੇ ਜਨਰਲ ਸਟੱਡੀ ਦੇ ਪੇਪਰ ਦਾ ਸੈਟ ਏ ਅਸੀਂ ਡਿਸਕਸ ਕਰਾਂਗੇ। ਪਾਰਟ 1 ਨੇ ਜਿਹੜਾ ਅੱਜ ਅਸੀਂ ਕਵਰ ਕਰਾਂਗੇ, ਜਿਹਦੇ ਵਿੱਚ ਅਸੀਂ 25 ਕੁਐਸਚਨਸ ਕਰਾਂਗੇ। ਇਦਾਂ ਹੀ ਅਸੀਂ ਬਚੇ ਹੋਏ 3 ਪਾਰਟ ਕਰਕੇ 25 ਕੁਐਸਚਨ ਕਰਕੇ 100 ਕੁਐਸਚਨਸ ਜਿਹੜੇ ਆ ਉਹ ਕਵਰ ਕਰਾਂਗੇ। ਠੀਕ ਹੈ, ਸੋ ਮੇਰਾ ਨਾਮ ਰਵਨੀਤ ਕੌਰ ਹੈ। ਇਹ ਮੇਰਾ ਟੈਲੀਗ੍ਰਾਮ ਚੈਨਲ ਹੈ ਰਵਨੀਤ ਕੌਰ ਆਫੀਸ਼ੀਅਲ। ਜੇ ਤੁਸੀਂ ਐਸੋਸੀਏਟ ਹੋਣਾ ਚਾਹੁੰਦੇ ਹੋ ਤਾਂ ਰਵਨੀਤ ਕੌਰ ਆਫੀਸ਼ੀਅਲ ਤੇ ਐਸੋਸੀਏਟ ਹੋ ਸਕਦੇ ਹੋ। ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਅਸੀਂ ਜਿਹੜੇ ਵੀ ਕੁਐਸਚਨ ਪੰਜਾਬ ਪੀਸੀਐਸ ਚ ਆਏ ਸੀ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦਾ ਜਿਹੜਾ ਸੋਰਸ ਹੈ, ਮਤਲਬ ਅਸੀਂ ਦੇਖ ਸਕੀਏ ਕਿ ਕਿੱਥੋਂ ਪੁੱਛੇ ਸੀ। ਮੋਸਟਲੀ ਸਾਨੂੰ ਪਤਾ ਹੈ ਕਿ ਇਸ ਵਾਰ ਦਾ ਪੇਪਰ ਜਿਹੜਾ ਉਹ ਕਰੰਟ ਅਫੇਅਰ ਬੇਸਡ ਸੀ। ਠੀਕ ਹੈ, ਹੁਣ ਇੰਨਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਕਰੰਟ ਅਫੇਅਰ ਬੇਸਡ ਪੇਪਰ ਸੀਗਾ ਤਾਂ ਕਿੰਨਾ ਕੁ ਪਿੱਛੇ ਗਏ ਨੇ ਕਰੰਟ ਅਫੇਅਰ 'ਚ, 1 ਸਾਲ 2 ਸਾਲ 3 ਸਾਲ ਜਿੰਨਾ ਵੀ ਗਏ ਨੇ। ਠੀਕ ਹੈ, ਜਿੰਨਾ ਮੈਂ ਐਨਾਲਾਈਜ਼ ਕੀਤਾ ਪੇਪਰ ਨੂੰ, ਮੈਨੂੰ ਇਦਾਂ ਲੱਗਦਾ ਹੈ ਕਿ ਉਹ ਮੈਕਸਿਮਮ 1 ਸਾਲ ਤੱਕ ਹੀ ਗਏ ਨੇ। ਮੈਂ ਇਹਦੇ ਕਰਕੇ ਕੀ ਕੀਤਾ ਹੈ, ਜਿੱਥੇ ਮੈਨੂੰ ਨਿਊਜ਼ ਮਿਲੀਆਂ ਨੇ, ਮੈਂ ਉਹਨਾਂ ਦੇ ਸਕਰੀਨਸ਼ਾਟ ਜਿਹੜੇ ਨੇ ਉਹ ਕੁਐਸਚਨਸ ਦੇ ਵਿੱਚ ਲਗਾਏ ਨੇ, ਜਿਹਦੇ ਨਾਲ ਸਾਨੂੰ ਪਤਾ ਲੱਗੇ ਕਿ ਇਹ ਨਿਊਜ਼ ਕਦੋਂ ਟ੍ਰੈਂਡ ਦੇ ਵਿੱਚ ਸੀ, ਜਿਹਦੇ ਕਰਕੇ ਕੁਐਸਚਨ ਜਿਹੜਾ ਹੈ ਉਹ ਫਰੇਮ ਹੋਇਆ। ਠੀਕ ਹੈ, ਸੋ ਹੁਣ ਦੇਖੋ, ਤੁਹਾਨੂੰ ਪਹਿਲੇ ਕੁਐਸਚਨ ਤੋਂ ਹੀ ਪਤਾ ਲੱਗ ਜਾਏਗਾ। ਆ ਦੇਖੋ, ਪਹਿਲਾ ਕੁਐਸਚਨ ਸੀਗਾ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਪੋਲੀਓ ਫ੍ਰੀ ਡੋਮੇਨ ਦੇ ਨਾਲ। ਠੀਕ ਹੈ, ਜੇ ਆਪਾਂ ਦੇਖੀਏ 2019 ਦੇ ਵਿੱਚ ਕੀ ਹੋਇਆ ਸੀ, WHO ਨੇ ਆਪਣੀ ਰਿਪੋਰਟ ਦੇ ਵਿੱਚ ਇੱਕ ਕਿਹਾ ਸੀਗਾ ਕਿ ਪਾਕਿਸਤਾਨ ਤੇ ਅਫਗਾਨਿਸਤਾਨ 'ਚ ਹਜੇ ਵੀ ਪੋਲੀਓ ਜਿਹੜਾ ਹੈ ਉਹ ਖਤਮ ਨਹੀਂ ਹੋਇਆ। ਠੀਕ ਹੈ, ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ, ਲੈਂਸੈਟ ਨਾਮ ਦਾ ਇੱਕ ਜਰਨਲ ਹੈ ਜਿਹੜਾ ਕਿ ਹੈਲਥ ਦੇ ਨਾਲ ਰਿਲੇਟਡ ਰਿਪੋਰਟ ਵੀ ਦਿੰਦਾ ਹੈ। ਠੀਕ ਹੈ, ਉਹਨੇ ਵੀ ਇਹ ਚੀਜ਼ ਕਹੀ ਸੀ, 2020 ਚ ਆਈ ਸੀ, ਉਹਦੇ ਵਿੱਚ ਵੀ ਇਹ ਚੀਜ਼ ਮੈਂਸ਼ਨ ਕੀਤੀ ਗਈ ਸੀ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਹਜੇ ਪੋਲੀਓ ਫ੍ਰੀ ਨਹੀਂ ਹੋਏ ਹਨ। ਠੀਕ ਹੈ, ਕੁਐਸਚਨ ਹੁਣ ਇੱਥੋਂ ਹੀ ਆਇਆ ਹੈ ਕਿ ਜਿਹੜਾ ਵਾਈਲਡ ਪੋਲੀਓ ਫ੍ਰੀ ਹੋ ਗਿਆ ਹੈ ਅਫਰੀਕਾ, ਹੁਣ ਤੁਸੀਂ ਕੁਐਸਚਨ 'ਚ ਇਹ ਦੱਸਣਾ ਸੀਗਾ ਕਿ ਕਿਹੜੇ ਕੰਟਰੀਜ਼ ਨੇ ਜਿਹੜੇ ਕਿ ਹਜੇ ਪੋਲੀਓ ਫ੍ਰੀ ਨਹੀਂ ਹੋਏ ਤੇ ਡਿਸੀਜ਼ ਹਜੇ ਵੀ ਉੱਥੇ ਮਿਲਦੀ ਹੈ। ਓਨਲੀ ਇਨ ਵਿਚ ਆਫ ਦਾ ਫੋਲੋਇੰਗ ਕੰਟਰੀਜ਼। ਤੇ ਜੇ ਤੁਸੀਂ ਰੈਗੂਲਰ ਨਿਊਜ਼ਪੇਪਰ ਪੜ੍ਹਦੇ ਹੋਵੋਗੇ ਬਿਲਕੁਲ ਧਿਆਨ ਦੇ ਨਾਲ, ਤੇ ਤੁਸੀਂ ਲੈਂਸੈਟ ਦੀ ਰਿਪੋਰਟ ਬਾਈ ਚਾਂਸ ਦੇਖੀ ਹੋਏਗੀ, ਤਾਂ ਤੁਸੀਂ ਇਸ ਕੁਐਸਚਨ ਨੂੰ ਕਰ ਸਕਦੇ ਸੀ। ਇਹਦਾ ਆਨਸਰ ਕੀ ਹੈ, ਅਫਗਾਨਿਸਤਾਨ ਤੇ ਪਾਕਿਸਤਾਨ। ਠੀਕ ਹੈ, ਮੈਂ ਨਹੀਂ ਕਹਾਂਗੀ ਕਿ ਬਹੁਤ ਆਸਾਨ ਸੀਗਾ, ਰਿਕਾਲ ਕਰਨਾ ਬਹੁਤ ਈਜ਼ੀ ਹੁੰਦਾ ਹੈ, ਪੇਪਰ ਦਾ ਇੱਕ ਅਲੱਗ ਪ੍ਰੈਸ਼ਰ ਹੁੰਦਾ ਹੈ, ਬਟ ਅਸੀਂ ਕੋਸ਼ਿਸ਼ ਕੀ ਕਰਨੀ ਹੈ ਕਿ ਅਸੀਂ ਇਸ ਪੇਪਰ ਤੋਂ ਕੀ ਸਿੱਖਿਆ। ਠੀਕ ਹੈ, ਤੇ ਅਸੀਂ ਕਿੱਦਾਂ ਆਪਣੀ ਤਿਆਰੀ ਨੂੰ ਸਟ੍ਰੀਮਲਾਈਨ ਕਰਨਾ ਹੈ ਇਸ ਪੇਪਰ ਨੂੰ ਸਟੱਡੀ ਕਰਕੇ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਪੇਪਰ ਫਰੇਮ ਕਰਨ ਵਾਲੇ ਦੇ ਦਿਮਾਗ 'ਚ ਵੀ ਕੀ ਚੱਲ ਰਿਹਾ ਹੈ, ਕਿੱਦਾਂ ਕੁਐਸਚਨ ਫਰੇਮ ਹੋ ਰਹੇ ਨੇ, ਕਿਸ ਵਜ੍ਹਾ ਨਾਲ ਹੋ ਰਹੇ ਨੇ। ਠੀਕ ਹੈ, ਸੈਕਿੰਡ ਕੁਐਸਚਨ ਦੇਖਦੇ ਹਾਂ। ਹੁਣ ਦੇਖੋ, ਮੈਂ ਇਸ ਕੁਐਸਚਨ ਦੇ ਵਿੱਚ ਨਹੀਂ ਉਹ ਪਾਇਆ ਸਕਰੀਨਸ਼ਾਟ। ਕਿਉਂ ਨਹੀਂ ਪਾਇਆ? ਕਿਉਂਕਿ ਡੀਐਨਏ ਟੈਕਨੋਲੋਜੀ ਬਿੱਲ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਪੂਰਾ ਸਾਲ ਹੀ ਨਿਊਜ਼ ਦੇ ਵਿੱਚ ਸੀਗਾ 2020 ਚ, ਤਾਂ ਇੱਕ ਦਾ ਪਾਉਣ ਦਾ ਕੋਈ ਮਤਲਬ ਨਹੀਂ ਬਣਦਾ। ਠੀਕ ਹੈ, ਇਸ ਕਰਕੇ ਮੈਂ ਨਹੀਂ ਪਾਇਆ। ਹੁਣ ਦੇਖੋ, ਦੂਜੀ ਚੀਜ਼ ਇਹ ਹੈ ਕਿ ਬਿੱਲ ਦਾ ਕੁਐਸਚਨ ਆ ਗਿਆ। ਸਾਨੂੰ ਬਿੱਲ ਤਾਂ ਮੈਕਸਿਮਮ ਲੋਕ ਨਹੀਂ ਪੜ੍ਹਦੇ, ਕਿਉਂਕਿ ਜਦੋਂ ਤੱਕ ਬਿੱਲ ਐਕਟ ਨਹੀਂ ਬਣਦਾ ਸਾਨੂੰ ਉਹ ਅਨਇੰਪੋਰਟੈਂਟ ਵੀ ਲੱਗਦਾ ਆ, ਤੇ ਸਾਨੂੰ ਇਦਾਂ ਲੱਗਦਾ ਮੇ ਬੀ ਕੁਐਸਚਨ ਨਾ ਫਰੇਮ ਹੋ ਸਕੇ। ਇਹ ਆਬਵੀਅਸ ਗੱਲ ਹੈ, ਇਹਦੇ ਵਿੱਚ ਕੋਈ ਇਦਾਂ ਦੀ ਮਾੜੀ ਗੱਲ ਨਹੀਂ ਹੈ। ਠੀਕ ਹੈ, ਹੁਣ ਦੇਖੋ, ਮੈਂ ਸਪੋਜ਼ ਕਰਦੀ ਹਾਂ ਕਿ ਇਹ ਕੁਐਸਚਨ ਮੈਨੂੰ ਆਉਂਦਾ ਹੀ ਨਹੀਂ ਹੈ, ਮੈਂ ਬਿੱਲ ਬਾਰੇ ਪੜ੍ਹਿਆ ਹੀ ਨਹੀਂ ਹੈ। ਕੁਐਸਚਨ ਕੀ ਹੈ, ਕਿਹੜੀ ਸਟੇਟਮੈਂਟ ਕਰੈਕਟ ਹੈ? ਇੱਕ ਚੀਜ਼ ਧਿਆਨ ਰੱਖਣੀ ਹੈ ਕਿ ਇਸ ਵਾਰ ਪੰਜਾਬ ਪੀਸੀਐਸ ਨੇ ਕਰੈਕਟ ਤੇ ਇਨਕਰੈਕਟ ਬਹੁਤ ਹੀ ਜ਼ਿਆਦਾ ਪੁੱਛੇ ਸੀ। ਤੇ ਜੇ ਤੁਸੀਂ ਯੂਪੀਐਸਸੀ ਦਾ ਪੇਪਰ ਦੇਖਿਆ ਹੋਏ ਬਾਈ ਚਾਂਸ, ਤਾਂ ਉਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ਆ ਇਨਕਰੈਕਟ ਤੇ ਕਰੈਕਟ ਹੁੰਦੇ ਨੇ, ਇਹਨਾਂ ਨੂੰ ਹਾਈਲਾਈਟ ਕੀਤਾ ਹੁੰਦਾ ਹੈ। ਲੇਕਿਨ ਪੰਜਾਬ ਪੀਸੀਐਸ 'ਚ ਇਹ ਕਰੈਕਟ ਤੇ ਇਨਕਰੈਕਟ ਜਿਹੜੇ ਨੇ ਉਹ ਹਾਈਲਾਈਟਡ ਨਹੀਂ ਹੁੰਦੇ, ਜਿਹਦੇ ਕਰਕੇ ਤੁਸੀਂ ਜੱਜ ਨਹੀਂ ਕਰ ਸਕਦੇ ਕਿ ਤੁਹਾਨੂੰ ਕਰੈਕਟ ਪੁੱਛਿਆ ਹੈ ਕਿ ਇਨਕਰੈਕਟ ਪੁੱਛਿਆ ਹੈ। ਤੁਹਾਨੂੰ ਧਿਆਨ ਦੇ ਨਾਲ ਦੇਖਣਾ ਤੇ ਪੜ੍ਹਨਾ ਹੀ ਪੈਂਦਾ ਹੈ। ਬਹੁਤ ਸਾਰੇ ਬੱਚੇ ਕਰੈਕਟ ਦੀ ਜਗ੍ਹਾ ਇਨਕਰੈਕਟ ਮਾਰਕ ਕਰਕੇ ਆਏ, ਇਨਕਰੈਕਟ ਦੀ ਜਗ੍ਹਾ ਕਰੈਕਟ ਮਾਰਕ ਕਰਕੇ ਆਏ, ਜਿਹਦੇ ਨਾਲ 2-4 ਨੰਬਰ ਅੱਗੇ ਪਿੱਛੇ ਹੋ ਗਏ। ਇਸ ਕਰਕੇ ਕੁਐਸਚਨ ਨੂੰ ਬਹੁਤ ਹੀ ਧਿਆਨ ਦੇ ਨਾਲ ਪੜ੍ਹਨਾ ਹੈ, ਚਾਹੇ ਤੁਹਾਨੂੰ 2 ਵਾਰ ਪੜ੍ਹਨਾ ਪਵੇ। ਠੀਕ ਹੈ, ਸਾਨੂੰ ਹੁਣ ਕੁਐਸਚਨ ਦੇ ਵਿੱਚ ਕਰੈਕਟ ਪੁੱਛਿਆ ਹੈ, ਤੇ ਦੂਜੀ ਗੱਲ ਮੈਂ ਸਮਝ ਲਿਆ ਕਿ ਮੈਨੂੰ ਬਿੱਲ ਬਾਰੇ ਕੁਝ ਨਹੀਂ ਪਤਾ। ਜੇ ਮੈਨੂੰ ਕੁਝ ਨਹੀਂ ਪਤਾ ਤਾਂ ਹੁਣ ਮੈਂ ਕੀ ਲਗਾਵਾਂਗੀ ਇੱਥੇ, ਜਿਹਨੂੰ ਆਪਾਂ ਕਹਿੰਦੇ ਆ ਇੰਟੈਲੀਜੈਂਟ ਗੈਸ। ਇੱਕ ਚੀਜ਼ ਹਮੇਸ਼ਾ ਧਿਆਨ ਰੱਖਿਓ, ਜਦੋਂ ਕੁਐਸਚਨ ਫਰੇਮ ਕੀਤਾ ਜਾਂਦਾ ਹੈ ਨਾ, ਕੁਐਸਚਨ ਫਰੇਮ ਕਰਨ ਵਾਲੇ ਨੂੰ ਵੀ ਪਤਾ ਹੁੰਦਾ ਕਿ ਜੇ ਮੈਂ ਇੰਨੀਆਂ ਲੰਬੀਆਂ ਸਟੇਟਮੈਂਟਸ ਦਿੱਤੀਆਂ ਨੇ ਤਾਂ ਆਬਵੀਅਸਲੀ ਮੇਬੀ ਬੰਦਾ ਨਾ ਪੜਿਆ ਹੋਵੇ, ਦੇਖ ਕੇ ਘਬਰਾ ਜਾਊਗਾ। ਇਹ ਕੁਐਸਚਨ ਸ਼ਾਇਦ ਇਸੇ ਲਈ ਬਣਾਇਆ ਇੰਨੀਆਂ ਲੰਬੀਆਂ ਸਟੇਟਮੈਂਟ ਦੇ ਨਾਲ। ਤੁਸੀਂ ਘਬਰਾਣਾ ਨਹੀਂ ਹੈ, ਇਹਦੇ ਵਿੱਚੋਂ ਇੱਕ ਅੱਧੀ ਸਟੇਟਮੈਂਟ ਇਦਾਂ ਦੀ ਹੁੰਦੀ ਹੈ ਜਿਹੜੀ ਤੁਹਾਨੂੰ ਪੱਕਾ ਪਤਾ ਹੁੰਦੀ ਹੈ। ਜੇ ਤੁਹਾਨੂੰ ਉਹ ਸਟੇਟਮੈਂਟ ਪਤਾ ਹੈ ਨਾ, ਤੁਸੀਂ ਪ੍ਰੋਪਰਲੀ ਆਨਸਰ ਤੇ ਚਲੇ ਜਾਓਗੇ। ਹੁਣ ਇੱਥੇ ਦੇਖੋ ਸੈਕਿੰਡ ਸਟੇਟਮੈਂਟ, ਇਹਦੇ ਵਿੱਚ ਕੀ ਕਹਿ ਰਿਹਾ ਹੈ ਕਿ ਡੀਐਨਏ ਜਿਹੜਾ ਹੈ ਉਹ 26 ਪੇਅਰਸ ਦੇ ਨਾਲ ਬਣਦਾ ਹੈ ਕ੍ਰੋਮੋਸੋਮ ਦੇ। ਇਹ ਤਾਂ ਬਾਇਓਲੋਜੀ ਦੀ ਬਹੁਤ ਹੀ ਬੇਸਿਕ ਸਟੇਟਮੈਂਟ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 26 ਪੇਅਰ ਨਹੀਂ ਹੁੰਦੇ ਕ੍ਰੋਮੋਸੋਮ ਦੇ, 23 ਹੀ ਪੇਅਰ ਹੁੰਦੇ ਨੇ। ਠੀਕ ਹੈ,
ਹੁਣ ਜੇ ਮੈਨੂੰ ਪਤਾ ਹੈ 23 पेयर ਹੁੰਦੇ ਨੇ, ਇਹਨਾਂ ਨੇ 26 ਮੈਂਸ਼ਨ ਕੀਤੇ ਨੇ, ਮਤਲਬ ਮੇਰਾ ਸੈਕਿੰਡ ਪੁਆਇੰਟ ਤਾਂ ਗਲਤ ਹੀ ਹੈ। ਮੈਨੂੰ ਬਾਕੀ ਬਿੱਲ ਬਾਰੇ ਕੁਝ ਨਹੀਂ ਪਤਾ, ਬਾਕੀ ਚੀਜ਼ਾਂ ਭਲੇ ਨਹੀਂ ਪਤਾ, ਪਰ ਮੈਨੂੰ ਦੂਜੇ ਪੁਆਇੰਟ ਤੋਂ ਪਤਾ ਲੱਗ ਗਿਆ ਕਿ ਹਾਂ ਵੀ ਇਹ ਤਾਂ ਗਲਤ ਹੋ ਗਿਆ। ਹੁਣ ਜੇ ਮੈਨੂੰ ਪਤਾ ਹੈ ਤਾਂ ਮੈਂ ਪਹਿਲਾਂ ਕੀ ਕਰਾਂਗੀ, ਆਪਣੇ ਆਪਸ਼ਨ ਦੇ ਵਿੱਚੋਂ ਜਿੱਥੇ ਜਿੱਥੇ ਸੈਕਿੰਡ ਮੈਂਸ਼ਨ ਕੀਤਾ ਹੈ ਮੈਂ ਉਹ ਆਪਸ਼ਨ ਸਟ੍ਰਕ ਆਊਟ ਕਰ ਦਵਾਂਗੀ। ਆ ਵੀ ਕਦੀ ਮੇਰਾ ਆਪਸ਼ਨ ਨਹੀਂ ਹੋ ਸਕਦਾ ਆਨਸਰ, ਆ ਵੀ ਮੇਰਾ ਆਨਸਰ ਨਹੀਂ ਹੋਏਗਾ ਤੇ ਆ ਵੀ ਨਹੀਂ ਹੋਏਗਾ, ਕਿਉਂਕਿ ਇਹਨਾਂ ਸਾਰਿਆਂ ਦੇ ਵਿੱਚ ਸੈਕਿੰਡ ਆਪਸ਼ਨ ਇਹਨਾਂ ਨੇ ਦਿੱਤਾ ਹੋਇਆ ਹੈ ਜੋ ਕਿ ਰੋਂਗ ਹੈ। ਬਚਿਆ ਹੋਇਆ ਕੇਵਲ ਇੱਕ ਹੀ ਆਪਸ਼ਨ ਜਿਹੜਾ ਕੀ ਹੈ ਸੀ, ਇਹੀ ਮੇਰਾ ਆਨਸਰ ਹੈ। ਬਾਈ ਚਾਂਸ ਦੋ ਬਚੇ ਹੁੰਦੇ ਫਿਰ ਮੈਨੂੰ ਇੱਕ ਅੱਧਾ ਹੋਰ ਪੁਆਇੰਟ ਦੇਖਣਾ ਪੈਣਾ ਸੀ, ਬਟ ਹੁਣ ਤਾਂ ਮੇਰਾ ਡਾਇਰੈਕਟ ਹੀ ਆਨਸਰ ਆ ਗਿਆ। ਇਹਦਾ ਮਤਲਬ ਮੈਨੂੰ ਬਾਕੀ ਸਟੇਟਮੈਂਟਸ ਪੜ੍ਹਨ ਦੀ ਵੀ ਜ਼ਰੂਰਤ ਨਹੀਂ ਪਈ। ਇਸ ਕਰਕੇ ਕਦੀ ਵੀ ਕੁਐਸਚਨ ਦੇਖੋ, ਲੰਬਾ ਕੁਐਸਚਨ ਦੇਖੋ, ਵੱਡਾ ਕੁਐਸਚਨ ਦੇਖੋ, ਉਹਨੂੰ ਦੇਖ ਕੇ ਡਰਨਾ ਨਹੀਂ ਹੈ। ਜਿੰਨਾ ਵੱਡਾ ਕੁਐਸਚਨ ਹੋਏਗਾ ਨਾ ਉਹਦੇ ਵਿੱਚ ਉਨਾ ਹੀ ਇੱਕ ਅੱਧਾ ਹਿੰਟ ਤੁਹਾਨੂੰ ਪੱਕਾ ਦਿੱਤਾ ਹੋਏਗਾ, ਜਿਹਦੇ ਨਾਲ ਉਹ ਕੁਐਸਚਨ ਆਰਾਮ ਨਾਲ ਹੋ ਜਾਏਗਾ। ਠੀਕ ਹੈ, ਇਹਦਾ ਮਤਲਬ ਇਹਦਾ ਆंसर ਕੀ ਹੈ ਕਿ 1 and 3 ਸਹੀ ਨੇ, ਕਿਉਂਕਿ दूसरी स्टेटमेंट गलत है। थोड़ा जिहा पढ़ लेने हैं क्योंकि ਆਪਾਂ डिस्कस कर रहे हैं। ठीक है, आ देखो डीएनए टेक्नोलॉजी रेगुलेशन बिल ਜਿਹੜਾ ਹੈ ਉਹ ਕੀ ਦੱਸਦਾ ਹੈ ਕਿ ਅਸੀਂ ਰੈਗੂਲੇਸ਼ਨ ਆਫ ਯੂਜ਼ ਆਫ ਡੀਐਨਏ ਟੈਕਨੋਲੋਜੀ ਕਰਾਂਗੇ ਤਾਂ ਕਿ ਪ੍ਰੋਪਰਲੀ ਸਾਰੇ ਪਰਸਨਸ ਦਾ ਡਾਟਾਬੇਸ ਜਿਹੜਾ ਹੈ ਡੀਐਨਏ ਦਾ ਉਹ ਕਲੈਕਟ ਹੋ ਸਕੇ। ਹੁਣ ਆਪਾਂ ਡਿਸਕਸ ਇਸ ਲਈ ਕਰ ਰਹੇ ਹਾਂ ਸਟੇਟਮੈਂਟਸ ਕਿਉਂਕਿ ਸਾਡੇ ਜਿਹੜੇ ਡਿਫਰੈਂਟ ਐਗਜ਼ਾਮਸ ਆਣਗੇ, ਨਾਇਬ ਤਹਿਸੀਲਦਾਰ, ਪਟਵਾਰੀ, ਮੇ ਵੀ ਇਹਨਾਂ ਦੇ ਵਿੱਚੋਂ ਇੱਕ ਅੱਧਾ ਪੁਆਇੰਟ ਉਹਦੇ ਵਿੱਚ ਆ ਜਾਵੇ। ਠੀਕ ਹੈ, ਕੁਝ ਨਹੀਂ ਪਤਾ ਹੁੰਦਾ, ਇਸ ਕਰਕੇ ਸਾਨੂੰ ਡਿਸਕਸ ਕਰਨਾ ਹੀ ਪੈਣਾ ਹੈ। ਸੈਕਿੰਡ ਤਾਂ ਗਲਤ ਹੀ ਹੈ ਕਿਉਂਕਿ 23 ਪੇਅਰ ਹੁੰਦੇ ਨੇ ਕ੍ਰੋਮੋਸੋਮ ਦੇ। ਥਰਡ ਪੁਆਇੰਟ ਵੀ ਕਹਿੰਦੇ ਨੇ ਸਹੀ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਡੀਐਨਏ ਜਿਹੜਾ ਹੈ ਉਹ ਦੋ ਚੀਜ਼ ਦੇ ਨਾਲ ਬਣਿਆ ਹੁੰਦਾ ਹੈ ਤੇ ਹੈਲਿਕਸ ਸਟਰਕਚਰ ਹੈ ਇਹਦਾ। ਤੁਸੀਂ ਸਾਰਿਆਂ ਨੇ ਡੀਐਨਏ ਦਾ ਸਟਰਕਚਰ ਵਾਲਾ ਦੇਖਿਆ ਹੋਏਗਾ। ਜੇ ਤੁਸੀਂ ਨਹੀਂ ਦੇਖਿਆ ਤਾਂ ਡਾਕਟਰ ਦੇ ਕਲੀਨਿਕ 'ਚ ਮੈਕਸਿਮਮ ਇਦਾਂ ਦਾ ਮਾਡਲ ਜਿਹੜਾ ਨਾ ਪਿਆ ਹੁੰਦਾ ਹੈ ਡੀਐਨਏ ਦਾ ਉਹਨਾਂ ਦੇ ਬੈਂਚ ਦੇ ਉੱਤੇ। ਠੀਕ ਹੈ, ਇਸ ਕਰਕੇ ਇਹ ਪੁਆਇੰਟ ਵੀ ਸਹੀ ਹੈ। ਚੌਥਾ ਪੁਆਇੰਟ ਕੀ ਕਹਿੰਦਾ ਹੈ ਕਿ ਡੀਐਨਏ ਪ੍ਰੋਫਾਈਲਿੰਗ ਸਿਰਫ ਔਰ ਸਿਰਫ ਕਿਹਨਾਂ ਲਈ ਹੋਏਗੀ, ਕ੍ਰਿਮੀਨਲ ਮੈਟਰਸ ਵਾਸਤੇ ਹੋਏਗੀ। ਇਹ ਪੁਆਇੰਟ ਬਿਲਕੁਲ ਗਲਤ ਹੈ। ਇਹ ਕ੍ਰਿਮੀਨਲ ਵਾਸਤੇ ਨਹੀਂ, ਸਾਰੇ ਮੈਟਰਸ ਵਾਸਤੇ ਕੀਤੀ ਜਾਏਗੀ। ਕਿਉਂ ਕੀਤੀ ਜਾਏਗੀ? ਹੁਣ ਜੇ ਕਿਸੇ ਨੂੰ ਜੈਨੇਟਿਕ ਪ੍ਰੋਬਲਮ ਹੈ ਫਿਰ ਅੱਗੇ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਨਾ ਹੋਵੇ, ਇਸ ਕਰਕੇ ਵੀ ਪ੍ਰੋਫਾਈਲਿੰਗ ਕੀਤੀ ਜਾ ਸਕਦੀ ਹੈ। ਮਤਲਬ ਇਹ ਸਿਵਲ ਮੈਟਰ 'ਚ ਵੀ ਅਲਾਉ ਹੋਏਗਾ। ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ, ਜਿੱਥੇ ਓਨਲੀ ਵਰਡ ਆ ਜਾਵੇ, ਆਲ ਵਰਡ ਆ ਜਾਣ, ਇਦਾਂ ਦੇ ਜਿਹੜੇ ਐਕਸਟ੍ਰੀਮ ਵਰਡਸ ਨੇ ਨਾ ਉਹ ਮੈਕਸਿਮਮ ਟਾਈਮ ਕੀ ਹੁੰਦਾ ਹੈ ਚਾਂਸ ਕਿ ਗਲਤ ਹੁੰਦੇ ਨੇ ਉਹ ਵਾਲੇ ਪੁਆਇੰਟ। ਠੀਕ ਹੈ, ਹੁਣ ਇੱਥੇ ਓਨਲੀ ਆ ਗਿਆ, ਇਸ ਕਰਕੇ ਵੀ ਪੁਆਇੰਟ ਮੈਂ ਗਲਤ ਮੰਨ ਸਕਦੀ ਹਾਂ, ਬਟ ਇਦਾਂ ਨਹੀਂ ਕਿ 100% ਵਰਕ ਕਰੇਗਾ, ਬਟ ਆਪਾਂ ਕਹਿ ਸਕਦੇ ਹਾਂ ਕਿ 90% ਇਹ ਵਰਕ ਕਰਦਾ ਹੀ ਹੈ ਕਿ ਇਦਾਂ ਦੇ ਪੁਆਇੰਟ ਗਲਤ ਹੀ ਹੁੰਦੇ ਨੇ ਜਿੱਥੇ ਐਕਸਟ੍ਰੀਮ ਵਰਡ ਆ ਜਾਵੇ, ਚਾਹੇ ਓਨਲੀ ਹੋਵੇ, ਚਾਹੇ ਆਲ ਹੋਵੇ, ਚਾਹੇ no one ਹੋਵੇ। ਠੀਕ ਹੈ, ਸੋ ਇਹਦਾ ਮਤਲਬ ਮੇਰਾ ਆਨਸਰ ਕੀ ਆਏਗਾ? ਆਪਸ਼ਨ ਨੰਬਰ ਸੀ। ਨੈਕਸਟ ਕੁਐਸਚਨ ਦੇਖੋ, ਨੈਕਸਟ ਕੁਐਸਚਨ ਲੈਂਡ ਬੈਂਕ ਸਿਸਟਮ ਤੇ ਨੈਕਸਟ ਕੁਐਸਚਨ ਆਇਆ ਹੈ। यूनियन मिनिस्टर ऑफ कॉमर्स एंड इंडस्ट्री ने नैशनल GIS इनेबल्ड लैंड बैंक सिस्टम ਨੂੰ ਕੀ ਕੀਤਾ? ਲਾਂਚ ਕੀਤਾ। ਤੁਸੀਂ ਕਰੈਕਟ ਸਟੇਟਮੈਂਟਸ ਦੱਸਣੀਆਂ ਨੇ ਇਸ ਲੈਂਡ ਬੈਂਕ ਸਿਸਟਮ ਦੀਆਂ। GIS ਇਨੇਬਲਡ, ਠੀਕ ਹੈ, ਮਤਲਬ ਆਪਾਂ ਸੈਟੇਲਾਈਟ ਦੇ ਥਰੂ ਕਰਾਂਗੇ ਪ੍ਰੋਪਰਲੀ ਮੋਨੀਟਰਿੰਗ। ਹੁਣ ਦੇਖੋ ਪਹਿਲਾ ਪੁਆਇੰਟ ਕੀ ਹੈ ਕਿ ਇਹ ਪਲੇਟਫਾਰਮ ਕੀ ਪ੍ਰੋਵਾਈਡ ਕਰਦਾ ਹੈ? ਸਾਰੇ ਇੰਡਸਟਰੀਅਲ ਕਲਸਟਰ ਦਾ ਸਾਨੂੰ ਡਾਟਾਬੇਸ ਦਿੰਦਾ ਹੈ। ਕਿੱਥੇ ਤੱਕ ਦਿੰਦਾ ਹੈ? ਓਵਰ ਦਾ ਸਾਊਥ ਇੰਡੀਆ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਸਪੋਜ਼ ਮੈਨੂੰ ਇਹ ਵੀ ਕੁਐਸਚਨ ਨਹੀਂ ਆਂਦਾ, ਪਰ ਮੈਨੂੰ ਇੱਕ ਗੱਲ ਦੱਸੋ, ਕੁਐਸਚਨ ਦੀ ਸਟੇਟਮੈਂਟ ਦੇ ਵਿੱਚ ਇਹਨਾਂ ਨੇ ਕੀ ਲਿਖਿਆ ਹੈ? ਨੈਸ਼ਨਲ। ਜੇ ਗੱਲ ਨੈਸ਼ਨਲ ਲੈਵਲ ਦੀ ਹੋ ਰਹੀ ਹੈ ਤੇ ਇਹਨਾਂ ਨੇ ਪੁਆਇੰਟ 'ਚ ਸਿਰਫ ਸਾਊਥ ਇੰਡੀਆ ਕਿਉਂ ਲਿਖਤਾ? ਜੇ ਗੱਲ ਨੈਸ਼ਨਲ ਲੈਵਲ ਦੀ ਹੈ ਇਹਦਾ ਮਤਲਬ ਕਲਸਟਰ ਜਿਹੜੇ ਡਿਵੈਲਪ ਹੋਣਗੇ ਉਹ ਵੀ ਆਲ ਅਕ੍ਰੋਸ ਦਾ ਇੰਡੀਆ ਹੀ ਹੋਣਗੇ, ਸਿਰਫ ਸਾਊਥ ਇੰਡੀਆ ਦੀ ਗੱਲ ਕਾਹਤੋਂ ਕਰ ਰਹੇ ਨੇ? ਠੀਕ ਹੈ, ਇਹਦਾ ਮਤਲਬ ਮੈਂ ਇਸ ਪੁਆਇੰਟ ਨੂੰ ਮੰਨ ਲੈਂਦੀ ਹਾਂ ਕਿ ਇਹ ਗਲਤ ਹੈ ਪੁਆਇੰਟ। ਮੈਂ ਅਜੇ ਮੰਨ ਲਿਆ ਕਿ ਗਲਤ ਹੈ। ਜੇ ਮੈਨੂੰ ਗਲਤ ਮੰਨ ਲਿਆ ਤਾਂ ਮੇਰਾ ਆਪਸ਼ਨ 1 ਹਟਾ ਦਿਓ ਤੁਸੀਂ ਸਾਰਿਆਂ ਵਿੱਚੋਂ, ਤਾਂ ਮੇਰੇ ਕੋਲ ਆਨਸਰ ਕੀ ਬਚਿਆ? ਸਿਰਫ ਔਰ ਸਿਰਫ B ਬਚਿਆ। ਠੀਕ ਹੈ, ਤੇ ਜੇ ਹੁਣ ਵੀ ਆਪਣਾ ਆਨਸਰ ਟੈਲੀ ਕਰਾਂ ਤਾਂ ਉਹ ਆਨਸਰ B ਹੀ ਹੈ ਐਕਚੁਅਲ ਦੇ ਵਿੱਚ। ਸਹੀ ਆਨਸਰ ਵੀ B ਹੀ ਹੈ। ਇੱਥੇ ਮੈਨੂੰ ਕੁਝ ਨਹੀਂ ਆਂਦਾ ਸੀ, ਪਰ ਫਿਰ ਵੀ ਮੈਂ ਥੋੜਾ ਜਿਹਾ ਗੈਸ ਲਗਾਇਆ ਕਿਉਂਕਿ ਨੈਸ਼ਨਲ ਲੈਵਲ ਦੀ ਗੱਲ ਹੋ ਰਹੀ ਹੈ। ਠੀਕ ਹੈ, ਨੈਸ਼ਨਲ GIS ਮਾਡਲ ਹੈ ਤੇ ਇਹਦਾ ਮਤਲਬ ਸਿਰਫ ਡਾਟਾਬੇਸ ਉਹ ਸਾਊਥ ਇੰਡੀਆ ਦਾ ਕਿਉਂ ਕ੍ਰੀਏਟ ਕਰੇਗਾ? ਪੂਰੇ ਇੰਡੀਆ ਦੇ ਲੈਵਲ ਤੇ ਕਰੇਗਾ ਨਾ, ਇਸ ਕਰਕੇ ਮੈਂ ਪਹਿਲੇ ਪੁਆਇੰਟ ਨੂੰ ਹਟਾ ਦਿੱਤਾ। ਉਹ ਪੁਆਇੰਟ ਐਕਚੁਅਲ ਦੇ ਵਿੱਚ ਵੀ ਗਲਤ ਹੀ ਹੈ। ਠੀਕ ਹੈ, ਸੈਕਿੰਡ ਪੁਆਇੰਟ ਦੀ ਜੇ ਆਪਾਂ ਗੱਲ ਕਰੀਏ ਤਾਂ ਬਿਲਕੁਲ ਸਹੀ ਹੈ ਕਿਉਂਕਿ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਰੀਆਂ ਚੀਜ਼ਾਂ ਵਾਸਤੇ ਦਿੱਤੀ ਜਾਏਗੀ, ਚਾਹੇ ਡਰੇਨੇਜ ਹੋਵੇ, ਚਾਹੇ ਰॉ ਮਟੀਰੀਅਲ ਹੋਵੇ। ਲੈਂਡ ਬੈਂਕ ਸਿਸਟਮ ਦਾ ਮਤਲਬ ਕੀ ਹੋਇਆ ਕਿ ਲੈਂਡ ਨੂੰ ਕਿਵੇਂ ਮੈਨੇਜ ਕੀਤਾ ਜਾਏਗਾ। ਠੀਕ ਹੈ, ਇਸ ਕਰਕੇ ਹਰ ਇੱਕ ਤਰ੍ਹਾਂ ਦੀ ਮੈਪਿੰਗ ਕੀਤੀ ਜਾਏਗੀ, ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਇਸ ਬੈਂਕ ਸਿਸਟਮ ਦੇ ਵਿੱਚ ਰੱਖੀ ਜਾਏਗੀ। ਇਹ ਪੁਆਇੰਟ ਬਿਲਕੁਲ ਸਹੀ ਹੈ। ਥਰਡ ਪੁਆਇੰਟ ਕੀ ਕਹਿੰਦਾ ਹੈ ਕਿ ਇਹਦੇ ਨਾਲ ਇੰਡੀਆ ਆਪਣਾ ਜਿਹੜਾ ਟਾਰਗੇਟ ਹੈ $5 trillion ਇਕਨੋਮੀ ਦਾ 5 ਸਾਲਾਂ ਦਾ, ਉਹਨੂੰ ਜਲਦੀ ਅਚੀਵ ਵੀ ਕਰੇਗਾ। ਠੀਕ ਹੈ, ਟ੍ਰਾਂਸਪੇਰੈਂਟ ਮੈਕੈਨਿਜ਼ਮ ਨੂੰ ਵੀ ਲੈ ਕੇ ਆਏਗਾ ਕਿ ਇਹਦੇ ਵਿੱਚ ਲੈਂਡ ਆਈਡੈਂਟੀਫਿਕੇਸ਼ਨ ਤੇ ਪ੍ਰੋਕਿਉਰਮੈਂਟ ਦੇ ਵਿੱਚ ਇਹ ਦੋਨੋਂ ਪੁਆਇੰਟਸ ਸਹੀ ਨੇ। ਮੈਨੂੰ ਨਹੀਂ ਵੀ ਪਤਾ ਸੀ ਤਾਂ ਵੀ ਮੈਂ ਫਰਸਟ ਪੁਆਇੰਟ ਨਾਲ ਇਹ ਕੁਐਸਚਨ ਸੋਲਵ ਕਰ ਸਕਦੀ ਸੀ। ਓਕੇ, ਇਹਦਾ ਆਨਸਰ ਕੀ ਹੈ? B।
ਨੈਕਸਟ ਕੁਐਸਚਨ ਆ ਦੇਖੋ, ਹੁਣ ਜਿਹੜਾ ਨੈਕਸਟ ਕੁਐਸਚਨ ਆਇਆ ਨਾ ਉਹ ਐਕਚੁਅਲ ਦੇ ਵਿੱਚ 26 ਅਗਸਤ 2020 ਦੇ ਵਿੱਚ ਨਾ ਨਿਊਜ਼ ਦੇ ਵਿੱਚ ਸੀ। ਅਗਸਤ ਦੇ ਵਿੱਚ ਇਹ ਹਿੰਦੂ ਨੇ ਕਵਰ ਕੀਤਾ ਹੈ। ਪ੍ਰਤੀਕਸ਼ਾ ਜਿਹੜੀ ਹੈ ਉਹ ਲਾਂਚ ਹੋਈ। ਐਕਚੁਅਲ ਦੇ ਵਿੱਚ ਇਹ ਹੈ ਕਿ ਇਹ ਮੈਰੀਨ ਐਂਬੂਲੈਂਸ ਹੈ, ਠੀਕ ਹੈ, ਜਿਹੜੀ ਕਿ ਕੇਰਲਾ ਗਵਰਨਮੈਂਟ ਨੇ ਕੀ ਕੀਤੀ, ਲਾਂਚ ਕੀਤੀ। ਹੁਣ ਇਹਦੇ ਵਿੱਚ ਦੇਖੋ, ਧਿਆਨ ਨਾਲ ਕੁਐਸਚਨ ਪੜਿਓ, ਆਪਾਂ ਕਰੈਕਟ ਲੱਭਣਾ ਹੈ ਕਿ ਇਨਕਰੈਕਟ। ਆਪਾਂ ਇੱਥੇ ਇਨਕਰੈਕਟ ਫਾਈਂਡ ਕਰਨਾ ਹੈ। ਇਹਨਾਂ ਨੇ ਹਾਈਲਾਈਟ ਨਹੀਂ ਕੀਤਾ ਹੁੰਦਾ, ਤੁਸੀਂ ਧਿਆਨ ਨਾਲ ਕੁਐਸਚਨ ਪੜਨਾ ਹੈ। ਇਨਕਰੈਕਟ ਮੈਂ ਇਹਦੇ ਵਿੱਚੋਂ ਲੱਭਣੀ ਹੈ ਸਟੇਟਮੈਂਟ ਕਿਹੜੀ ਹੈ। ਪਹਿਲੀ ਸਟੇਟਮੈਂਟ ਬਿਲਕੁਲ ਸਹੀ ਹੈ। ਜੇ ਤੁਸੀਂ ਨਿਊਜ਼ ਦਾ ਆਰਟੀਕਲ ਬਾਈ ਚਾਂਸ ਪੜਿਆ ਹੋਏਗਾ ਤਾਂ ਤੁਹਾਨੂੰ ਪਤਾ ਹੋਏਗਾ ਕਿ ਪਹਿਲੀ ਮੈਰੀਨ ਐਂਬੂਲੈਂਸ ਹੈ ਜਿਹੜੀ ਕਿ ਕੇਰਲਾ ਗਵਰਨਮੈਂਟ ਨੇ ਲਾਂਚ ਕੀਤੀ। ਦੂਜਾ, ਹੁਣ ਇਹਦੇ ਵਿੱਚੋਂ ਤੁਹਾਨੂੰ ਇੱਕ ਪੁਆਇੰਟ ਤਾਂ ਪਤਾ ਹੀ ਹੋਣਾ ਚਾਹੀਦਾ, ਆਬਵੀਅਸਲੀ ਤੁਸੀਂ ਤੁੱਕਾ ਨਹੀਂ ਮਾਰ ਸਕਦੇ ਇਦਾਂ ਦੇ ਕੁਐਸਚਨ ਵਿੱਚ, ਓਕੇ। ਹੁਣ ਦੂਜਾ ਜੇ ਆਪਾਂ ਦੇਖੀਏ ਇਹਦੇ ਵਿੱਚ ਕੀ ਕਹਿ ਰਿਹਾ ਹੈ ਕਿ ਇਹਦੇ ਨਾਲ ਕੀਤਾ ਕੀ ਜਾਏਗਾ, ਜਿਹੜੇ ਵੀ ਇੰਡੇਂਜਰਡ ਇੰਡੀਅਨ ਮੈਕਰੇਲ ਨੇ ਤੇ 올ਿਵ ਰਿਡਲੀ ਟਰਟਲਸ ਨੇ ਨਾ, ਉਹਨਾਂ ਨੂੰ ਅਸੀਂ ਬਚਾਵਾਂਗੇ। ਮਤਲਬ ਹੁਣ ਇੱਕ ਗੱਲ ਦੱਸੋ, ਜਿਹੜੀ ਐਂਬੂਲੈਂਸ ਕ੍ਰੀਏਟ ਹੋ ਰਹੀ ਹੈ ਉਹ ਇਹਨਾਂ ਵਾਸਤੇ ਤਾਂ ਨਹੀਂ ਹੋ ਰਹੀ ਹੈ ਕਿ 올ਿਵ ਰਿਡਲੀ ਟਰਟਲ ਨੂੰ ਅਸੀਂ ਪੋਚਿੰਗ ਤੋਂ ਬਚਾ ਲਈਏ ਤੇ ਇੱਕ ਐਂਬੂਲੈਂਸ ਉਹਦੇ ਵਾਸਤੇ ਕ੍ਰੀਏਟ ਕਰ ਲਈਏ। ਐਂਬੂਲੈਂਸ ਦਾ ਕੰਮ ਕੀ ਹੁੰਦਾ ਐਕਚੁਅਲ ਦੇ ਵਿੱਚ, ਜੇ ਕੋਈ ਮੁਸੀਬਤ ਦੇ ਵਿੱਚ ਹੈ ਉਹਨੂੰ ਮਤਲਬ ਹੈਲਪ ਪ੍ਰੋਵਾਈਡ ਕਰਨੀ ਹੈ ਨਾ, ਜੇ ਕੋਈ ਐਕਸੀਡੈਂਟ ਹੈਪਨਿੰਗ ਹੋ ਗਈ ਆ ਉੱਥੇ ਹੈਲਪ ਪ੍ਰੋਵਾਈਡ ਕਰਨੀ। 올ਿਵ ਰਿਡਲੀ ਟਰਟਲਸ ਦੇ ਨਾਲ ਐਕਸੀਡੈਂਟ ਦੀ ਤਾਂ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ, ਪੋਚਿੰਗ ਦੀ ਗੱਲ ਕੀਤੀ। ਇਹਦਾ ਮਤਲਬ ਪੁਆਇੰਟ ਥੋੜਾ ਡਾਊਟਫੁਲ ਹੈ। ਹੁਣ ਐਂਬੂਲੈਂਸ ਦੀ ਗੱਲ ਹੋ ਰਹੀ ਹੈ ਤਾਂ ਮੈਂ ਹਿੰਟ ਲੈ ਸਕਦੀ ਹਾਂ ਇਸ ਚੀਜ਼ ਤੋਂ ਕਿ ਐਂਬੂਲੈਂਸ ਮੇ ਵੀ ਕਿਹਨਾਂ ਵਾਸਤੇ ਹੋਏਗੀ, ਜਿਹੜੇ ਵੀ ਫਿਸ਼ਿੰਗ ਮਤਲਬ ਫਿਸ਼ਰਮੈਨ ਤੁਸੀਂ ਕਹਿ ਸਕਦੇ ਹੋ, ਠੀਕ ਹੈ, ਜਿਹੜੇ ਵੀ ਫਿਸ਼ਿੰਗ ਕਰਦੇ ਨੇ ਜਾ ਕੇ ਸਮੁੰਦਰ ਦੇ ਵਿੱਚ, ਬਾਈ ਚਾਂਸ ਉੱਥੇ ਕੋਈ ਮਤਲਬ ਕਹਿ ਸਕਦੇ ਉਹਨਾਂ ਨੂੰ ਪ੍ਰੋਬਲਮ ਕ੍ਰੀਏਟ ਹੋ ਜਾਵੇ, ਐਕਸੀਡੈਂਟਸ ਹੋ ਜਾਣ, ਬਹੁਤ ਸਾਰੇ ਹੁੰਦੇ ਵੀ ਨੇ ਜਦੋਂ ਉਹ ਮਛਲੀ ਪਕੜਨ ਜਾਂਦੇ ਨੇ, ਠੀਕ ਹੈ। ਉਸ ਐਕਸੀਡੈਂਟਸ ਨੂੰ ਪ੍ਰੀਵੈਂਟ ਕਰਨ ਵਾਸਤੇ ਜਾਂ ਫਿਰ ਉਹਨਾਂ ਨੂੰ ਇਮੀਡੀਏਟ ਹੈਲਪ ਦੇਣ ਵਾਸਤੇ ਇਹ ਮੈਰੀਨ ਐਂਬੂਲੈਂਸ ਜਿਹੜੀ ਹੈ ਉਹ ਲਾਂਚ ਕੀਤੀ ਗਈ ਸੀ ਬਾਈ ਦਾ ਕੇਰਲਾ ਗਵਰਨਮੈਂਟ। ਸੈਕਿੰਡ ਪੁਆਇੰਟ ਜਿਹੜਾ ਉਹ ਇਸ ਕੁਐਸਚਨ ਦੇ ਵਿੱਚ ਗਲਤ ਹੈ। ਇਹਦਾ ਮਤਲਬ ਮੇਰਾ ਆਨਸਰ ਕੀ ਹੈ, ਬੀ। ਮਤਲਬ ਕਿਉਂਕਿ ਇਨਕਰੈਕਟ ਪੁੱਛਿਆ ਹੈ ਤਾਂ 2 ਜਿਹੜਾ ਹੈ ਉਹ ਪੁਆਇੰਟ ਗਲਤ ਹੈ, ਫਰਸਟ ਪੁਆਇੰਟ ਸਿਰਫ ਸਹੀ ਹੈ। ਨਾਇਬ ਤਹਿਸੀਲਦਾਰ ਹੋ ਗਿਆ, ਪਟਵਾਰੀ ਹੋ ਗਿਆ, ਤੁਹਾਨੂੰ ਮੇਬੀ ਵਨ ਲਾਈਨਰ ਕਰਕੇ ਪੁੱਛ ਲੈਣ ਕਿ ਜਿਹੜੀ ਪ੍ਰਤੀਕਸ਼ਾ ਹੈ ਉਹ ਐਕਚੁਅਲ ਦੇ ਵਿੱਚ ਹੈ ਕੀ, ਇਹ ਮੈਰੀਨ ਐਂਬੂਲੈਂਸ ਹੈ। ਤੁਹਾਨੂੰ ਇਦਾਂ ਵੀ ਪੁੱਛ ਸਕਦੇ ਨੇ ਕਿਹੜੀ ਸਟੇਟ ਗਵਰਨਮੈਂਟ ਦੀ ਹੈ, ਤਾਂ ਕੇਰਲਾ ਦੀ ਹੈ। ਆਪਾਂ ਕੁਐਸਚਨ ਨੂੰ ਹਰ ਤਰੀਕੇ ਨਾਲ ਪੜ੍ਹਨਾ ਹੈ, ਆਪਣੇ ਹਰ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਪੜ੍ਹਨਾ ਹੈ, ਇਹਨੂੰ ਛੱਡਣਾ ਨਹੀਂ ਹੈ। ਜੇ ਹੁਣ ਆ ਗਿਆ ਤਾਂ ਦੁਬਾਰਾ ਨਹੀਂ ਆਏਗਾ, ਇਹ ਨਹੀਂ ਆਪਾਂ ਸੋਚਣਾ, ਠੀਕ ਹੈ। ਲਰਨਿੰਗ ਹਮੇਸ਼ਾ ਸਾਡੇ ਅੰਦਰ ਹੋਣੀ ਚਾਹੀਦੀ ਹੈ। ਤੇ ਹਿੰਦੂ ਦੇ ਵਿੱਚ ਆਰਟੀਕਲ ਆਇਆ ਸੀ ਅਗਸਤ ਦੇ ਵਿੱਚ, ਮੇਬੀ ਤਾਂ ਕਰਕੇ ਕੁਐਸਚਨ ਫੇਮ ਹੋਇਆ। ਨੈਕਸਟ ਕੁਐਸਚਨ ਦੇਖੋ, ICMR ਜਿਹੜਾ ਹੈ ਉਹਨੇ ਪਬਲਿਸ਼ ਕੀ ਕੀਤਾ, ਨੈਸ਼ਨਲ ਗਾਈਡਲਾਈਨਸ ਪਬਲਿਸ਼ ਕੀਤੀਆਂ ਕਿਹਦੇ ਵਾਸਤੇ, ਜੀਨ ਥੈਰੇਪੀ ਵਾਸਤੇ ਤੇ ਕਲੀਨਿਕਲ ਟ੍ਰਾਇਲ ਵਾਸਤੇ। ICMR ਤੁਹਾਨੂੰ ਸਾਰਿਆਂ ਨੂੰ ਪਤਾ, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ। ਤੁਸੀਂ ਦੱਸਣਾ ਹੈ ਕਿ ਜੀਨ ਥੈਰੇਪੀ ਪ੍ਰੋਡਕਟ ਵਾਸਤੇ ਕਿਹੜੀ ਸਟੇਟਮੈਂਟ ਜਿਹੜੀ ਹੈ ਉਹ ਇਹਨਾਂ ਚਾਰਾਂ ਵਿੱਚੋਂ ਸਹੀ ਹੈ। ਜੀਨ ਥੈਰੇਪੀ ਤੁਹਾਨੂੰ ਸਾਰਿਆਂ ਨੂੰ ਥੋੜਾ ਜਿਹਾ ਹਿੰਟ ਤਾਂ ਹੋਏਗਾ ਕੀ ਹੁੰਦਾ ਹੈ। ਜਦੋਂ ਜੀਨ ਥੈਰੇਪੀ ਕੀ ਹੋਗੀ, ਮੈਂ ਜੀਨ ਦੇ ਥਰੂ ਕੋਈ ਵੀ ਤਰੀਕੇ ਦਾ ਤੁਸੀਂ ਕਹਿ ਸਕਦੇ ਹੋ ਇਲਾਜ ਕਰ ਰਹੀ ਹਾਂ। ਜਿੱਦਾਂ ਹੁਣ ਕਿਸੇ ਨੂੰ ਕੋਈ ਬਿਮਾਰੀ ਹੈ, ਜੈਨੇਟਿਕਲੀ ਬਿਮਾਰੀ ਹੈ, ਤਾਂ ਮੈਂ ਇੱਕ ਜੀਨ ਆਇਡੈਂਟੀਫਾਈ ਕਰਾਂਗੀ ਜਿਹਦੇ ਰਾਹੀਂ ਉਹ ਬਿਮਾਰੀ ਫੈਲੀ ਹੈ। ਮੈਂ ਉਸ ਜੀਨ ਨੂੰ ਕੀ ਕਰਾਂਗੀ, ਮਤਲਬ ਇਲਾਜ ਕਰਾਂਗੀ ਉਹਦਾ, ਤਾਂ ਕਿ ਅਗਲੀ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਉਹ ਜਿਹੜੀ ਬਿਮਾਰੀ ਹੈ ਉਸ ਜੀਨ ਦੇ ਥਰੂ ਨਾ ਫੈਲ ਪਾਵੇ। ਏਦਾਂ ਦਾ ਕੁਛ ਇਹ ਮਤਲਬ ਹੈ ਕਿ ਜਿਹਦੇ ਨਾਲ ਆਪਾਂ ਜੀਨ ਥੈਰੇਪੀ ਕਰਾਂਗੇ, ਜਾਂ ਫਿਰ ਮੈਂ ਇੱਕ ਅੱਧਾ ਜੀਨ ਖਤਮ ਕਰ ਦੇਵਾਂਗੀ, ਬੰਦ ਕਰ ਦੇਵਾਂਗੀ, ਉਹਨੂੰ ਸੁਪਰੈਸ ਕਰ ਦੇਵਾਂਗੀ ਤਾਂ ਕਿ ਉਹ ਬਿਮਾਰੀ ਖਤਮ ਹੋ ਜਾਵੇ। ਐਗਰੀਕਲਚਰ ਦੇ ਵਿੱਚ ਵੀ ਯੂਜ਼ ਹੁੰਦੀ ਹੈ, ਹਰ ਇੱਕ ਜਗ੍ਹਾ ਤੇ ਜੀਨ ਥੈਰੇਪੀ ਅੱਜ ਕੱਲ੍ਹ ਚੱਲ ਰਹੀ ਹੈ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ ਕਿ ਇਹ ਇੱਕ ਬਾਇਓਲੋਜੀਕਲ ਐਂਟੀਟੀ ਹੈ, ਠੀਕ ਹੈ, ਇੱਕ ਰਿਕੁਆਇਰਡ ਜੀਨ ਦੀ, ਜਿਹਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਜੀਨੋਮ ਦੇ ਵਿੱਚ ਮੋਡੀਫਿਕੇਸ਼ਨ ਕਰ ਸਕਦੇ ਹਾਂ। ਮੈਂ ਹੁਣੇ ਤੁਹਾਨੂੰ ਦੱਸਿਆ, ਮੈਂ ਮੋਡੀਫਾਈ ਕਰ ਸਕਦੀ ਸੀ, ਸੁਪਰੈਸ ਕਰ ਸਕਦੀ ਸੀ, ਕੁਝ ਵੀ ਕਰ ਸਕਦੇ ਹਾਂ ਅਸੀਂ, ਠੀਕ ਹੈ। ਕਿਉਂ ਕਰਨਾ ਹੈ, ਥੈਰੇਪਿਊਟਿਕ ਬੈਨੀਫਿਟਸ ਦੇ ਲਈ, ਤਾਂ ਕਿ ਇਲਾਜ ਹੋ ਸਕੇ। ਥੈਰੇਪੀਜ਼ ਵਾਸਤੇ ਇਹ ਚੀਜ਼ ਕੀਤੀ ਜਾਂਦੀ ਹੈ। ਨਾਮ ਜੋ ਹੈ ਇਸ ਚੀਜ਼ ਦਾ, ਜੀਨ ਥੈਰੇਪੀ ਪ੍ਰੋਡਕਟ, ਉਹੀ ਇਹਦੀ ਡੈਫੀਨੇਸ਼ਨ ਹੈ। ਬਿਲਕੁਲ ਸਹੀ ਹੈ ਪੁਆਇੰਟ, ਠੀਕ ਹੈ। ਥੈਰੇਪੀ ਦੀ ਹੀ ਗੱਲ ਇਸ ਪੁਆਇੰਟ 'ਚ ਹੋ ਰਹੀ ਹੈ, ਥੈਰੇਪੀ ਦੀ ਹੀ ਗੱਲ ਉੱਪਰ ਵਾਲੀ ਸਟੇਟਮੈਂਟ 'ਚ ਹੋ ਰਹੀ ਹੈ, ਜਿਹੜਾ ਕਿ ਕੁਐਸਚਨ ਹੈ। ਸੈਕਿੰਡ ਪੁਆਇੰਟ ਕੀ ਕਹਿੰਦਾ ਹੈ ਕਿ ਇਹਦੇ ਵਿੱਚ ਅਸੀਂ ਰਿਪੇਅਰ ਕਰ ਸਕਦੇ ਹਾਂ, ਰਿਪਲੇਸ ਕਰ ਸਕਦੇ ਹਾਂ। ਡੀਐਕਟੀਵੇਟ ਮਤਲਬ ਸੁਪਰੈਸ ਕਰਨਾ, ਠੀਕ ਹੈ। ਮੈਂ ਹੁਣੇ ਤੁਹਾਨੂੰ ਦੱਸਿਆ, ਜੇ ਕੋਈ ਡਿਸੀਜ਼ ਕਰ ਰਿਹਾ ਕੋਈ ਜੀਨ, ਮੈਂ ਉਹਨੂੰ ਸੁਪਰੈਸ ਕਰ ਦੇਵਾਂਗੀ, ਡੀਐਕਟੀਵੇਟ ਕਰ ਦੇਵਾਂਗੀ ਤਾਂ ਕਿ ਨਾਰਮਲ ਫੰਕਸ਼ਨਿੰਗ ਤੇ ਆ ਜਾਵੇ ਬੋਡੀ, ਠੀਕ ਹੈ। ਇਹ ਪੁਆਇੰਟ ਵੀ ਬਿਲਕੁਲ ਸਹੀ ਹੈ। ਥਰਡ ਪੁਆਇੰਟ ਕੀ ਹੈ, ਨਵੇਂ ਡਰੱਗਸ ਤੇ ਕਲੀਨਿਕਲ ਟ੍ਰਾਇਲ ਜਿਹੜੇ ਰੂਲਸ ਨੇ 2019 ਦੇ ਵਿੱਚ ਆਏ ਨੇ, ਠੀਕ ਹੈ, ਉਹਦੇ ਅੰਡਰ ਕੀ ਹੈ, GTP ਜਿਹੜਾ ਉਹ ਨਵੇਂ ਡਰੱਗ ਦੇ ਅੰਡਰ ਆਉਂਦਾ ਹੈ, ਐਂਡ ਸ਼ੈਲ ਆਲਵੇਜ਼ ਬੀ ਡੀਮਡ ਐਜ਼ ਨਿਊ ਡਰੱਗ, ਤੇ ਉਹ ਹਮੇਸ਼ਾ ਨਵੇਂ ਡਰੱਗ ਦੀ ਕੈਟਾਗਰੀ ਦੇ ਵਿੱਚ ਹੀ ਆਏਗਾ। ਹੁਣ ਇਹ ਪੁਆਇੰਟ ਸਪੋਜ਼ ਕਰੋ ਕਿ ਮੈਨੂੰ ਨਹੀਂ ਪਤਾ ਕਿ ਇਹ ਪੁਆਇੰਟ ਸਹੀ ਹੈ ਕਿ ਇਹ ਪੁਆਇੰਟ ਗਲਤ ਹੈ, ਠੀਕ ਹੈ। ਮੈਂ ਮੰਨ ਲਿਆ ਕਿ ਮੈਨੂੰ ਨਹੀਂ ਪਤਾ, ਪਰ ਇੱਕ ਚੀਜ਼ ਦੱਸੋ, ਨਵੇਂ ਡਰੱਗ ਤੇ ਕਲੀਨਿਕਲ ਟ੍ਰਾਇਲ ਰੂਲ ਦੀ ਗੱਲ ਹੋ ਰਹੀ ਹੈ, ਠੀਕ ਹੈ। ਹੁਣ ਜੀਨ ਥੈਰੇਪੀ ਮੈਂ ਤੁਹਾਨੂੰ ਹੁਣੀ ਦੱਸਿਆ ਇਹ ਲੇਟੈਸਟ ਟੈਕਨੋਲੋਜੀ ਹੈ,
ਤਾਂ ਮੈਨੂੰ ਥੋੜਾ ਗੈਸ ਹੋ ਸਕਦਾ ਹੈ ਕਿ ਨਿਊ ਡਰਗ ਦੇ ਅੰਡਰ ਹੀ ਆਵੇਗਾ। ਨਵੀਂ ਟੈਕਨੋਲੋਜੀ ਹੈ, ਨਵੇਂ ਰੂਲਸ ਦੇ ਅੰਡਰ ਆਈ ਹੈ, ਹਜੇ ਇਹਦੇ ਤੇ ਕੰਮ ਚੱਲ ਹੀ ਰਿਹਾ। ਤੁਸੀਂ ਸਾਰਿਆਂ ਨੇ ਪੜਿਆ ਹੋਵੇਗਾ ਚਾਈਨਾ ਨੇ ਨਾ ਡਿਜ਼ਾਈਨਰ ਬੇਬੀ ਜੀਨ ਦੇ ਥਰੂ ਕੀ ਕੀਤੇ ਸੀਗੇ, ਹੁਣੇ ਬਣਾਏ ਸੀ। ਨਵੀਂ ਟੈਕਨੋਲੋਜੀ ਹੈ, ਨਵਾਂ ਸਾਰਾ ਕੁਝ ਹੈ, ਤਾਂ ਇਹ ਨਿਊ ਡਰਗ ਦੇ ਅੰਡਰ ਹੀ ਆਏਗਾ। ਇਹ ਪੁਆਇੰਟ ਵੀ ਬਿਲਕੁਲ ਸਹੀ ਹੈ। ਹੁਣ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਦੀ ਹਾਂ, ਜੇ ਤੁਹਾਨੂੰ ਸਪੋਜ਼ ਕਰ ਲਓ ਇਸ ਕੁਐਸਚਨ ਦੇ ਤੁਹਾਨੂੰ ਆ ਤਿੰਨੋਂ ਪੁਆਇੰਟ ਪਤਾ ਹੀ ਨਹੀਂ ਨੇ, ਮੈਨੂੰ ਬਿਲਕੁਲ ਨਹੀਂ ਪਤਾ 3 ਪੁਆਇੰਟ, ਹੁਣ ਮੈਂ ਚੌਥਾ ਪੁਆਇੰਟ ਦੇਖਣ ਰਹੀ ਹਾਂ, ਠੀਕ ਹੈ। ਚੌਥਾ ਪੁਆਇੰਟ ਕੀ ਕਹਿੰਦਾ ਹੈ ਕਿ ਥੈਲੇਸੀਮੀਆ, ਗਾਊਚਰ ਡਿਸੀਜ਼, ਸਿਕਲ ਸੈਲ ਐਨੀਮੀਆ, ਹੈਮੋਫੀਲੀਆ, ਇਹ ਸਾਰੇ ਕੀ ਨੇ, ਜੈਨੇਟਿਕਲੀ ਇਨਹੈਰਿਟਡ ਡਿਸੀਜ਼ ਨੇ। ਤੁਸੀਂ ਸਾਰੇ ਨੇ ਬਾਇਓਲੋਜੀ ਤਾਂ ਡੈਫੀਨੇਟਲੀ ਪੜ੍ਹੀ ਹੀ ਹੋਏਗੀ, ਕਿਉਂਕਿ ਆਪਾਂ ਜਦੋਂ ਆਪਣੇ ਜਨਰਲ ਸਟੱਡੀ ਪੇਪਰ ਪ੍ਰੀਪੇਅਰ ਕਰਦੇ ਆ ਆਪਾਂ ਪੜ੍ਹਦੇ ਆ ਸਾਇੰਸ ਤੇ ਬਾਇਓ, ਠੀਕ ਹੈ। ਤੁਹਾਨੂੰ ਸਾਰਿਆਂ ਨੂੰ ਇਹ ਤਾਂ ਪਤਾ ਹੀ ਹੈ ਕਿ ਸਿਕਲ ਸੈਲ ਐਨੀਮੀਆ ਜਿਹੜਾ ਉਹ ਕੀ ਹੈ, ਜੈਨੇਟਿਕਲ ਡਿਸੀਜ਼ ਹੈ। ਹੈਮੋਫੀਲੀਆ ਜੈਨੇਟਿਕਲ ਡਿਸੀਜ਼ ਹੈ। ਜੇ ਤੁਹਾਨੂੰ ਚੌਥਾ ਪੁਆਇੰਟ ਪਤਾ ਹੈ, ਬਚੇ ਹੋਏ 3 ਪੁਆਇੰਟ ਮੈਂ ਸਪੋਜ਼ ਕਰ ਲਏ ਮੈਨੂੰ ਨਹੀਂ ਪਤਾ, ਪਰ ਮੈਨੂੰ ਚੌਥਾ ਪਤਾ ਹੈ, ਸਿੱਧਾ ਤੁਸੀਂ ਆਨਸਰ ਤੇ ਆ ਜਾਓ। ਕਰੈਕਟ ਆਨਸਰ ਫਾਈਂਡ ਆਊਟ ਕਰਨਾ ਹੈ, ਪਹਿਲਾਂ ਤਾਂ ਇਹ ਦੇਖਣਾ ਹੈ ਆਪਾਂ ਚੌਥਾ ਪੁਆਇੰਟ ਕਿੱਥੇ ਦਿਖਾਈ ਦੇ ਰਿਹਾ ਤੁਹਾਨੂੰ। ਨਾ ਇਹਦੇ ਵਿੱਚ ਮੈਂਸ਼ਨ ਹੈ, ਨਾ ਇਹਦੇ ਵਿੱਚ, ਨਾ ਇਹਦੇ ਵਿੱਚ, ਸਿਰਫ ਇਹਦੇ ਵਿੱਚ ਹੀ ਮੈਂਸ਼ਨ ਹੈ ਨਾ ਚੌਥਾ ਪੁਆਇੰਟ। ਇਹਦਾ ਮਤਲਬ ਮੇਰਾ ਚੌਥਾ ਡੈਫੀਨੇਟਲੀ ਸਹੀ ਹੈ। ਮੈਂ ਬਿਲਕੁਲ ਸ਼ੋਰ ਹਾਂ ਕਿ ਹਾਂ ਇਹ ਜੈਨੇਟਿਕਲ ਡਿਸੀਜ਼ਜ਼ ਹੈਗੀਆਂ ਨੇ, ਇਹਦਾ ਮਤਲਬ ਮੇਰਾ ਆਨਸਰ ਡੀ ਹੈ। ਕੋਈ ਸ਼ੱਕ ਨਹੀਂ ਇਹਦੇ ਵਿੱਚ। ਮੈਨੂੰ ਕੁਝ ਨਹੀਂ ਆਉਂਦਾ ਸੀ ਇਸ ਕੁਐਸਚਨ 'ਚ, ਮੈਂ ਮੰਨ ਲਿਆ। ਮੈਨੂੰ ਸਿਰਫ ਔਰ ਸਿਰਫ ਆਪਣਾ ਬੇਸਿਕ ਆਉਂਦਾ ਸੀ ਜੋ ਮੈਂ ਪੜਿਆ ਸੀ, ਉਹਦੇ ਬੇਸ ਤੇ ਮੈਂ ਕੁਐਸਚਨ ਅਟੈਂਪਟ ਕੀਤਾ ਤੇ ਚੌਥਾ ਪੁਆਇੰਟ ਸਹੀ ਹੋ ਗਿਆ। ਚੌਥਾ ਪੁਆਇੰਟ ਸਹੀ ਹੋਣ ਦੇ ਨਾਲ ਮੇਰਾ ਆਨਸਰ ਆਟੋਮੈਟਿਕਲੀ ਜਿਹੜਾ ਹੈ ਉਹ ਡੀ ਆ ਗਿਆ। ਦੇਖੋ ਇੱਕ ਚੀਜ਼ ਹਮੇਸ਼ਾ ਧਿਆਨ ਰੱਖਣੀ ਹੈ, 5 ਸਟੇਟਮੈਂਟ ਕੁਐਸਚਨ, 6 ਸਟੇਟਮੈਂਟ ਕੁਐਸਚਨ, 7 ਸਟੇਟਮੈਂਟ ਕੁਐਸਚਨ, ਸਾਨੂੰ ਫਰਕ ਨਹੀਂ ਪੈਂਦਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕੁਐਸਚਨ ਹਮੇਸ਼ਾ ਇਦਾਂ ਫਰੇਮ ਕੀਤਾ ਹੁੰਦਾ ਹੈ ਕਿ ਤੁਹਾਡੇ ਦਿਮਾਗ ਦੇ ਨਾਲ ਖੇਡਿਆ ਜਾਏਗਾ। ਤੁਸੀਂ ਇੰਨਾ ਵੱਡਾ ਕੁਐਸਚਨ ਦੇਖ ਕੇ ਡਰ ਜਾਓਗੇ ਤਾਂ ਤੁਸੀਂ ਹਮੇਸ਼ਾ ਖਰਾਬ ਕਰੋਗੇ ਉਸ ਕੁਐਸਚਨ ਨੂੰ। ਪਰ ਜੇ ਤੁਸੀਂ ਡਰੋਗੇ ਨਹੀਂ ਨਾ, ਤੁਸੀਂ ਹਮੇਸ਼ਾ ਇਹ ਸੋਚੋਗੇ ਕਿ ਯਾਰ ਇਹਦੇ ਵਿੱਚ ਇਦਾਂ ਦੀ ਤੇ ਇੱਕ ਅੱਧੀ ਚੀਜ਼ ਪੱਕਾ ਹੋਏਗੀ ਜਿਹਦੇ ਨਾਲ ਮੈਂ ਕੁਐਸਚਨ ਦੇ ਆਨਸਰ ਤੇ ਆ ਜਾਊਂਗਾ। ਹੁਣ ਦੇਖੋ ਮੈਨੂੰ ਇੱਥੇ 4 ਦੇ ਵਿੱਚੋਂ ਇੱਕ ਸਟੇਟਮੈਂਟ ਇਦਾਂ ਦੀ ਮਿਲ ਗਈ ਨਾ, ਉਹੀ ਸਟੇਟਮੈਂਟ ਫਾਈਨਲ ਸਟੇਟਮੈਂਟ ਸੀਗੀ ਜਿਹਦੇ ਨਾਲ ਮੈਂ ਆਨਸਰ ਤੇ ਪਹੁੰਚ ਵੀ ਗਈ, ਕੋਈ ਦਿੱਕਤ ਹੀ ਨਹੀਂ ਹੋਈ, ਠੀਕ ਹੈ। ਇਸ ਕਰਕੇ ਕੁਐਸਚਨ ਨੂੰ ਦੇਖ ਕੇ ਡਰਨਾ ਨਹੀਂ ਹੈ, ਚਾਹੇ ਉਹ ਵੱਡਾ ਹੋਵੇ ਚਾਹੇ ਛੋਟਾ, ਕਿਉਂਕਿ ਇਸ ਵਾਰ ਪੰਜਾਬ ਪੀਸੀਐਸ ਨੇ ਬਹੁਤ ਹੀ ਹੱਦ ਤੱਕ ਜਾ ਕੇ 5 ਸਟੇਟਮੈਂਟ ਦੇ ਕੁਐਸਚਨ ਵੀ ਪਾਏ ਜਿਹੜੇ ਕਿ यूपीएससी ਚ ਵੀ ਨਹੀਂ ਆਉਂਦੇ, ਠੀਕ ਹੈ। ਹੁਣ ਜੀ ਕੋਈ 5 ਸਟੇਟਮੈਂਟ ਦਾ ਕੁਐਸਚਨ ਪਾ ਰਿਹਾ ਹੈ ਤਾਂ ਪਹਿਲੀ ਚੀਜ਼ ਉਹ ਤੁਹਾਡੇ ਤੇ ਪ੍ਰੈਸ਼ਰ ਕ੍ਰੀਏਟ ਕਰ ਰਿਹਾ ਹੈ ਕਿਉਂਕਿ ਉਹਨੇ ਲੰਬਾ ਕੁਐਸਚਨ ਪਾਤਾ, ਤੁਸੀਂ ਡਰ ਗਏ ਦੇਖ ਕੇ। ਦੂਜੀ ਚੀਜ਼ ਉਹ ਕੀ ਕਰ ਰਿਹਾ, ਤੁਹਾਡੇ ਟਾਈਮ ਨੂੰ ਕੀ ਕਰ ਰਿਹਾ, ਉੱਥੇ ਖਰਾਬ ਕਰ ਰਿਹਾ। ਤੁਸੀਂ ਆਪਣੇ ਮਤਲਬ ਸਮਝ ਰਹੇ ਹੋ, ਤੁਸੀਂ ਐਫੀਸ਼ੀਐਂਟਲੀ ਕੁਐਸਚਨ ਕਰਨੇ ਨੇ। 5 ਸਟੇਟਮੈਂਟ ਦਾ ਪੜਨ ਬੈਠੇ ਤਾਂ ਪੇਪਰ ਛੁੱਟ ਜਾਊਗਾ। ਪੇਪਰ ਕਾਫੀ ਜਣੇ ਦਾ ਛੁੱਟਿਆ ਵੀ, ਲੰਬਾ ਸੀ ਪੇਪਰ, ਓਕੇ। ਪੇਪਰ ਲੰਬਾ ਨਹੀਂ ਬਣਾਉਣਾ, ਮੈਂ ਇੱਕ ਅੱਧੀ ਸਟੇਟਮੈਂਟ ਸਿੱਧੀ ਉਹ ਦੇਖਣੀ ਹੈ ਜਿਹੜੀ ਪਹਿਲਾਂ ਮੈਨੂੰ ਆਉਂਦੀ ਹੈ। ਮੈਨੂੰ ਇੱਥੇ ਚੌਥੀ ਆਉਂਦੀ ਹੈ, ਮੈਂ ਸਿਰਫ ਉਹੀ ਦੇਖਾਂਗੀ। ਦੇਖ ਲਈ, ਚਲੋ ਜੀ ਮੇਰਾ ਆਨਸਰ ਆ ਗਿਆ। ਮੈਂ ਹੁਣ 3 ਨਹੀਂ ਪੜਨ ਬਹਿ ਰਹੀ ਕਿਉਂਕਿ ਮੈਨੂੰ ਪਤਾ ਹੈ ਪੇਪਰ ਬਹੁਤ ਲੰਬਾ ਹੈ, ਠੀਕ ਹੈ। ਪੰਜਾਬ ਪੀਸੀਐਸ ਦਾ ਪੇਪਰ ਤੁਸੀਂ ਇਦਾਂ ਅਟੈਂਪਟ ਕਰ ਸਕਦੇ ਹੋ, ਮੈਂ ਸਿਰਫ ਤੁਹਾਨੂੰ ਹਿੰਟਸ ਦੇ ਰਹੀ ਹਾਂ, ਬਾਕੀ ਤੁਸੀਂ ਵੀ ਆਪ ਸਿਆਣੇ ਹੋ ਜਿੱਦਾਂ ਤੁਹਾਨੂੰ ਕਰਨ ਦਾ ਸਹੀ ਲੱਗੇ, ਠੀਕ ਹੈ। 6th ਕੁਐਸਚਨ ਦੇਖੋ, ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਕੀ ਮੈਂਸ਼ਨ ਕੀਤਾ, ਇੱਕ ਮੈਗਾ ਪਲਾਨ ਜਿਹੜਾ ਮੈਂਸ਼ਨ ਕੀਤਾ। ਕਿਹੜਾ ਪਲਾਨ ਸੀ? 1 ਸਨ 1 ਵਰਲਡ 1 ਗ੍ਰਿਡ। ਇਹ ਕੁਐਸਚਨ ਕਿਉਂ ਆਇਆ? ਕਿਉਂਕਿ ਅਗਸਤ ਦੇ ਵਿੱਚ ਤੁਸੀਂ ਨਿਊਜ਼ਪੇਪਰ ਦੇਖੋ, ਬਿਜ਼ਨਸ ਸਟੈਂਡਰਡ, ਚਾਹੇ ਤੁਸੀਂ ਹਿੰਦੂ ਚੱਕ ਲਓ ਚਾਹੇ ਇੰਡੀਅਨ ਐਕਸਪ੍ਰੈਸ ਚੱਕ ਲਓ, ਇਹ ਨਿਊਜ਼ ਦੇ ਵਿੱਚ ਚੱਲ ਹੀ ਰਿਹਾ ਸੀ, ਇਸ ਕਰਕੇ ਕੁਐਸਚਨ ਫਰੇਮ ਹੋਇਆ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੱਲ ਕੀ ਹੋ ਰਹੀ ਹੈ ਕਿ ਸੂਰਜ ਵੀ ਇੱਕ ਹੈ, ਦੁਨੀਆ ਵੀ ਇੱਕ ਹੈ। 1 ਗ੍ਰਿਡ ਮਤਲਬ ਇੱਕ ਹੀ ਦੁਨੀਆ ਦੀ ਕਨੈਕਟੀਵਿਟੀ ਦੇ ਥਰੂ ਅਸੀਂ ਕੀ ਕਰ ਸਕਦੇ ਹਾਂ, ਸੋਲਰ એનર્ਜੀ ਪੂਰੇ ਵਰਲਡ ਦੇ ਅਕ੍ਰੋਸ ਪਹੁੰਚਾ ਸਕਦੇ ਹਾਂ ਕਿਉਂਕਿ ਸੂਰਜ ਤਾਂ ਸਾਰੇ ਪਾਸੇ ਹੈ, ਠੀਕ ਹੈ। ਇਹ ਉਹਨਾਂ ਨੇ ਮੈਂਸ਼ਨ ਕਦੋਂ ਕੀਤਾ? ਇੰਡੀਪੈਂਡੈਂਸ ਡੇ ਤੇ ਇਹਨਾਂ ਨੇ ਇਹ ਚੀਜ਼ ਮੈਂਸ਼ਨ ਕੀਤੀ। ਤੁਸੀਂ ਹੁਣ ਦੱਸਣਾ ਹੈ ਕਿ ਇਸ ਪ੍ਰੋਜੈਕਟ ਵਾਸਤੇ ਕਰੈਕਟ ਸਟੇਟਮੈਂਟ ਜਿਹੜੀਆਂ ਨੇ ਉਹ ਕਿਹੜੀਆਂ ਨੇ। ਕਰੈਕਟ ਸਟੇਟਮੈਂਟ ਤੁਸੀਂ ਮੈਨੂੰ ਦੱਸਣੀਆਂ ਹੈ, ਠੀਕ ਹੈ। ਹੁਣ ਦੇਖੋ ਇਹ ਤਾਂ ਤੁਹਾਨੂੰ ਆਣਾ ਚਾਹੀਦਾ, ਤੁਸੀਂ ਨਹੀਂ ਵੀ ਪੜਿਆ ਮੈਂ ਇਹਦੇ ਵਿੱਚ ਕਹਿ ਨਹੀਂ ਸਕਦੀ ਤੁਸੀਂ ਇਹਨੂੰ ਨਾ ਪੜੋ, ਬਹੁਤ ਇੰਪੋਰਟੈਂਟ ਟੌਪਿਕ ਹੈ, ਸਟੈਟਿਕ ਦਾ ਵੀ ਪਾਰਟ ਹੈ। ਤਾਂ ਆਪਾਂ ਲੈ ਕੇ ਚੱਲਦੇ ਹਾਂ ਕਿ ਮੇਬੀ ਮੈਂ ਪੜਿਆ ਹੀ ਹੈ ਇਸ ਕੁਐਸਚਨ ਨੂੰ, ਠੀਕ ਹੈ। ਪਹਿਲੀ ਚੀਜ਼ ਕੀ ਕਹਿ ਰਿਹਾ ਹੈ ਕਿ ਇਹ ਟ੍ਰਾਂਸਨੈਸ਼ਨਲ ਇਲੈਕਟ੍ਰਿਸਿਟੀ ਗ੍ਰਿਡ ਸਪਲਾਈਂਗ ਸੋਲਰ ਪਾਵਰ ਪ੍ਰੋਜੈਕਟ ਹੈ। ਕਾਮਨ ਅੰਡਰਸਟੈਂਡਿੰਗ, ਬੇਸਿਕ ਅੰਡਰਸਟੈਂਡਿੰਗ। ਦੇਖੋ ਟ੍ਰਾਂਸਨੈਸ਼ਨਲ ਦੀ ਗੱਲ ਹੋ ਰਹੀ ਹੈ, ਮਤਲਬ ਸਾਰੇ ਨੇਸ਼ਨਸ ਨੂੰ ਕਨੈਕਟ ਕਰੇਗਾ। ਇੱਥੇ ਨਹੀਂ ਇੱਕੋ ਗੱਲ, ਇਸ ਪ੍ਰੋਜੈਕਟ 'ਚ ਇਹ ਚੀਜ਼ ਤਾਂ ਪਹਿਲੇ ਮੈਂਸ਼ਨ ਹੈ। 1 ਸਨ 1 ਵਰਲਡ ਮਤਲਬ ਪੂਰੀ ਦੁਨੀਆ ਨੂੰ ਜੋੜਨ ਦੀ ਗੱਲ ਹੋ ਰਹੀ ਹੈ। ਇਹਦਾ ਮਤਲਬ ਜੇ ਟ੍ਰਾਂਸਨੈਸ਼ਨਲ ਦੀ ਗੱਲ ਹੋ ਰਹੀ ਹੈ ਤੇ ਦੁਨੀਆ ਜੋੜਨ ਦੀ ਗੱਲ ਹੋ ਰਹੀ ਹੈ ਤਾਂ ਦੋਨੋਂ ਚੀਜ਼ਾਂ ਕੀ ਨੇ? ਇੱਕੋ ਹੀ ਨੇ, ਠੀਕ ਹੈ। ਆ ਦੇਖੋ ਵਰਲਡ ਤੇ ਟ੍ਰਾਂਸਨੈਸ਼ਨਲ ਇੱਕੋ ਹੀ ਚੀਜ਼ ਹੈ। ਨੇਸ਼ਨ ਤੋਂ ਬਾਹਰ ਚਲ ਜਾਓ, 2 ਨੇਸ਼ਨ ਨੂੰ ਜੋੜ ਦੋ ਤਾਂ ਉਹ ਵੀ ਵਰਲਡ ਦਾ ਪਾਰਟ ਹੀ ਨੇ। ਇਹਦਾ ਮਤਲਬ ਪੁਆਇੰਟ ਸਹੀ ਹੈ। ਸੈਕਿੰਡ ਕੀ ਹੈ ਕਿ ਪ੍ਰੋਜੈਕਟ ਦਾ ਆਈਡੀਆ ਪਹਿਲੀ ਵਾਰ 2018 ਦੇ ਵਿੱਚ ਇੰਟਰੋਡਿਊਸ ਹੋਇਆ ਜਦੋਂ ਕਿ ਫਰਸਟ ਅਸੈਂਬਲੀ ਜਿਹੜੀ ਹੈ ਉਹ ਮਿਲੀ ਇੰਟਰਨੈਸ਼ਨਲ ਸੋਲਰ ਅਲਾਈਅੰਸ ਦੀ। ਇੰਟਰਨੈਸ਼ਨਲ ਸੋਲਰ ਅਲਾਈਅੰਸ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਿਹਾ ਰੈਗੂਲਰਲੀ ਤੇ ਇਹ ਬਿਲਕੁਲ ਸਹੀ ਪੁਆਇੰਟ ਹੈ ਕਿ 2018 ਦੇ ਵਿੱਚ ਇਹ ਚੀਜ਼ ਜਿਹੜੀ ਹੈ ਪ੍ਰੋਜੈਕਟ ਸ਼ੁਰੂ ਕੀਤੀ ਗਈ। ਹੁਣ ਮੈਂ ਇੱਕ ਚੀਜ਼ ਹੋਰ ਮੰਨ ਲੈਂਦੀ ਆ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਬਾਈ ਚਾਂਸ ਟੌਪਿਕ ਨਹੀਂ ਪੜਿਆ, ਤੁਸੀਂ ਤੀਜੇ ਪੁਆਇੰਟ ਤੇ ਆ ਜਾਓ। ਤੁਹਾਨੂੰ 2 ਪੁਆਇੰਟ ਨਹੀਂ ਪਤਾ ਕਿ ਕੀ ਕਹਿ ਰਹੇ ਨੇ, ਮੇਰੇ ਸਿਰ ਤੋਂ ਨਿਕਲ ਗਏ, ਮੈਂ ਸਮਝ ਲਿਆ ਮੈਨੂੰ ਕੁਝ ਨਹੀਂ ਪਤਾ ਲੱਗਾ।
ਹੁਣ मैं तीजे पॉइंट ते आके देखदी हां इत्थे की लिखिया है कि चाइना जेड़ा है ਉਹ ਓਨਲੀ ਮੈਂਬਰ ਕੰਟਰੀ है ਜਿਹੜਾ ਕਿ ਇਸ ਪ੍ਰਪੋਜ਼ਲ ਨੂੰ ਰੈਜ਼ਿਸਟ ਕਰ ਰਿਹਾ ਹੈ। ਹੁਣ ਮੈਂ ਤੁਹਾਨੂੰ ਕੀ ਦੱਸਿਆ ਸੀ, ਜਦੋਂ ਐਕਸਟ੍ਰੀਮ ਵਰਡ ਆ ਜਾਣ, ਓਨਲੀ ਆ ਜਾਵੇ, ਆਲ ਆ ਜਾਵੇ, 90% ਚਾਂਸ ਹੁੰਦਾ ਹੈ ਕਿ ਉਹ ਗਲਤ ਨੇ। ਹੁਣ ਇੱਕ ਗੱਲ ਦੱਸੋ, ਜੇ ਬਾਈ ਚਾਂਸ ਮੈਂ ਕੁਐਸਚਨ ਦੇ ਟੌਪਿਕ ਨੂੰ ਨਹੀਂ ਵੀ ਸਟੱਡੀ ਕੀਤਾ, ਮੈਂ ਥਰਡ ਪੁਆਇੰਟ ਦੇ ਥਰੂ ਆਨਸਰ ਤੇ ਜਾ ਸਕਦੀ ਹਾਂ। ਮੈਂ ਕੁਐਸਚਨ ਛੱਡ ਦਵਾਂ, ਇਸ ਤੋਂ ਵਧੀਆ ਮੈਂ ਅਟੈਂਪਟ ਕਰ ਲਵਾਂ ਜੇ ਮੈਨੂੰ 50-50% ਦਾ ਸਕੋਪ ਲੱਗਦਾ ਹੈ। ਤੇ ਪੰਜਾਬ ਪੀਸੀਐਸ ਤੇ ਇਦਾਂ ਦੀ ਗੱਲ ਹੀ ਨਹੀਂ ਹੈ ਤੁਸੀਂ ਕੋਈ ਕੁਐਸਚਨ ਛੱਡਣਾ ਹੈ। ਕਿਉਂ ਨਹੀਂ ਛੱਡਣਾ? ਕਿਉਂਕਿ ਨੈਗੇਟਿਵ ਮਾਰਕਿੰਗ ਤਾਂ ਹੈ ਹੀ ਨਹੀਂ। ਹੁਣ ਜੇ ਮੈਂ ਕੁਐਸਚਨ ਛੱਡਣਾ ਨਹੀਂ ਹੈ ਤਾਂ ਮੈਂ ਉਹਨੂੰ ਇੰਟੈਲੀਜੈਂਟ ਗੈਸ ਲਾ ਕੇ ਸੋਲਵ ਕਰਾਂਗੀ ਨਾ ਕਿ ਮੇਰਾ ਸਹੀ ਹੋ ਜਾਵੇ। ਹੁਣ ਤੀਜਾ ਆਪਸ਼ਨ ਤੁਸੀਂ ਹਟਾ ਦਿਓ ਕਿਉਂਕਿ ਓਨਲੀ ਦੀ ਗੱਲ ਹੋ ਰਹੀ ਹੈ ਤੇ ਇਹ ਪੁਆਇੰਟ ਹੀ ਗਲਤ ਹੈ। ਤੀਜਾ ਪੁਆਇੰਟ ਮੈਂ ਜਦੋਂ ਹੀ ਹਟਾਤਾ ਸਾਰੇ ਪੁਆਇੰਟਸ ਦੇ ਵਿੱਚੋਂ ਤਾਂ ਮੇਰੇ ਕੋਲ ਆਨਸਰ ਆਪਣੇ ਆਪ ਆ ਗਿਆ 1 ਐਂਡ 2। क्वेश्चन ਦੇ ਵਿੱਚ ਕੀ ਪੁੱਛਿਆ ਸੀ? ਕਰੈਕਟ ਆਨਸਰ, ਮਤਲਬ ਪਹਿਲੀ ਦੂਜੀ ਸਟੇਟਮੈਂਟ ਸਹੀ ਹੈ। ਜਿਨ੍ਹਾਂ ਨੇ ਪੜਿਆ ਉਹ ਤਾਂ ਪਹਿਲੀ ਦੂਜੀ ਸਟੇਟਮੈਂਟ ਨਾਲ ਕਰ ਲੂਗੇ, ਜਿਹਨਾਂ ਨੇ ਨਹੀਂ ਪੜਿਆ ਬਈ ਉਹ ਤੀਜੀ ਸਟੇਟਮੈਂਟ ਦੇ ਨਾਲ ਕਰ ਲਓ। ਉਡਾ ਦਿਓ ਤੁਸੀਂ ਆਪਸ਼ਨ। ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ, ਵਰਲਡ ਲੈਵਲ ਤੇ ਨਾ ਇਸ ਪ੍ਰੋਜੈਕਟ ਦੀ ਬਹੁਤ ਜ਼ਿਆਦਾ ਤਾਰੀਫ ਹੋ ਰਹੀ ਹੈ, ਵਧੀਆ ਪ੍ਰੋਜੈਕਟ ਹੈ। ਹੁਣ ਦੇਖੋ ਆਪਾਂ ਸੂਰਜ ਤੋਂ એનર્ਜੀ ਲੈਣ ਦੀ ਗੱਲ ਕਰ ਰਹੇ ਹਾਂ, ਇਹਦੇ ਨਾਲ ਕੀ ਹੋਏਗਾ? ਪੋਲਿਊਸ਼ਨ ਘੱਟ ਹੋਏਗਾ, ਅਸੀਂ ਫੋਸਿਲ ਫਿਊਲ ਤੇ ਵੀ ਡਿਪੈਂਡ ਨਹੀਂ ਕਰ ਰਹੇ। ਇਹ ਪੁਆਇੰਟ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ, ਸਪੋਜ਼ ਤੁਸੀਂ ਓਨਲੀ ਵਾਲੇ ਮੈਥਡ ਨਾਲ ਨਹੀਂ ਜਾਣਾ ਚਾਹੁੰਦੇ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਓਨਲੀ ਦੇਖਿਆ ਆਪਸ਼ਨ ਹਟਾ ਦਿਓ, ਫਿਰ ਤੁਸੀਂ ਕਿੱਦਾਂ ਗੈਸ ਕਰ ਸਕਦੇ ਹੋ ਕਿ ਜੇ ਕਿੱਦਾਂ ਦਾ ਪ੍ਰੋਜੈਕਟ ਹੈ ਜਿਹਦੇ ਨਾਲ એનર્ਜੀ ਸੇਵ ਹੋਏਗੀ, ਪੋਲਿਊਸ਼ਨ ਨਹੀਂ ਹੋਏਗਾ, ਸਾਡਾ এনवायरमेंट ਪ੍ਰੀਜ਼ਰਵ ਹੋਏਗਾ। ਚਾਈਨਾ ਅਪੋਜ਼ ਕਿਉਂ ਕਰੂਗਾ ਇਸ ਚੀਜ਼ ਨੂੰ? ਚਾਈਨਾ ਕੀ ਕੋਈ ਵੀ ਕੰਟਰੀ ਅਪੋਜ਼ ਨਹੀਂ ਕਰੂਗੀ ਇਸ ਚੀਜ਼ ਨੂੰ, ਠੀਕ ਹੈ। ਇਸ ਕਰਕੇ ਜੇ ਰੈਜ਼ਿਸਟ ਦੀ ਗੱਲ ਕਰੀਏ ਨਾ ਇਸ ਪ੍ਰੋਜੈਕਟ ਵਾਸਤੇ, ਤਾਂ ਰੈਜ਼ਿਸਟੈਂਸ ਨਹੀਂ ਹੈ ਇਸ ਪ੍ਰੋਜੈਕਟ ਵਾਸਤੇ। ਇਸ ਕਰਕੇ ਇਹ ਪੁਆਇੰਟ ਜਿਹੜਾ ਹੈ ਗਲਤ ਉਦਾਂ ਵੀ ਹੈ ਤੇ ਓਨਲੀ ਦਾ ਮੈਟਰ ਲੈ ਲਈਏ ਤਾਂ ਵੀ ਇਹ ਪੁਆਇੰਟ ਗਲਤ ਹੀ ਹੈ। मेरा आंसर की है ए। नेक्स्ट क्वेश्चन की है, गवर्नमेंट ऑफ इंडिया ने नेशनल काउंसिल फॉर ट्रांसजेंडर पर्सन ਜਿਹੜੀ ਹੈ ਕਨਸਟੀਟਿਊਟ ਕੀਤੀ। ਤੁਸੀਂ ਕਰੈਕਟ ਸਟੇਟਮੈਂਟ ਦੱਸੀਆਂ ਨੇ ਇਸ ਕਾਉਂਸਲ ਦੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਟਰਾਂਸਜੈਂਡਰ ਦਾ ਐਕਟ ਆਇਆ ਸੀ, ਨਿਊਜ਼ ਦੇ ਵਿੱਚ ਰੈਗੂਲਰ ਆਰਟੀਕਲਸ ਆ ਰਹੇ ਸੀ, ਨਿਊਜ਼ਪੇਪਰ ਦੇ ਵਿੱਚ ਹਰ ਚੀਜ਼ ਆ ਰਹੀ ਸੀ। ਇਸ ਕਰਕੇ ਕੁਐਸਚਨ ਤਾਂ ਡੈਫੀਨਿਟਲੀ ਫਰੇਮ ਹੋਣਾ ਹੀ ਸੀ, ਕੋਈ ਡਾਊਟ ਹੀ ਨਹੀਂ ਹੈ। ਹੁਣ ਦੇਖੋ ਮੈਨੂੰ ਕਰੈਕਟ ਸਟੇਟਮੈਂਟ ਮੈਂ ਦੱਸੀਆਂ ਨੇ ਇਸ ਕਾਉਂਸਲ ਦੀਆਂ। ਇਸ ਕਾਉਂਸਲ ਦੇ ਹੈਡ ਕੌਣ ਹੋਣਗੇ? ਯੂਨੀਅਨ ਮਿਨਿਸਟਰ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਇਹਨਾਂ ਦੇ ਹੈਡ ਹੋਣਗੇ। ਚਲੋ ਮੈਂ ਮੰਨਦੀ ਹਾਂ ਮੈਨੂੰ ਨਹੀਂ ਪਤਾ ਹਜੇ। ਕਾਉਂਸਲ ਇੱਕ ਸਟੈਟਿਊਟਰੀ ਬਾਡੀ ਹੈ ਜਿਹੜੀ ਕਿ ਇਸ ਐਕਟ ਦੇ ਅੰਡਰ, ਮੈਂ ਤੁਹਾਨੂੰ ਦੱਸਿਆ ਨਾ 2019 ਚ ਐਕਟ ਆਇਆ, ਐਕਟ ਦੇ ਅੰਡਰ ਹੀ ਬਾਡੀ ਹੈ। ਮੈਨੂੰ ਦੂਜਾ ਪੁਆਇੰਟ ਚਲੋ ਪਤਾ ਹੈ। ਹੁਣ ਜੇ ਮੈਨੂੰ ਦੂਜਾ ਪੁਆਇੰਟ ਪਤਾ ਹੈ ਤਾਂ ਦੂਜਾ ਪੁਆਇੰਟ ਕਿਹੜੇ ਕਿਹੜੇ ਆਪਸ਼ਨ ਦੇ ਵਿੱਚ ਹੈ? ਦੂਜਾ ਪੁਆਇੰਟ ਹੈਗਾ ਹੈ ਜੀ ਇਹਦੇ ਵਿੱਚ ਵੀ ਹੈ, ਇਹਦੇ ਵਿੱਚ ਵੀ ਹੈ, ਇਹਦੇ ਵਿੱਚ ਵੀ ਹੈ। ਮਤਲਬ ਮੇਰਾ ਸੀ ਤਾਂ ਮੈਂ ਗਲਤ ਹੀ ਕਰਦਾ, ਸੀ ਮੇਰਾ ਉੜ ਗਿਆ ਕਿਉਂਕਿ ਇਹਦੇ ਵਿੱਚ ਦੂਜਾ ਪੁਆਇੰਟ ਨਹੀਂ ਹੈ, ਪਰ ਮੇਰਾ ਦੂਜਾ ਪੁਆਇੰਟ ਤਾਂ ਸਹੀ ਹੋਣਾ ਚਾਹੀਦਾ ਹੈ। ਸੀ ਨੂੰ ਮੈਂ ਹਟਾਤਾ, ਠੀਕ ਹੈ। ਹੁਣ ਮੇਰੇ ਕੋਲ ਸਿਰਫ 3 ਆਪਸ਼ਨ ਦੇ ਵਿੱਚੋਂ ਆਨਸਰ ਲੱਭਣਾ ਹੈ। ਮੈਂ ਤੀਜੀ ਸਟੇਟਮੈਂਟ ਦੇਖੋ, ਕਹਿੰਦੇ ਨੇ ਕਿ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਜਿਹੜੀ ਕਾਉਂਸਲ ਆ ਬਣਾਈ ਜਾਏਗੀ ਹਰ ਸਟੇਟ ਦੇ ਵਿੱਚ, ਤਾਂ ਕਿ ਆਪਾਂ ਟਰਾਂਸਜੈਂਡਰ ਦੇ ਗ੍ਰੀਵੈਂਸਿਸ ਨੂੰ ਕੀ ਕਰ ਸਕੀਏ? ਗ੍ਰਾਸ ਰੂਟ ਲੈਵਲ ਤੇ ਐਡਰੈਸ ਕਰ ਸਕੀਏ। ਜੇ ਤੁਸੀਂ ਸਾਰਿਆਂ ਨੇ ਆਰਟੀਕਲਸ ਪੜ੍ਹੇ ਹੋਗੇ ਨਾ ਬਾਈ ਚਾਂਸ, ਜਿਹੜੇ ਵੀ ਇਸ ਐਕਟ ਵਾਸਤੇ ਚੱਲ ਰਹੇ ਸੀ, ਉਹਨਾਂ ਵਿੱਚ ਇਸੇ ਚੀਜ਼ ਦਾ ਰੋਣਾ ਸੀਗਾ ਕਿ ਗ੍ਰਾਸ ਰੂਟ ਲੈਵਲ ਤੇ ਨਾ ਕੋਈ ਵੀ ਗ੍ਰੀਵਾਂਸ ਨਹੀਂ ਸੀ ਐਡਰੈਸ ਕਰਨ ਵਾਸਤੇ। ਆ ਪੁਆਇੰਟ ਤਾਂ ਗਲਤ ਹੈ ਪੂਰੀ ਤਰ੍ਹਾਂ, ਕਿਉਂਕਿ ਜੇ ਤੁਸੀਂ ਆਰਟੀਕਲ ਪੜ੍ਹੇ ਨਾ, ਇੱਕ ਤਾਂ ਗੱਲ ਹੋ ਰਹੀ ਹੈ ਨੈਸ਼ਨਲ ਲੈਵਲ ਦੀ ਕਾਉਂਸਲ ਦੀ, ਇਹਦੇ ਵਿੱਚ ਇਹਨਾਂ ਨੇ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਦਾ ਮੈਂਸ਼ਨ ਕਰਤਾ। ਨੈਸ਼ਨਲ ਕਾਉਂਸਲ ਦੀ ਗੱਲ ਹੋ ਰਹੀ ਹੈ, ਸਟੇਟ ਕਾਉਂਸਲ ਦੀ ਗੱਲ ਕਰ ਰਹੇ ਨੇ, ਕੋਈ ਤੁੱਕ ਨਹੀਂ ਮੰਨ ਰਿਹਾ। ਪਹਿਲੀ ਗੱਲ ਤਾਂ ਇਹ ਮੰਨ ਲਓ, ਕਿਉਂਕਿ ਜੇ ਇੱਥੇ ਗੱਲ ਕਰਦੇ ਹੁੰਦੇ ਨਾ ਕਿ ਐਕਟ ਦੇ ਅੰਦਰ ਕਿਹੜੀ ਕਿਹੜੀ ਚੀਜ਼ ਸੀਗੀ, ਫਿਰ ਮੈਂ ਆ ਪੁਆਇੰਟ ਸਮਝ ਵੀ ਲੈਣੀ ਥੋੜਾ। ਹੁਣ ਦੂਜੀ ਗੱਲ ਇਹ ਸਮਝੋ ਕਿ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਤਾਂ ਕੋਈ ਇਦਾਂ ਦੀ ਚੀਜ਼ ਬਣਾਈ ਨਹੀਂ ਗਈ, ਕਿਉਂਕਿ ਇਸ ਚੀਜ਼ ਵਾਸਤੇ ਪ੍ਰੋਟੈਸਟ ਵੀ ਚੱਲੇ ਸੀ। ਜੇ ਤੁਸੀਂ ਥੋੜੇ ਜਿਹੇ ਐਕਟਿਵ ਹੋਗੇ ਨਾ ਸੋਸ਼ਲੀ, ਤਾਂ ਤੁਸੀਂ ਇਸ ਪੁਆਇੰਟ ਦੇ ਥਰੂ ਵੀ ਆਨਸਰ ਸੋਲਵ ਕਰ ਸਕਦੇ ਸੀ। ਤੀਜਾ ਪੁਆਇੰਟ ਗਲਤ ਹੈ। ਜਦੋਂ ਮੈਂ ਤੀਜਾ ਪੁਆਇੰਟ ਗਲਤ ਕਰ ਦਿੱਤਾ, ਠੀਕ ਹੈ, ਤਾਂ ਮੇਰੇ ਕੋਲ ਆਨਸਰ ਸਿਰਫ ਕੀ ਬਚਿਆ? ਬੀ। ਸਿਰਫ 1 ਤੇ 2 ਜਿਹੜੇ ਨੇ ਉਹੀ ਸਹੀ ਨੇ, ਬਾਕੀ ਜਿਹੜੇ ਨੇ ਉਹ ਗਲਤ ਨੇ, ਠੀਕ ਹੈ। ਕਿਉਂਕਿ ਸਟੇਟ ਲੈਵਲ ਤੇ ਜਿਹੜੀ ਹੈ ਇਦਾਂ ਦੀ ਕੋਈ ਕਾਉਂਸਲ ਨਹੀਂ ਬਣਾਈ ਜਾਏਗੀ, ਨਾ ਹੀ ਡਿਸਟ੍ਰਿਕਟ ਲੈਵਲ ਤੇ ਬਣਾਈ ਜਾਏਗੀ। ਤੇ ਜੇ ਸਟੇਟ ਲੈਵਲ ਦੀ ਮੈਂ ਗੱਲ ਕਰਾਂ ਤਾਂ ਵੈਲਫੇਅਰ ਬੋਰਡ ਜਿਹੜੇ ਨੇ ਉਹ ਬਣਾਏ ਜਾਣਗੇ, ਪਰ ਕਾਉਂਸਲ ਦੀ ਗੱਲ ਔਰ ਸਿਰਫ ਨੈਸ਼ਨਲ ਲੈਵਲ ਤੇ ਹੋ ਰਹੀ ਹੈ। ਇਹ ਤਾਂ ਕੁਐਸਚਨ ਦੇ ਵਿੱਚ ਇਹਨਾਂ ਨੇ ਆਪ ਹੀ ਮੈਂਸ਼ਨ ਕੀਤਾ ਹੈ ਕਿ ਨੈਸ਼ਨਲ ਕਾਉਂਸਲ ਦੀ ਗੱਲ ਕਰ ਰਹੇ ਹਾਂ ਅਸੀਂ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ? ਕੁਐਸਚਨ ਦੇਖੋ 4 ਸਟੇਟਮੈਂਟ ਦਾ ਹੈ। ਮਿਨਿਸਟਰੀ ਆਫ এনवायरमेंट ਨੇ ਰੀਸੈਂਟਲੀ ਤੁਹਾਨੂੰ ਪਤਾ ਹੈ ਕਿ এনवायरमेंट ਇੰਪੈਕਟ ਅਸੈਸਮੈਂਟ ਦੀ ਮੋਡੀਫਿਕੇਸ਼ਨ ਵਾਸਤੇ ਡਰਾਫਟ ਕੱਢਿਆ, ਉਹਦੇ ਵਿੱਚ ਕੁਝ ਚੇਂਜਸ ਲੈ ਕੇ ਆਏ এনवायरमेंट ਇੰਪੈਕਟ ਅਸੈਸਮੈਂਟ ਦੇ ਵਿੱਚ, ਜਿਹੜਾ ਕਿ ਪਹਿਲਾਂ ਚੱਲ ਰਿਹਾ ਸੀ। ਇਹ 2020 ਦੀ ਨੋਟੀਫਿਕੇਸ਼ਨ ਹੈ। ਇਹ ਵੀ ਕੰਟਰੋਵਰਸ਼ੀਅਲ ਸੀ, ਬਹੁਤ ਹੀ ਜ਼ਿਆਦਾ ਨਿਊਜ਼ ਦੇ ਵਿੱਚ ਰਹੀ, ਠੀਕ ਹੈ। ਹੁਣ ਤੁਸੀਂ ਦੱਸਣਾ ਹੈ ਕਿ ਕਿਹੜੀ ਸਟੇਟਮੈਂਟ ਇਹਦੇ ਵਿੱਚ ਕਰੈਕਟ ਹੈ, ਤੁਸੀਂ ਬਸ ਇਹ ਦੱਸਣਾ ਹੈ ਮੈਨੂੰ, ਠੀਕ ਹੈ। ਹੁਣ ਜੇ ਮੈਂ ਇਸ ਕੁਐਸਚਨ ਦੀ ਗੱਲ ਕਰਾਂ ਨਾ ਐਕਚੁਅਲ ਦੇ ਵਿੱਚ, ਤਾਂ ਪੰਜਾਬ ਪੀਸੀਐਸ ਨੇ ਨਾ ਇਸ ਕੁਐਸਚਨ ਦਾ ਆਨਸਰ ਕੋਈ ਦਿੱਤਾ ਨਹੀਂ ਹੈ, ਖਾਸ ਕਰਕੇ ਸਟਾਰ ਮਾਰਕ ਕੀਤਾ ਹੈ। ਕਿਉਂ ਕੀਤਾ ਹੈ?
ਕਿਉਂਕਿ ਐਕਚੁਅਲ ਦੇ ਵਿੱਚ ਨਾ ਚਾਰੋਂ ਹੀ ਪੁਆਇੰਟ ਸਹੀ ਨੇ। ਇਹਨਾਂ ਨੇ ਇਦਾਂ ਦਾ ਕੋਈ ਆਨਸਰ ਹੀ ਇੱਥੇ ਮੈਂਸ਼ਨ ਨਹੀਂ ਕੀਤਾ ਜਿਹਦੇ ਵਿੱਚ 1 2 3 ਤੇ 4 ਹੋਵੇ। ਤੇ ਜੇ ਮੈਂ ਹੁਣ ਆਪਣੇ ਬੈਸਟ ਆਨਸਰ ਨਾਲ ਚੱਲ ਜਾਵਾਂ, ਬਾਕੀ ਮਤਲਬ ਆਪਾਂ ਗੱਲ ਕਰੀਏ ਕਾਮਨ ਸੈਂਸ ਨਾਲ ਥੋੜੀ ਕਿ ਮੈਂ ਕਿਹੜਾ ਆਨਸਰ ਮਾਰਕ ਕਰਾਂ ਕਿਹੜਾ ਨਹੀਂ ਕਰਾਂ, ਤਾਂ ਡੀ ਆਨਸਰ ਤੁਸੀਂ ਇਹਦਾ ਲਗਾ ਸਕਦੇ ਹੋ। ਇੱਥੇ 3 ਮੈਂਸ਼ਨ ਨਹੀਂ ਹੈ, ਜਦਕਿ ਥਰਡ ਪੁਆਇੰਟ ਵੀ ਸਹੀ ਹੀ ਹੈ। ਆ ਦੇਖੋ ਜੁਲਾਈ ਦੇ ਵਿੱਚ ਇਹਦੀ ਨਿਊਜ਼ ਹੈ। ਆਪਾਂ ਪੁਆਇੰਟਸ ਦੇਖ ਲੈਂਦੇ ਆ। ਪਹਿਲਾ ਪੁਆਇੰਟ ਕੀ ਕਹਿੰਦਾ ਹੈ ਕਿ ਇਹ ਪ੍ਰਿਡਿਕਟ ਕੀ ਕਰੇਗਾ ਕਿ ਇੰਡਸਟਰੀਅਲ ਤੇ ਇਨਫਰਾਸਟ੍ਰਕਚਰ ਜਿਹੜੇ ਪ੍ਰੋਜੈਕਟ ਨੇ ਉਹਨਾਂ ਦਾ এনवायरमेंट ਦੇ ਉੱਤੇ ਕੀ ਅਸਰ ਪੈ ਰਿਹਾ ਹੈ। ਮੈਂ ਤੁਹਾਨੂੰ ਇਹ ਵੀ ਦੱਸਦੀ ਹਾਂ ਕਿ ਮੈਂ ਡੀ ਆਨਸਰ ਨੂੰ ਸਭ ਤੋਂ ਬੈਸਟ ਕਿਉਂ ਮੰਨ ਲਿਆ, ਠੀਕ ਹੈ, ਉਹਦਾ ਵੀ ਤੁਹਾਨੂੰ ਮੈਂ ਰੀਜ਼ਨ ਦੱਸ ਦਿੰਦੀ ਆ। ਪਰ ਐਕਚੁਅਲ ਦੇ ਵਿੱਚ ਇਹ 4 ਪੁਆਇੰਟ ਜਿਹੜੇ ਨੇ ਉਹ ਸਹੀ ਹੋ ਸਕਦੇ ਸੀ। 50 ਪੀਸਿਸ ਨੇ ਮੇ ਵੀ ਇਸੇ ਕਰਕੇ ਇਹਦਾ ਆਨਸਰ ਨਹੀਂ ਮਾਰਕ ਕੀਤਾ। ਹੁਣ ਦੇਖੋ ਸੈਕਿੰਡ ਸਟੇਟਮੈਂਟ ਜਿਹੜੀ ਹੈ ਉਹ ਕੀ ਕਹਿੰਦੀ ਹੈ। ਸੈਕਿੰਡ ਸਟੇਟਮੈਂਟ ਕਹਿੰਦੀ ਹੈ ਕਿ ਇਹਦੇ ਨਾਲ ਕੀ ਹੋਏਗਾ, ਜਿਹੜੀ ਪ੍ਰਪੋਜ਼ਡ ਐਕਟੀਵਿਟੀ ਹੈ, ਠੀਕ ਹੈ, ਪ੍ਰਪੋਜ਼ਡ ਐਕਟੀਵਿਟੀ ਹੈ ਜਿਹੜਾ ਪ੍ਰੋਜੈਕਟ ਹੈ ਜਿਹੜਾ ਕਿ ਅਪਰੂਵ ਕੀਤਾ ਗਿਆ ਹੈ, ਠੀਕ ਹੈ, ਉਹਦੇ ਕੋਈ ਵੀ ਐਡਵਰਸ ਕੌਨਸੀਕੁਐਂਸਿਸ ਨੇ ਉਹਨਾਂ ਨੂੰ ਅਸੀਂ ਪਹਿਲਾਂ ਅਕਾਊਂਟ ਦੇ ਵਿੱਚ ਲਵਾਂਗੇ। ਮਤਲਬ ਕੋਈ ਪ੍ਰੋਜੈਕਟ ਪਾਸ ਕਰਨ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਉਹ ਪ੍ਰੋਜੈਕਟ ਜਿਹੜਾ ਹੈ ਉਹਦੇ ਕੌਨਸੀਕੁਐਂਸਿਸ ਕਿੱਦਾਂ ਦੇ ਨੇ, ਪਰਿਣਾਮ ਕਿੱਦਾਂ ਦੇ ਨੇ। ਇਹ ਪੁਆਇੰਟ ਵੀ ਸਹੀ ਹੈ। ਤੀਸਰਾ ਪੁਆਇੰਟ ਕੀ ਕਹਿ ਰਿਹਾ ਹੈ ਕਿ ਇਹ ਡਿਫਰੈਂਟ ਆਲਟਰਨੇਟਿਵ, ਹੁਣ ਦੇਖੋ ਜੇ ਪ੍ਰੋਜੈਕਟ এনवायरमेंट ਨੂੰ ਹਾਰਮ ਕਰ ਰਿਹਾ ਤੇ ਕੀ ਕਰੂਗਾ, ਇਹ ਪ੍ਰੋਜੈਕਟ ਦੇ ਆਲਟਰਨੇਟਿਵ ਦੇਖੂਗਾ, ਦੂਜੇ ਹੋਰ ਪ੍ਰੋਜੈਕਟ ਦੇਖੂਗਾ ਜਿਹੜੇ ਹਾਰਮ ਨਾ ਕਰਨ, ਤੇ ਉਸ ਤੋਂ ਬਾਅਦ ਇਹ ਕੰਬੀਨੇਸ਼ਨ ਕਿਹੜਾ ਲੈ ਕੇ ਆਊਗਾ, ਕਿਹੜਾ ਪ੍ਰੋਜੈਕਟ ਚੂਜ਼ ਕਰੂਗਾ ਜਿਹੜਾ ਕਿ ਬੈਸਟ ਕੰਬੀਨੇਸ਼ਨ ਹੋਵੇ ਇਕਨੋਮਿਕ ਦਾ ਤੇ এনवायरमेंटल ਕਾਸਟ ਐਂਡ ਬੈਨੀਫਿਟ ਦਾ। ਇਹ ਪੁਆਇੰਟ ਨੂੰ ਤੁਸੀਂ ਗਲਤ ਮੰਨ ਕੇ ਆਨਸਰ ਤੇ ਜਾ ਸਕਦੇ ਸੀ, ਠੀਕ ਹੈ। ਐਕਚੁਅਲ ਦੇ ਵਿੱਚ ਤਾਂ ਇਹ ਵੀ ਪੁਆਇੰਟ ਸਹੀ ਹੈ। ਡਰਾਫਟ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ। ਡਰਾਫਟ ਵੱਡਾ ਹੁਣ ਤੁਸੀਂ ਸਾਰਿਆਂ ਨੇ ਪੜਿਆ ਤਾਂ ਹੋਣਾ ਨਹੀਂ, ਪਰ ਆਪਾਂ ਇੱਥੇ ਬਸ ਥੋੜਾ ਜਿਹਾ ਇਦਾਂ ਸੋਚ ਸਕਦੇ ਹਾਂ ਕਿ এনवायरमेंट ਇੰਪੈਕਟ ਅਸੈਸਮੈਂਟ ਦੀ ਗੱਲ ਹੋ ਰਹੀ ਹੈ। ਜੇ ਆਪਾਂ এনवायरमेंट ਦੇ ਲੈਵਲ ਤੇ ਹੀ ਜਜਮੈਂਟ ਦੇ ਰਹੇ ਹਾਂ, ਫਿਰ ਮੈਂ ਕੋਈ ਵੀ ਚੀਜ਼, ਕੋਈ ਵੀ ਪ੍ਰੋਜੈਕਟ ਦਾ ਰਿਜ਼ਲਟ ਕਿੱਦਾਂ ਡਿਸਾਈਡ ਕਰੂੰਗੀ ਕਿ ਉਹ এনवायरमेंटਲੀ ਮੇਰੇ ਵਾਸਤੇ ਬੈਨੀਫੀਸ਼ੀਅਲ ਹੋਵੇ, ਬਸ, ਠੀਕ ਹੈ। ਇਕਨੋਮਿਕਲੀ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹ ਮੇਰਾ ਲੈਣਾ ਦੇਣਾ ਨਹੀਂ ਹੈ, ਕਿਉਂਕਿ ਮੈਂ ਤਾਂ এনवायरमेंट ਇੰਪੈਕਟ ਅਸੈਸਮੈਂਟ ਵਾਸਤੇ ਬੈਠੀ ਹਾਂ, ਹੈਨਾ। ਇਹਦਾ ਮਤਲਬ ਜਿਹੜੀ ਇੱਥੇ ਚੀਜ਼ ਲਿਖੀ ਹੈ ਨਾ ਕਿ ਬੈਸਟ ਕੰਬੀਨੇਸ਼ਨ ਹੈ ਇਕਨੋਮਿਕ ਤੇ এনवायरमेंटल ਕਾਸਟ ਬੈਨੀਫਿਟ ਦਾ, ਇਹਦੀ ਜਗ੍ਹਾ ਪੁਆਇੰਟ ਕੀ ਹੋਣਾ ਚਾਹੀਦਾ ਸੀ ਮੇਰੇ ਸਾਹਮਣੇ ਕਿ ਬੈਸਟ ਕੰਬੀਨੇਸ਼ਨ ਕਾਹਦਾ ਹੋਵੇ, এনवायरमेंटल ਬੈਨੀਫਿਟ ਦਾ। ਮੈਂ ਉਹ ਪ੍ਰੋਜੈਕਟ ਚੂਜ਼ ਕਰਾਂਗੀ ਜਿਹੜਾ ਕਿ এনवायरमेंटली ਸਭ ਤੋਂ ਜ਼ਿਆਦਾ ਕੀ ਹੋਵੇ, ਬੈਨੀਫਿਟ ਕਰੇ ਮੈਨੂੰ। ਇਹ ਪੁਆਇੰਟ ਨੂੰ ਜੇ ਮੈਂ ਉਡਾ ਦਵਾਂ ਥਰਡ ਵਾਲੇ ਨੂੰ ਤਾਂ ਮੇਰੇ ਕੋਲ ਡੀ ਹੀ ਆਨਸਰ ਬਚਦਾ ਹੈ, ਠੀਕ ਹੈ। ਪਰ ਇਹਦਾ ਬੈਸਟ ਆਨਸਰ ਜਿਹੜਾ ਹੈ ਉਹ ਐਕਚੁਅਲ ਦੇ ਵਿੱਚ ਆਪਸ਼ਨ ਹੀ ਨਹੀਂ ਹੈ ਕਿ ਚਾਰੇ ਸਟੇਟਮੈਂਟ ਸਹੀ ਨੇ। ਤੇ ਜੇ ਆਪਾਂ ਹੁਣ ਸਾਡੇ ਕੋਲ ਕੋਈ ਆਪਸ਼ਨ ਨਹੀਂ ਬਚਿਆ, ਕੋਈ ਇੱਕ ਆਪਾਂ ਮਾਰਕ ਕਰਨਾ ਹੀ ਹੈ, ਤਾਂ ਮੈਂ ਤੁਹਾਨੂੰ ਹਿੰਟ ਵੀ ਦੱਸਤਾ। ਆਪਾਂ ਇਸ ਤਰੀਕੇ ਨਾਲ ਆਪਾਂ ਰਿਜ਼ਲਟ ਤੇ ਜਾ ਸਕਦੇ ਸੀ ਕਿ ਤੀਜੇ ਪੁਆਇੰਟ ਤੁਸੀਂ ਐਲੀਮੀਨੇਟ ਕਰ ਸਕਦੇ ਹੋ, ਕਿਉਂਕਿ এনवायरमेंट ਦੀ ਗੱਲ ਹੋ ਰਹੀ ਹੈ ਤਾਂ ਮੈਂ ਇਕਨੋਮਿਕ ਦੇ ਪੁਆਇੰਟ ਨੂੰ ਕੰਸੀਡਰ ਨਹੀਂ ਕਰਾਂਗੀ। ਚੌਥਾ ਪੁਆਇੰਟ ਜਿਹੜਾ ਉਹ ਸਹੀ ਹੈ ਕਿ ਜਿਹੜੇ ਕੋਲ ਤੇ ਨਾਨ ਕੋਲ ਮਿਨਰਲ ਪ੍ਰੋਸਪੈਕਟਿੰਗ ਨੇ ਉਹਨਾਂ ਨੂੰ ਵੀ ਕੀ ਹੈ ਹੁਣ এনवायरमेंटल ਕਲੀਅਰੈਂਸ ਜਿਹੜਾ ਉਹ ਲੈਣਾ ਪਵੇਗਾ। ਨੈਕਸਟ ਕੁਐਸਚਨ ਹੈ ਡੀਕਾਰਬਨਾਈਜ਼ਿੰਗ ਟਰਾਂਸਪੋਰਟ ਇਨ ਇੰਡੀਆ, ਜਿਹੜਾ ਪ੍ਰੋਜੈਕਟ ਹੈ ਉਹ ਨੀਤੀ ਆਯੋਗ ਨੇ ਹੁਣੇ ਲਾਂਚ ਕੀਤਾ। ਆ ਦੇਖੋ ਜੂਨ 2020 ਦੀ ਖਬਰ ਹੈ ਇਹ। ਕਿਹਦੇ ਨਾਲ ਮਿਲ ਕੇ ਲਾਂਚ ਕੀਤਾ ਨੀਤੀ ਆਯੋਗ ਨੇ, ਇੰਟਰਨੈਸ਼ਨਲ ਟਰਾਂਸਪੋਰਟ ਫੋਰਮ ਦੇ ਨਾਲ ਮਿਲ ਕੇ ਚੂਜ਼ ਕੀਤਾ ਇਹ ਵਾਲਾ ਪ੍ਰੋਜੈਕਟ। ਹੁਣ ਤੁਸੀਂ ਇਹਦੇ ਵਿੱਚੋਂ ਦੇਖ ਲਓ, ਪਹਿਲਾਂ ਦੇਖ ਲਓ ਆਪਾਂ ਲੱਭਣਾ ਕੀ ਹੈ, ਆਪਾਂ ਇਨਕਰੈਕਟ ਫਾਈਂਡ ਕਰਨਾ ਹੈ ਇਹਨਾਂ ਚਾਰਾਂ ਵਿੱਚੋਂ। ਤੁਸੀਂ ਦੱਸਣਾ ਹੈ ਇਨਕਰੈਕਟ ਕਿਹੜੀ ਹੈ। ਇਹ ਤਾਂ ਹੁਣ ਤੁਹਾਨੂੰ ਪੜ੍ਹੀ ਹੋਈ ਨਿਊਜ਼ ਹੋਣੀ ਚਾਹੀਦੀ ਸੀ, ਇਹਦੇ ਵਿੱਚ ਅਸੀਂ ਗੈਸ ਨਹੀਂ ਕਰ ਸਕਦੇ, ਠੀਕ ਹੈ। ਇਹਦਾ ਜਿਹੜਾ ਸਹੀ ਆਨਸਰ ਹੈ ਨਾ ਉਹ ਹੈ ਸੀ। ਕਿਉਂ ਹੈ? ਕਿਉਂਕਿ ਇੰਡੀਆ ਜਿਹੜਾ ਹੈ ਉਹਦਾ ਮੈਂਬਰ ਹੈ, ਅਜ਼ਰਬਾਈਜਾਨ ਇਹਦਾ ਮੈਂਬਰ ਹੈ, ਮੋਰੋਕੋ ਇਹਦਾ ਮੈਂਬਰ ਹੈ, ਪਰ ਨਾਈਜੀਰੀਆ ਇਹਦਾ ਮੈਂਬਰ ਨਹੀਂ ਹੈ। ਨਾਈਜੀਰੀਆ ਨਹੀਂ ਹੈ, ਇਹਦੀ ਜਗ੍ਹਾ ਅਰਜਨਟੀਨਾ ਇਹਦਾ ਮੈਂਬਰ ਹੈ। ਚਲੋ ਇੱਕ ਗੈਸ ਥੋੜਾ ਹੋਰ ਲਗਾ ਲਈਏ ਇੰਟੈਲੀਜੈਂਟ, ਜੇ ਕਿਸੇ ਬੱਚੇ ਨੂੰ ਨਹੀਂ ਆਉਂਦਾ ਇਹ ਕੁਐਸਚਨ। ਦੇਖੋ ਇਹ ਐਕਚੁਅਲ ਦੇ ਵਿੱਚ ਪ੍ਰੋਜੈਕਟ ਹੈਗਾ ਕੀ ਹੈ, ਇਹਦੇ ਵਿੱਚ ਅਸੀਂ ਕੀ ਕਰਾਂਗੇ, ਜਿਹੜਾ ਆਪਣਾ ਟਰਾਂਸਪੋਰਟ ਸਿਸਟਮ ਹੈ ਨਾ ਉਹਨੂੰ ਡੀਕਾਰਬਨਾਈਜ਼ ਕਰਾਂਗੇ। ਮਤਲਬ ਮੈਂ ਇਹਦੀ ਜਗ੍ਹਾ ਇਲੈਕਟ੍ਰਿਕ ਵਹੀਕਲ ਚਲਾਵਾਂਗੀ ਤਾਂ ਕਿ ਮੈਨੂੰ ਕਾਰਬਨ ਦਾ ਯੂਜ਼ ਨਾ ਕਰਨਾ ਪਵੇ, CO2 ਦਾ ਐਮਿਸ਼ਨ ਘੱਟ ਹੋਵੇ, ਸਮਝ ਗਏ। ਹੁਣ ਨਾਈਜੀਰੀਆ ਬਹੁਤ ਗਰੀਬ ਕੰਟਰੀ ਹੈ ਆਲਰੇਡੀ, ਨਾਈਜੀਰੀਆ ਦੇ ਵਿੱਚ ਇਕਨੋਮੀ ਇੰਨੀ ਜ਼ਿਆਦਾ ਡਿਵੈਲਪ ਨਹੀਂ ਹੈਗੀ। ਉੱਥੇ ਉਹ ਜੇ ਹੁਣ ਇਲੈਕਟ੍ਰਿਕ ਵਹੀਕਲ ਜਨਰੇਟ ਕਰਨ ਬੈਠੇ ਤਾਂ ਉਹਨਾਂ ਦੀ ਵਿਚਾਰੇ ਦੀ ਤਾਂ ਇਕਨੋਮੀ ਖਰਾਬ ਹੋ ਜੂਗੀ। ਉਹਨਾਂ ਦੀ ਕੰਡੀਸ਼ਨ ਤਾਂ ਆਲਰੇਡੀ ਵਧੀਆ ਨਹੀਂ ਹੈਗੀ, ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਉਹ ਲੜਦੇ ਰਹਿੰਦੇ ਨੇ, ਠੀਕ ਹੈ। ਇਸ ਕਰਕੇ ਮੈਂ ਇੱਥੋਂ ਥੋੜਾ ਜਿਹਾ ਹਿੰਟ ਲੈ ਕੇ ਸੋਚ ਸਕਦੀ ਹਾਂ ਕਿ ਨਾਈਜੀਰੀਆ ਮੇ ਵੀ ਇਹਨਾਂ ਦਾ ਪਾਰਟ ਨਾ ਹੋਵੇ। ਬਾਕੀ ਇਦਾਂ ਦੇ ਕੁਐਸਚਨ ਵਿੱਚ ਗੈਸ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਇਦਾਂ ਦੇ ਕੁਐਸਚਨ ਨੂੰ ਪੜ੍ਹਿਆ ਹੋਵੇ ਤਾਂ ਹੀ ਤੁਸੀਂ ਇਹਨੂੰ ਅਟੈਂਪਟ ਕਰ ਸਕਦੇ ਹੋ। ਪਰ ਹੁਣ ਤੁਹਾਨੂੰ ਪਤਾ ਨੈਗੇਟਿਵ ਮਾਰਕਿੰਗ ਨਹੀਂ ਹੈ। ਜੇ ਮੈਂ ਇੰਟੈਲੀਜੈਂਟ ਗੈਸ ਦਾ ਤੁਹਾਨੂੰ ਤਰੀਕਾ ਥੋੜਾ ਜਿਹਾ ਦੱਸਤਾ, ਤੁਸੀਂ ਇਦਾਂ ਕਰ ਸਕਦੇ ਸੀਗੇ, ਠੀਕ ਹੈ। ਇਹਦਾ ਆਨਸਰ ਐਕਚੁਅਲ ਦੇ ਵਿੱਚ ਵੀ ਸੀ ਹੀ ਹੈ। 10th ਕੁਐਸਚਨ ਕੀ ਕਹਿੰਦਾ ਹੈ ਕਿ ਯੂਨਾਈਟਿਡ ਨੇਸ਼ਨ এনवायरमेंट ਪ੍ਰੋਗਰਾਮ ਤੇ ਇੰਟਰਨੈਸ਼ਨਲ એનર્ਜੀ ਏਜੰਸੀ ਨੇ ਇੱਕ ਪ੍ਰੋਗਰਾਮ ਲਾਂਚ ਕੀਤਾ ਜਿਹਦਾ ਨਾਮ ਕੀ ਹੈ, ਕੂਲਿੰਗ ਐਮਿਸ਼ਨਸ ਐਂਡ ਪਾਲਿਸੀ ਸਿੰਥੇਸਿਸ ਰਿਪੋਰਟ। ਇਹ ਰਿਪੋਰਟ ਜਿਹੜੀ ਹੈ ਲਾਂਚ ਹੋਈ। ਤੁਸੀਂ ਕਰੈਕਟ ਸਟੇਟਮੈਂਟ ਦੱਸਣੀ ਹੈ ਇਸ ਰਿਪੋਰਟ ਬਾਰੇ। ਦੇਖੋ ਸਾਡੇ ਕੋਲ ਜਿਹੜਾ ਕੁਐਸਚਨ ਹੈ ਨਾ ਉਹਦੇ ਵਿੱਚ ਵੀ ਹਿੰਟ ਇਦਾਂ ਦੇ ਹੁੰਦੇ ਨੇ
ਹੁਣ ਤੁਹਾਨੂੰ ਨਾਇਬ ਵਾਸਤੇ ਤੁਹਾਡੇ ਪਟਵਾਰੀ ਵਾਸਤੇ ਤੁਹਾਨੂੰ ਇਦਾਂ ਆ ਸਕਦਾ ਹੈ ਕਿ ਕੂਲਿੰਗ ਐਮਿਸ਼ਨ ਤੇ ਪਾਲਿਸੀ ਸਿੰਥੇਸਿਸ ਰਿਪੋਰਟ ਜਿਹੜੀ ਹੈ ਉਹ ਕਿਹੜੀ ਆਰਗੇਨਾਈਜੇਸ਼ਨ ਲਾਂਚ ਕਰਦੀ ਹੈ, ਤਾਂ ਕਿਹੜੀ ਕਰਦੀ ਹੈ, ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਪ੍ਰੋਗਰਾਮ ਲਾਂਚ ਕਰਦੀ ਹੈ, ਕਿਹਦੇ ਨਾਲ ਮਿਲ ਕੇ, ਇੰਟਰਨੈਸ਼ਨਲ એનર્ਜੀ ਏਜੰਸੀ ਦੇ ਨਾਲ ਮਿਲ ਕੇ। ਹੁਣ ਜੇ ਇਹ ਸਾਰੀਆਂ ਚੀਜ਼ਾਂ ਪੰਜਾਬ ਪੀਸੀਐਸ ਪੁੱਛ ਚੁੱਕਿਆ ਹੈ ਨਾ, ਤਾਂ ਤੁਹਾਨੂੰ ਇਹਨਾਂ ਦੇ ਹੈੱਡਕੁਆਟਰ ਵੀ ਤੁਸੀਂ ਪੜ੍ਹਨੇ ਨੇ ਕਿ ਯੂਨਾਈਟਿਡ ਨੇਸ਼ਨ ਦਾ ਕਿੱਥੇ ਹੈ, ਇਹਦਾ ਕਿੱਥੇ। ਕਮੈਂਟ ਸੈਕਸ਼ਨ 'ਚ ਪਲੀਜ਼ ਮੈਂਸ਼ਨ ਕਰੋ ਜੇ ਤੁਹਾਨੂੰ ਪਤਾ ਹੈ, ਕਿਉਂਕਿ ਜੋ ਚੀਜ਼ ਉਹਨਾਂ ਨੇ ਪੁੱਛ ਲਈ ਨਾ ਅਸੀਂ ਉਹਨਾਂ ਵਿੱਚੋਂ ਵੀ ਕੁਐਸਚਨ ਕੱਢਣੇ ਨੇ ਕਿ ਹਾਂ ਇਦਾਂ ਆ ਸਕਦਾ ਹੈ ਸਾਡੇ ਆਉਣ ਵਾਲੇ ਪੇਪਰਾਂ ਦੇ ਵਿੱਚ, ਠੀਕ ਹੈ। ਹੁਣ ਤੁਸੀਂ ਮੈਨੂੰ ਦੱਸਣਾ ਹੈ ਕਰੈਕਟ ਸਟੇਟਮੈਂਟ ਕਿਹੜੀ ਹੈ ਰਿਪੋਰਟ ਦੇ ਬਾਰੇ। ਐਕਚੁਅਲ ਦੇ ਵਿੱਚ ਇਹ ਰਿਪੋਰਟ ਹੈਗੀ ਕੀ ਹੈ ਕਿ ਕੂਲਿੰਗ ਐਮਿਸ਼ਨ ਦਾ ਮਤਲਬ ਕੀ ਹੋਇਆ ਕਿ ਜਿੱਦਾਂ ਆਪਾਂ ਏਸੀ ਵਗੈਰਾ ਯੂਜ਼ ਕਰਦੇ ਹਾਂ ਹਨਾ, ਉਹਦੇ ਨਾਲ ਵੀ ਐਮਿਸ਼ਨਸ ਹੁੰਦੇ ਨੇ, এনवायरमेंट ਨੂੰ ਥੋੜਾ ਬਹੁਤਾ ਹਾਰਮ ਹੁੰਦਾ ਹੈ, ਉਹਦੇ ਵਾਸਤੇ ਇਹ ਰਿਪੋਰਟ ਕੱਢੀ ਗਈ, ਉਹਦੀ ਸਟੱਡੀ ਵਾਸਤੇ ਇਹ ਰਿਪੋਰਟ ਕੱਢੀ ਗਈ। ਮੈਂ ਕਰੈਕਟ ਫਾइंड ਆउट ਕਰਨਾ ਹੈ। ਪਹਿਲੀ ਸਟੇਟਮੈਂਟ ਕੀ ਹੈ ਕਿ ਇਹ ਅਸੈਸਮੈਂਟ ਕਰੇਗੀ ਡਿਵੈਲਪਮੈਂਟ ਤੇ ਕਲਾਈਮੇਟ ਬੈਨੀਫਿਟ ਦਾ, ਠੀਕ ਹੈ, ਆਫ ਐਫੀਸ਼ੀਐਂਟ ਐਂਡ ਕਲਾਈਮੇਟ ਫ੍ਰੈਂਡਲੀ ਕੂਲਿੰਗ। मतलब ਇਹ ਅਸੈਸ ਕਰੇਗੀ ਕਿ ਕਲਾਈਮੇਟ ਫ੍ਰੈਂਡਲੀ ਕੂਲਿੰਗ ਜਿਹੜੀ ਉਹਦੀ ਡਿਵੈਲਪਮੈਂਟ ਕਿੰਨੀ ਹੋਈ ਹੈ। मतलब ਜਿਹੜੇ ਹੁਣ ਏਸੀ ਵੀ ਬਣ ਰਹੇ ਨੇ ਉਹਨਾਂ ਦੀ ਰੇਟਿੰਗਸ ਵੀ ਇਸ ਹਿਸਾਬ ਨਾਲ ਮਿਲ ਰਹੀਆਂ ਨੇ ਕਿ এনवायरमेंट ਦੇ ਵਿੱਚ ਕਿੰਨੀਆਂ ਹਾਰਮਫੁਲ ਗੈਸਿਸ ਛੱਡ ਰਹੇ ਨੇ ਜਾਂ ਨਹੀਂ ਛੱਡ ਰਹੇ, ਠੀਕ ਹੈ। ਹੁਣ ਇਹ ਚੀਜ਼ ਇਹ ਪੱਕਾ ਇਹਨੇ ਅਸੈਸ ਕੀਤੀ ਹੋਊਗੀ ਕਿਉਂਕਿ ਇਹਦਾ ਪਰਪਸ ਹੀ ਇਹ ਹੈ ਕਿ ਕੂਲਿੰਗ ਐਮਿਸ਼ਨ ਨੂੰ ਸਟੱਡੀ ਕਰਨਾ, ਇਹਨੇ ਇਹ ਚੀਜ਼ ਕੀਤੀ ਹੈ। ਸੈਕਿੰਡ ਪੁਆਇੰਟ ਕੀ ਕਹਿ ਰਿਹਾ ਹੈ, ਸੈਕਿੰਡ ਪੁਆਇੰਟ ਕਹਿ ਰਿਹਾ ਹੈ ਕਿ ਇਹ ਜਿਹੜਾ ਹੈ ਇਦਾਂ ਦੇ ਐਕਸ਼ਨਸ ਇਹ ਸਾਨੂੰ ਪ੍ਰੋਵਾਈਡ ਕਰੇਗੀ ਜਿਹਦੇ ਨਾਲ ਅਸੀਂ ਕਲਾਈਮੇਟ ਫ੍ਰੈਂਡਲੀ ਕੂਲਿੰਗ ਤੇ ਡਿਲੀਵਰੀ ਜਿਹੜੀ ਹੈ ਉਸ ਕੂਲਿੰਗ ਦੀ ਉਹ ਸਾਰਿਆਂ ਨੂੰ ਦੇ ਸਕੀਏ। मतलब साडा पर्पस हुण वर्ल्ड लेवल ते की है कि असी लोकां नूं ये दसना है कि सिर्फ एसी लगा के भी असी जो सोचिए क्लाइमेट नूं हार्म नहीं हुंदा तो हो रहा है, इस करके असी क्लाइमेट फ्रेंडली कूलिंग दे जरिए अपनाने ने। किद्दां अपना सकदे ने, तुहानूं पता है साउथ दे विच एक्चुअल जी तुहानूं जे पता होवे ना उत्थे उन्होंने की कीता सीगा मिट्टी दे घड़े वगैरह यूज करके ना एक ठंडा कूलर टाइप बनाया सी, ठीक है, मड कूलर जिन्हों आपां कह सकदे हां। हुण इह तां इहदे नाल कोई हार्मफुल गैस जनरेट नहीं हो रही, इस करके इदा दे आपां कूलिंग मतलब क्लाइमेट फ्रेंडली कूलिंग आपां अडॉप्ट करनी है, ਇਹਦਾ पर्पस है। ਇਹ पॉइंट भी बिल्कुल सही है, ठीक है। ਇਹਦਾ आंसर ਕੀ ਹੈ सी, दोनों ही पॉइंट बिल्कुल सही ने। ਇਹ जुलाई ਦੇ ਵਿੱਚ ਨਾ ਨਿਊਜ਼ ਦੇ ਵਿੱਚ ਵੀ ਸੀਗਾ ਤੇ ਹੁਣ ਇਹ ਰਿਪੋਰਟ ਜਿਹੜੀ ਰਿਲੀਜ਼ ਹੋਈ ਤੇ ਰਿਪੋਰਟ ਤਾਂ ਨਿਊਜ਼ ਦੇ ਪੇਪਰ ਦੇ ਵਿੱਚ ਬਹੁਤ ਵਾਰ ਆਈ ਹੈ, ਇਸ ਕਰਕੇ ਕੁਐਸਚਨ ਜਿਹੜਾ ਫਰੇਮ ਹੋਇਆ, ਦੋਨੋਂ ਹੀ ਪੁਆਇੰਟ ਸਹੀ ਨੇ। 11ਵਾਂ ਕੁਐਸਚਨ ਕੀ ਕਹਿੰਦਾ ਹੈ ਕਿ ਕਿਹੜੀ ਸਟੇਟਮੈਂਟ ਕਰੈਕਟ ਹੈ ਅਬਾਊਟ ਦਾ ਵਰਚੁਅਲ ਵਾਟਰ ਟ੍ਰੇਡ। वर्चुअल वाटर ट्रेड ਦੀ ਜਿਹੜੀ ਨਿਊਜ਼ ਹੈ ਨਾ ਫਰਵਰੀ ਦੇ ਵਿੱਚ ਨਿਊਜ਼ ਦੇ ਵਿੱਚ ਚੱਲ ਰਿਹਾ ਸੀ, ਟਾਈਮਜ਼ ਆਫ ਇੰਡੀਆ ਦੇ ਵਿੱਚ ਇਹਦਾ ਆਰਟੀਕਲ ਵੀ ਆਇਆ ਸੀ। ਤੁਸੀਂ ਕੀ ਦੱਸਣਾ ਹੈ, ਕਰੈਕਟ ਸਟੇਟਮੈਂਟ ਦੱਸਣੀ ਹੈ। ਹੁਣ ਵਰਚੁਅਲ ਵਾਟਰ ਟ੍ਰੇਡ ਸਪੋਜ਼ਿੰਗਲੀ ਤੁਸੀਂ ਨਹੀਂ ਵੀ ਪੜਿਆ, ਮੈਂ ਮੰਨ ਲਿਆ, ਠੀਕ ਹੈ। ਮੈਨੂੰ ਬਸ ਇੱਕ ਚੀਜ਼ ਦੱਸੋ, ਜੇ ਨਹੀਂ ਵੀ ਪੜਿਆ ਤਾਂ ਤੁਹਾਨੂੰ ਇੱਕ ਚੀਜ਼ ਪਤਾ ਹੋਏਗਾ ਪੰਜਾਬ ਪੀਸੀਐਸ ਦਾ ਟ੍ਰੈਂਡ ਹੀ ਹੈ ਹਮੇਸ਼ਾ ਤੋਂ ਇਹ ਹੈੱਡਕੁਆਟਰ ਤਾਂ ਪੁੱਛਦੇ ਹੀ ਨੇ ਨਾ ਹਰ ਇੱਕ ਚੀਜ਼ ਦੇ, ਕਦੀ ਯੂਐਨ ਦਾ ਪੁੱਛ ਲਿਆ, ਕਦੀ ਆਈਐਮਐਫ ਦਾ ਪੁੱਛ ਲਿਆ। ਤੁਸੀਂ ਇਹ ਚੀਜ਼ ਤਾਂ ਪੱਕਾ ਹੀ ਪੜ੍ਹ ਕੇ ਗਏ ਹੋਵੋਗੇ ਆਪਣੇ ਪੇਪਰ ਦੇ ਵਿੱਚ ਤੇ ਪੇਪਰ ਅਨਐਕਸਪੈਕਟਡ ਆ ਗਿਆ ਇੰਨਾ ਵੱਡਾ ਹਨਾ। ਪਰ ਹੁਣ ਇਹਦੇ ਵਿੱਚ ਤੁਸੀਂ ਦੇਖੋ ਇਹਨਾਂ ਨੇ ਇੱਕ ਸਟੇਟਮੈਂਟ ਇਦਾਂ ਦੀ ਪਾਈ ਹੈ ਹੈੱਡਕੁਆਟਰ ਵਾਲੀ। ਤੀਜੀ ਸਟੇਟਮੈਂਟ ਦੇਖੋ, ਵਰਲਡ ਵਾਟਰ ਕਾਉਂਸਿਲ ਦਾ ਇਹਨਾਂ ਨੇ ਹੈੱਡਕੁਆਟਰ ਕਿੱਥੇ ਕਿਹਾ ਹੈ ਕਿ ਫਰਾਂਸ ਦੇ ਵਿੱਚ ਹੈ, ਮਾਰਜ਼ੇਲੇ ਦੇ ਵਿੱਚ। ਹੁਣ ਜੇ ਮੈਨੂੰ ਇਹ ਪਤਾ ਹੋਏਗਾ ਨਾ ਮੈਂ ਆਪਣੇ ਹੈੱਡਕੁਆਟਰ ਦਾ ਸੈਕਸ਼ਨ ਪ੍ਰਿਪੇਅਰ ਕੀਤਾ ਹੋਏਗਾ ਪਹਿਲਾਂ ਤੋਂ ਹੀ ਤਾਂ ਮੈਂ ਇਸ ਪੁਆਇੰਟ ਦੇ ਥਰੂ ਆਨਸਰ ਤੇ ਜਾ ਸਕਦੀ ਸੀ। ਤੀਜਾ ਪੁਆਇੰਟ ਜਿਹੜਾ ਬਿਲਕੁਲ ਸਹੀ ਹੈ, ਹੈੱਡਕੁਆਟਰ ਸਹੀ ਜਗ੍ਹਾ ਤੇ ਹੈ। ਜੇ ਤੀਜਾ ਪੁਆਇੰਟ ਸਹੀ ਹੈ ਤਾਂ ਮੇਰੇ ਕੋਲ ਇੱਕੋ ਆਪਸ਼ਨ ਹੈ ਜਿਹਦੇ ਵਿੱਚ 3 ਮੈਂਸ਼ਨ ਹੈ, ਡੀ ਇਹਦਾ ਆਨਸਰ ਹੈ। ਮਤਲਬ ਬਚੇ ਹੋਏ 2 ਪੁਆਇੰਟਸ ਵੀ ਜਿਹੜੇ ਨੇ ਉਹ ਸਹੀ ਹੋ ਜਾਂਦੇ ਨੇ। ਪਹਿਲਾ ਪੁਆਇੰਟ ਕੀ ਕਹਿੰਦਾ ਹੈ ਕਿ ਇਹਦੇ ਵਿੱਚ ਇੰਪੋਰਟ ਤੇ ਐਕਸਪੋਰਟ ਹੁੰਦਾ ਹੈ ਹਿਡਨ ਵਾਟਰ ਦਾ। ਹਿਡਨ ਵਾਟਰ ਦਾ ਮਤਲਬ ਜਦੋਂ ਆਪਾਂ ਆਪਣੀ ਕੋਈ ਵੀ ਮਤਲਬ ਮਸ਼ੀਨਰੀ ਜਾਂ ਟੈਕਸਟਾਈਲ ਕੋਈ ਵੀ ਆਪਾਂ ਜਨਰੇਟ ਕਰਦੇ ਹਾਂ, ਕ੍ਰੌਪ ਜਿੱਦਾਂ ਹੁਣ ਮੈਂ ਐਗਰੀਕਲਚਰ ਦੀ ਕੋਈ ਕ੍ਰੌਪ ਹੈ ਹੁਣ ਮੈਂ ਫੋਰਨ ਐਕਸਪੋਰਟ ਕਰ ਰਹੀ ਹਾਂ, ਉਹਦੇ ਵਿੱਚ ਇੱਕ ਵਰਚੁਅਲ ਵਾਟਰ ਵੀ ਤਾਂ ਹੈਗਾ ਹੀ ਹੈ ਨਾ ਕਿਉਂਕਿ ਮੈਂ ਪਾਣੀ ਯੂਜ਼ ਕੀਤਾ ਹੋਏਗਾ ਹਨਾ। ਉਹਦੇ ਵਿੱਚ ਉਹ ਹਿਡਨ ਵਾਟਰ ਜਿਹੜਾ ਕਿ ਪ੍ਰੋਡਕਟ ਦੇ ਵਿੱਚ ਹੀ ਚਲਾ ਗਿਆ ਉਹਨੂੰ ਆਪਾਂ ਕਹਿੰਦੇ ਆ ਵਰਚੁਅਲ ਵਾਟਰ ਟ੍ਰੇਡ। ਇਹ ਹਿਡਨ ਵਾਟਰ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੈ, ਚਾਹੇ ਟੈਕਸਟਾਈਲ ਦੀ ਫਾਰਮ 'ਚ ਚੱਲ ਜਾਵੇ, ਕ੍ਰੌਪ ਦੀ ਫਾਰਮ 'ਚ ਚੱਲ ਜਾਵੇ, ਲਾਈਵ ਸਟਾਕ ਦੀ ਫਾਰਮ 'ਚ ਚੱਲ ਜਾਵੇ। ਇਹ ਪੁਆਇੰਟ ਬਿਲਕੁਲ ਸਹੀ ਹੈ। ਸੈਕਿੰਡ ਕਨਸੈਪਟ ਇਹਨਾਂ ਨੇ ਇੰਟਰੋਡਿਊਸ ਕੀਤਾ, ਟੋਨੀ ਐਲਨ ਨੇ ਕੀਤਾ। ਹੁਣ ਦੇਖੋ ਇੰਨਾ ਡੈਪਥ 'ਚ ਕੋਈ ਨਹੀਂ ਪੜਦਾ ਕਿ ਕਨਸੈਪਟ ਇਹਨਾਂ ਨੇ ਕੀਤਾ, ਕਦੋਂ ਕੀਤਾ ਹਨਾ। ਜੇ ਤੁਸੀਂ ਨਹੀਂ ਪੜਿਆ ਹੋਏਗਾ ਤਾਂ ਸਿੱਧਾ ਤੀਜੀ ਸਟੇਟਮੈਂਟ ਦੇਖੋ। ਜੇ ਤੁਹਾਨੂੰ ਪਤਾ ਹੈ ਨਾ ਹੈੱਡਕੁਆਟਰ ਕਿੱਥੇ ਹੈ ਤੁਸੀਂ ਤੀਜੇ ਦੇ ਥਰੂ ਇਸ ਕੁਐਸਚਨ ਨੂੰ ਸੋਲਵ ਕਰ ਸਕਦੇ ਸੀ। ਸੈਕਿੰਡ ਸਟੇਟਮੈਂਟ ਤੁਹਾਡਾ ਵਹਿਮ ਕ੍ਰੀਏਟ ਕਰਨ ਵਾਸਤੇ, ਤੁਹਾਨੂੰ ਡਰਾਉਣ ਵਾਸਤੇ ਵੀ ਪਾਈ ਹੋ ਸਕਦੀ ਹੈ। ਕਦੀ ਵੀ ਕੁਐਸਚਨ ਨੂੰ ਜਦੋਂ ਪੜੋ ਤੁਸੀਂ ਆਪਾਂ ਹਮੇਸ਼ਾ ਪਹਿਲੀ ਸਟੇਟਮੈਂਟ ਤੋਂ ਪੜਾਂਗੇ। ਹੁਣ ਮੈਂ ਤਾਂ ਪੇਪਰ ਪਹਿਲਾਂ ਸਟੱਡੀ ਕੀਤਾ ਹੈ ਨਾ, ਮੈਂ ਤਾਂ ਤੀਜੀ ਤੇ ਚਲੇਗੀ। ਤੁਸੀਂ ਪਹਿਲੀ ਸਟੇਟਮੈਂਟ ਪੜ੍ਹੀ, ਤੁਹਾਨੂੰ ਨਹੀਂ ਪਤਾ ਜਾਂ ਪਤਾ ਵੀ ਇਹ ਠੀਕ ਹੈ, ਤੁਸੀਂ ਦੂਸਰੀ ਪੜ੍ਹ ਕੇ ਡਰ ਜਾਓਗੇ ਕਿਉਂਕਿ ਤੁਸੀਂ ਟੋਨੀ ਐਲਨ ਬਾਰੇ ਤਾਂ ਪੜ੍ਹਿਆ ਹੀ ਨਹੀਂ। ਇਹ ਸਟੇਟਮੈਂਟ ਤੁਹਾਨੂੰ ਕਨਫਿਊਜ਼ ਕਰਨ ਵਾਸਤੇ ਹੈ ਐਕਚੁਅਲ ਦੇ ਵਿੱਚ। ਇਹਨੂੰ ਦੇਖ ਕੇ ਨਾ ਡਰਨਾ ਨਹੀਂ ਕਿ ਯਾਰ ਇਹ ਕੁਐਸਚਨ ਤਾਂ ਮੇਰੇ ਤੋਂ ਹੋਣਾ ਹੀ ਨਹੀਂ ਹੈ, ਐਦਾਂ ਨਹੀਂ ਸੋਚਣਾ ਬਿਲਕੁਲ ਵੀ। ਤੀਜੀ ਸਟੇਟਮੈਂਟ ਪੜੋ ਹਮੇਸ਼ਾ। ਦੂਜੀ ਇੱਕ ਅੱਧੀ ਸਟੇਟਮੈਂਟ ਜੇ ਇਦਾਂ ਦੀ ਆ ਜਾਵੇ ਨਾ ਕਿ ਯਾਰ ਮੈਨੂੰ ਤਾਂ ਆਉਂਦੀ ਨਹੀਂ, ਮੈਂ ਕਿੱਦਾਂ ਕਰਾਂਗਾ ਜਾਂ ਮੈਂ ਕਿੱਦਾਂ ਕਰਾਂਗੀ, ਐਦਾਂ ਨਹੀਂ ਸੋਚਣਾ। ਅਗਲੀ ਸਟੇਟਮੈਂਟ ਤੇ ਜਾਓ, ਅਗਲੀ ਸਟੇਟਮੈਂਟ ਪੱਕਾ ਆਸਾਨ ਹੋਏਗੀ।
उस तो अगली ते जाओ, वो पक्का आसान होएगी। एक स्टेटमेंट एग्जामिनर इदां दी हमेशा पांदा है जिहड़ी सारिआं नूं आंदी हुंदी है तुहाडे स्टैटिक दे नाल रिलेटेड क्वेश्चन। इस करके इसे तरीके नाल फ्रेम करदे ने। सिर्फ माइंड गेम है, अपने माइंड चों डर कड्डो, बिल्कुल कॉन्फिडेंस दे नाल बैठो कि तुसीं जिन्ना पढ़िआ ना उहदे बेस ते पेपर क्लीयर कर सकदे हो। थर्ड स्टेटमेंट मैनूं पता सीगी कि काउंसिल कित्थे है, हैडक्वार्टर कित्थे है, बस जी मैनूं वो पता है ना, तो मैं आंसर ते पहुंच गई, डी ए दा आंसर। ठीक है, नेक्स्ट क्वेश्चन देखते हैं। 12वां क्वेश्चन की कहता है कि हुणे 15वां इंडिया यूरोपीयन यूनियन सबमिट होया। ठीक है, वर्चुअल मीडियम दे नाल होया क्योंकि कोविड चल रहा सीगा, वर्चुअली होया है। तुसीं करैक्ट स्टेटमेंट दसनी है इस सबमिट दी। देखो जुलाई दे विच सबमिट जिहड़ा न्यूज़पेपर्स भी कवर होया सी। करैक्ट स्टेटमेंट दसनी है। पहली स्टेटमेंट की कहंदी है? पहली स्टेटमेंट कहंदी है कि यह जिहड़ा इस सबमिट दे विच की है, इंडिया यूरोपीयन यूनियन स्ट्रेटेजिक पार्टनरशिप रोड मैप 2025 तक दा अडॉप्ट किया गया अगले 5 साल वास्ते। पॉइंट सही है बिल्कुल। सैकेंड की है कि रिसोर्स एफिशिएंसी वास्ते भी इन्होंने चीज अडॉप्ट की, सही है एकदम। जे मैं तीजी की गल करा, एक अग्रीमेंट जिहड़ा है साइन किया गया फॉर द पीसफुल यूज ऑफ न्यूक्लियर एनर्जी, ये भी पॉइंट बिल्कुल सही है, किया गया। तीजी जिहड़ी चौथी जिहड़ी चीज है ना गलत है। हुण देखो मैं सोचा कि मैनू ये क्वेश्चन नहीं आता, मैं मान लिया कि मैनू नहीं आता है ना। जे मैनू नहीं भी आता ना तो चौथी स्टेटमेंट नू देख के ना मैं इस क्वेश्चन नू थोड़ा जिहा 50-50 ते लेके जा सकदी सी। किद्दां जा सकदी सी? क्योंकि जे तुसीं न्यूज़पेपर रोज पढ़दे हो तुहानूं एक चीज पता होएगी, न्यूज़पेपर च रेगुलर ये आर्टिकल आए सीगे कि यूरोपीयन यूनियन ते सीबीआई जिहड़े ने ਉਹ ਕੀ ਲੱਭ ਰਹੇ ਨੇ, ਸੋਲੂਸ਼ਨ ਲੱਭ ਰਹੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਐਗਰੀਮੈਂਟ ਜਿਹੜਾ ਸਾਈਨ ਕਰੀਏ ਤਾਂ ਕਿ ਆਪਾਂ ਟੈਰਰਿਜ਼ਮ ਨੂੰ ਹਟਾ ਸਕੀਏ। ਠੀਕ ਹੈ, ਸੋਲੂਸ਼ਨ ਇਸ ਐਗਰੀਮੈਂਟ ਦਾ ਹਜੇ ਵੀ ਲੱਭਿਆ ਜਾ ਰਿਹਾ ਹੈ, ਇਹਨੂੰ ਹਜੇ ਵੀ ਸੋਲੂਸ਼ਨ ਤੇ ਲੈ ਕੇ ਨਹੀਂ ਜਾਇਆ ਜਾ ਸਕਿਆ। ਆ ਦੇਖੋ ਤੇ ਲਿਖਿਆ ਹੋਇਆ ਨਾ ਕਿ ਹਜੇ ਵੀ ਇਸ ਚੀਜ਼ ਉੱਤੇ ਵਰਕ ਹੋ ਰਿਹਾ ਹੈ। ਇਹ ਰੈਗੂਲਰ ਆਰਟੀਕਲ ਚੱਲ ਰਿਹਾ ਸੀ, ਇਹ ਆਰਟੀਕਲ ਨਵੰਬਰ ਚ ਵੀ ਆਇਆ ਸੀ, ਮਤਲਬ ਉਹ ਸਿਰਫ ਇਸ ਚੀਜ਼ ਨੂੰ ਡਿਸਕਸ ਕਰ ਰਹੇ ਸੀਗੇ। सबमिट ਦੇ ਵਿੱਚ ਇਹਦੇ ਉੱਤੇ ਫਾਈਨਲ ਡਿਸੀਜਨ ਨਹੀਂ ਹੋਇਆ, ਨਾ ਇਹ ਐਗਰੀਮੈਂਟ ਹਜੇ ਤੱਕ ਸਾਈਨ ਹੋਇਆ, बस इस एग्रीमेंट ते गल ही चल रही है। चौथा जी मैं पॉइंट हटा देवां तो आ भी गया ते आ भी गया। हुण मैं 50-50 ते पहुंची हां, इत्थे मैं पूरी तरह आंसर ते नहीं पहुंच पाई, इस करके मैनूं एक पॉइंट होर पता होना चाहिए। दूजा पॉइंट जिहड़ा है ना तुहानूं पता होना चाहिए कि रिसोर्स एफिशिएंसी ते सर्कल इकोनॉमी वास्ते भी इन्हां ने जिहड़ा है ओह एग्रीमेंट जिहड़ा है डिक्लेरेशन अडॉप्ट कर लई है। इहदा आंसर की है? सी है इहदा आंसर। ठीक है, 50-50 ते चले जाओ, थोड़ा कॉन्फिडेंस आ जाता है कि तुसीं हुण थोड़ा जिहा होर हिंट लगा सकदे हो। ठीक है, जे तुहानूं बाई चांस क्वेश्चन नहीं आंदा, अदरवाइज तो पढ़ाई तो सिवा कोई चारा नहीं है, पढ़ना तो सानू पैंदा ही है। तो एक चीज हमेशा ध्यान रखियो, न्यूज़पेपर जिहड़े ने ना बहुत जरूरी ने। एक पढ़ो, दो पढ़ो, तुसी कोई न्यूज़पेपर पढ़ो, एक ही पढ़ना बहुत है, पर पढ़ो उन्हें इस तरीके ना कि तुहाडी हर चीज कवर हो जाए, तुसी कोई चीज छड्डो नहीं। ठीक है, क्योंकि कोई भी न्यूज़पेपर जे अज जो न्यूज़ कवर नहीं कर रहा तो 4 दिन बाद उन्होंने आर्टिकल की फॉर्म विच कवर कर लेगा। इस करके ये ना सोचो कि इस न्यूज़पेपर ने ये नहीं कवर किया, ये नहीं किया, आ जाएगी उस न्यूज़पेपर च न्यूज़ आ जाएगी, पर तुसी सिर्फ पढ़ना है, उन्हें छड्डना नहीं है पढ़ना। नैक्सट क्वेश्चन की है कि यूनियन कैबिनेट ने हुणे न्यू एजुकेशन पॉलिसी 2020 जिहड़ी अप्रूव की। ਇਹਦੇ ਤੇ क्वेश्चन ਤਾਂ आना ही सी, कोई डाउट ही नहीं है। दसो कोई डाउट है इस ते क्वेश्चन नहीं आंदा? न्यू एजुकेशन पॉलिसी ਤਾਂ पक्का ही आनी सी है ना। हुणे न्यू एजुकेशन पॉलिसी जिहड़ी अप्रूव की गई, तुसीं दसना है करैक्ट स्टेटमेंट किहड़ी है इस एजुकेशन पॉलिसी वास्ते। ਇਹ क्वेश्चन ਦਾ आंसर जिहड़ा है ना एक्चुअल दे विच पंजाब पीसीएस वाले ने नहीं दिता। क्यों नहीं दिता? क्योंकि ਇਹਦੀਆਂ 5 ही स्टेटमेंट सही ने ते इदां दा कोई ऑप्शन नहीं है ਜਿਹਦੇ ਵਿੱਚ 1 2 3 4 एंड 5 लिखा होवे। पंजों ही स्टेटमेंट ਇਹਦੀਆਂ सही ने, इस करके मैं इस क्वेश्चन ਨੂੰ ਇਹ ਕਹਾਂਗੀ ਕਿ ਇਹ क्वेश्चन ਦੀਆਂ पंजों स्टेटमेंट सही ने। ਅਸੀਂ ਇਹਨਾਂ ਨੂੰ ਪੜ੍ਹਦੇ ਹਾਂ ਤੇ ਇਹਨਾਂ ਨੂੰ ਲਰਨ ਕਰ ਲੈਣੇ ਇੱਕ ਵਾਰ। पहली स्टेटमेंट बिल्कुल सही है कि 4% जीडीपी का कंपलसरी एलोकेशन ਜਿਹੜਾ ਵਾ एजुकेशन सैक्टर ਨੂੰ देना ही पएगा। दूजी कहती है कि अनकवर्ड एज ग्रुप जिहड़ा कि 3 ਤੋਂ 6 साल का हुंदा है, उन्होंने स्कूल दे विच आपां लैके आवांगे, स्कूल करिकुलम च लैके आवांगे। स्कूल करिकुलम का मतलब की हो गया कि स्कूल दे विच उन्हां दा एडमिशन जिहड़ा कराया जाएगा। 6 ਤੋਂ 14 साल तुहानूं पता है कि राइट टू एजुकेशन दे अंडर फ्री ने, है ना। जिहड़ी उस तो पहलां दी केयर सीगी वो फंडामेंटल ड्यूटी दे विच मैंशन कीती गई है। हुण पर की कीता जाएगा, 3 ਤੋਂ 6 साल के बच्चों वास्ते भी स्कूल का करिकुलम आ जाएगा, वो भी स्कूल च जाणगे। ठीक है, हुण आंगनवाड़ी च जाके बह जाण जां जिद्दां भी कह दो, ਆਪਾਂ स्कूल का करिकुलम ਉਹਨਾਂ ਵਾਸਤੇ भी लैके आवांगे। थर्ड पॉइंट बिल्कुल सही है कि हायर एजुकेशन वास्ते ਅਸੀਂ ग्रोस इनरोलमेंट रेशियो ਜਿਹੜਾ 50% करना है बाय 2030। चौथा पॉइंट बिल्कुल सही है, जेंडर इंक्लूजन फंड भी ਅਸੀਂ सैटअप करांगे। फिफ्थ पॉइंट भी सही है कि नैशनल एजुकेशन टैक्नोलॉजी फोरम ਜਿਹੜੀ है क्रिएट की जाएगी। ठीक है, ताकि फ्री एक्सचेंज हो सके आइडियाज़ का ਤੇ ਟੈਕਨੋਲੋਜੀ ਨੂੰ ਅਸੀਂ एजुकेशन ਦੇ ਵਿੱਚ ਲੈ ਕੇ ਆ ਸਕੀਏ फॉर एनहांसिंग द लर्निंग मैकेनिज्म। पंजों ही पॉइंट सही ने। ठीक है, तुसी ਇਹਦਾ बेस्ट आंसर जे लगाना होवे तां आई कांट हेल्प इट,
पर फिर भी तुसी डी लगा लो, पर क्योंकि ਇਹਦੇ ਵਿੱਚ 1 ਹੀ ਮੈਂਸ਼ਨ ਨਹੀਂ ਹੈ, पर 1 भी सही है, इस करके ਇਹਦਾ आंसर पंजाब पीसीएस ने भी मैंशन नहीं किया। पंजों ही स्टेटमेंट सही ने। पंजों स्टेटमेंट ते न्यू एजुकेशन पॉलिसी बहुत जरूरी है, मैं अपने टैलीग्राम चैनल ते भी पाई सी। ये पॉलिसी बहुत इंपॉर्टेंट है, इन्हू चंगी तरह पढ़ियो। नैक्सट क्वेश्चन की है, मिनिस्ट्री ऑफ अर्थ साइंस ने एक रिपोर्ट जिहड़ी है रिलीज की। उस रिपोर्ट का नाम की है, असैसमेंट ऑफ क्लाइमेट चेंज ओवर द इंडियन रीजन। हुण मैं तुहानूं एक चीज़ दसदी हां, ये रिपोर्ट बहुत ज़्यादा न्यूज़ दे विच रही, बहुत ही ज़्यादा हदों वध। क्यों रही? आ देखो आर्टिकल इहदा जून दे विच आया, फिर जुलाई च भी आया, हिंदू ने भी कवर किया सी, इंडियन एक्सप्रैस भी आई सी। क्योंकि एक्चुअल दे विच ना एक पहली इदां दी रिपोर्ट सीगी जिहने कि क्लाइमेट चेंज नूं असैस किया कि मतलब साडे डिफरेंट पार्ट्स ऑफ इंडिया दे विच किद्दां दा क्लाइमेट चेंज हो रहा है ना, ये रिपोर्ट उहदे वास्ते सीगी। हुण तुसीं दसना है कि किहड़ी स्टेटमेंट इहदे वास्ते सही है, ट्रू स्टेटमेंट दसणियां ने। पहली स्टेटमेंट देखो, ये सब तो पहला अटैम्प्ट सीगा जिहदे विच असीं क्लाइमेट चेंज असैस करांगे इन डिफरेंट पार्ट्स ऑफ इंडिया। बिल्कुल सही पॉइंट है, मैं तुहानूं हुणे चीज़ दसी, ठीक है। दूजी चीज़ जिहड़ी है की कहंदी है कि इहदे विच ऑब्जर्व ते प्रोटेक्टेड चेंजिस जिहड़े ने, प्रोजेक्टेड चेंजिस क्लाइमेट दे, वो देखे जाणगे। फिर उस तो बाद उन्हां दे इंपैक्ट भी स्टडी किया जाऊगा कि क्लाइमेट किद्दां चेंज हो रहा है। फिर डिफरेंट एक्शन ले जाणगे जिहदे नाल असीं उस क्लाइमेट चेंज नूं की कर सकीए, हैंडल कर सकीए। ये भी पॉइंट बिल्कुल सही है। हुण देखो मैं एक चीज़ होर मान लैनी हां, तुसीं इस रिपोर्ट बारे बाई चांस नहीं पढ़िया ना, तो इहदे विच तुसीं तीजी स्टेटमेंट देखो। तीजी स्टेटमेंट है दी गलत है। जे तुसीं हैडक्वार्टर पढ़े होगे ना, तो इंडियन इंस्टीट्यूट ऑफ ट्रॉपिकल मेटेरोलॉजी का जिहड़ा हैडक्वार्टर है ना, कोयंबटूर दे विच नहीं है, वो कित्थे है? पुणे दे विच है। ये पॉइंट गलत है, तीजा पॉइंट हटा दो। हुण मैं जदों तीजा पॉइंट हटाया, मेरे को 2 पॉइंट बचे। दूजा पॉइंट चलो मैं मन्निया मैनूं नहीं पता, पर मैं तुहानूं पहला पॉइंट तो पता होएगा। ये रिपोर्ट बारे तुसीं किते कुछ नहीं पढ़िया, पर इदां दा कुछ एक अद्धी लाइन तो पढ़ी होएगी ना कि पहली बार इदां दी चीज़ कीती जा रही है। न्यूज़ दे विच बहुत ज़्यादा चल रहा सीगा, खबरां दे विच बहुत आया ये। हुण तुसीं खबरां ही देखियां, हुण तुहानूं पता होवे कि पहली बार आपां इदां दा डॉक्यूमेंट लैके आ रहे हैं जिहदे नाल असीं क्लाइमेट चेंज देखांगे अपने कंट्री दे विच। ये पॉइंट जे तुहानूं पता है ना, तुसीं आंसर ते आ जाओगे। पहला इहदा सही आंसर है, 1 और 2 जिहड़े ने वो दोनों ही सही ने। तीजा गलत है क्योंकि इहदा हैडक्वार्टर पुणे दे विच है, कोयंबटूर दे विच नहीं है। नैक्सट क्वेश्चन आशा वर्कर बारे है। एक कम्यूनिटी बेस्ड फंक्शनरी ने किहदे अंडर? नेशनल रूरल हैल्थ मिशन दे अंडर, ठीक है। हुण ये हैल्थ केयर सर्विस दी डिलीवरी नूं की करदे ने? सपोर्ट करदे ने, घरां घरां तक हैल्थ केयर दी सर्विस लैके जांदे ने। पिंडां विच जिद्दां लोकी नहीं अवेयर हैल्थ सर्विस वास्ते, उन्हां नूं ये की करदे ने? एक्टिव बनांदे ने हैल्थ डोमेन दे विच कि वो जाण पाण कि साडे देश विच की चल रहा है, कि हैल्थ दी फैसिलिटीज आपां किद्दां एक्वायर कर सकदे हां। तुसीं दसना है कि इन्हां दी प्राइमरी ड्यूटीज की ने आशा वर्कर दीयां। तुहाडे कोल किन्ने ऑप्शन ने? 4 ऑप्शन ने। तुसीं प्राइमरी ड्यूटी जिहड़ी है वो दसनी है। इहदा सही आंसर की है? चारों ही ऑप्शन सही ने। क्यों सही ने? आशा वर्कर तो हुण पिंडां दे विच भी बहुत हुंदियां ने, अलग अलग घरां दे विच भी जांदियां ने। हुण असीं कदी सोच भी नहीं सकदे इहदे ते क्वेश्चन आऊगा, पर क्यों आया? हिंदू दे विच आर्टिकल आया सी, देखो जुलाई दे विच 2020, ठीक है। पहला पॉइंट देखो, सानू सारिआं नूं पता है की करदियां ने, जे कोई भी मतलब विमेन है वो बर्थ देने वाली है बच्चे नूं, तो उन्होंने की करदियां ने? काउंसलिंग प्रोवाइड करदियां ने। फिर उन्होंने दसदियां ने कि किद्दां तुसीं सेफ डिलीवरी करवा सकदे हो, हॉस्पिटल च जाके डिलीवरी करवाओ, प्रॉपर टीकाकरण करवाओ बच्चों का, ठीक है। फिर तुसीं की करो? इन्फेक्शन तो बचाओ, ब्रेस्ट फीडिंग करवाओ। ये सारा कुछ जो हेल्प करदियां ने, काउंसलिंग करदियां ने उन्हां दी। बिल्कुल पॉइंट सही है। दूजा पॉइंट की है कि ये किहड़े स्टैप्स लैंदियां ने ताकि अवेयरनेस क्रिएट हो सके। मैं तुहानूं दस्सिया ना कि सारी अवेयरनेस पिंडां दे विच क्रिएट करदियां ने, जगह जगह जाके क्रिएट की जाती है। न्यूट्रीशन बारे दस्सिया जांदा है, सैनीटेशन बारे दस्सिया जांदा है कि सफाई दी की महत्ता है साडी हैल्थ दे विच, वो सारा कुछ की है दस्सिया जांदा है। ये भी बिल्कुल सही पॉइंट है, कॉमन सेंस है। तुसीं नहीं भी पढ़िया, तुसीं बेसिक अंडरस्टैंडिंग ना कर सकदे हो। तीजा पॉइंट की कहंदा है? तीजा पॉइंट कहंदा है कि विलेज हैल्थ दी सैनीटेशन कमेटी दे नाल वर्क करदियां ने। मैं तुहानूं दस्सिया पिंडां दे विच जांदियां ने, है ना। पिंडां विच जाके डेफिनेटली ये ग्राम पंचायत दे नाल एसोसीएट होके काम करदे ने, क्योंकि ग्राम पंचायत वाले ते इन्हां नूं दसदे ने कि किद्दां किद्दां तुसीं जाके पिंडां च किहड़े एड्रैस ते जाके किद्दां जाके किहड़ी जगह ते अवेयरनेस क्रिएट कर सकदे हो, किद्दां किद्दां तुसीं मेला लगा सकदे हो, या मतलब कह सकदे हो एक इकट्ठे कर लो, मतलब लोग उन्हां नूं समझाओ उत्थे बैठ के, ऐदा कुछ ना। वो सारा कुछ ग्राम पंचायत दी हेल्प दे नाल ही हुंदा है। ये पॉइंट भी बिल्कुल सही है। हुण जे 1 2 3 सही ने, ते 1 2 3 केवल डी ऑप्शन दे विच ही ने, बाकी ऑप्शन दे विच तां नहीं, सॉरी ਇਹਦੇ ਵਿੱਚ ਵੀ ਨੇ, आई मिस्ड इट। 1 2 3 ਇਹਦੇ ਵਿੱਚ ਵੀ ਨੇ। चौथा पॉइंट ਤੁਹਾਨੂੰ पता होना चाहिए। ਇਹਦਾ मतलब देखो चौथा पॉइंट की कहता है कि प्राइमरी मैडिकल केयर भी देणगियां जे छोटी मोटी बीमारी है, जिवें कि डायरिया है, बुखार है, ठीक है, या ਤੁਹਾਨੂੰ कोई सट चोट लग गई, ਉਹਦੇ वास्ते ਇੰਨਾ ਕੁ ਕੰਮ ਇਹਨਾਂ ਨੂੰ आना चाहिए।
देखो ये सिखाया नहीं जाता या सिखाया जाता है ये तो आप नहीं कह सकते, लेकिन जेड़ा सरकार ने ड्राफ्ट कढ़िया सी ना आशा वर्कर वास्ते, ਉਹਦੇ ਵਿੱਚ सरकार ने चीज कही सी कि आशा वर्कर ਨੂੰ माइनर एलिमेंट्स ਦਾ इलाज करना आना चाहिए। ਹੁਣ ਜੇ बुखार है ना किसी पिंड ਵਿੱਚੋਂ ਗਈਆਂ ਨੇ, देख लिया कोई बच्चा बीमार है, तो ਉਹਨਾਂ ਨੂੰ ਪਤਾ ਹੋਣਾ ਚਾਹੀਦਾ थोड़ा बहुत इलाज कि ਅਸੀਂ ਇਹਨੂੰ ਇੱਥੇ ਥੋੜੀ ਜਿਹੀ ਕੇਅਰ ਕਿੱਦਾਂ ਦੇ ਦਈਏ ਤਾਂ ਕਿ ਉਸ ਤੋਂ ਬਾਅਦ ਇਹਦੀ ਕੰਡੀਸ਼ਨ ਥੋੜੀ ਠੀਕ ਹੋ ਜਾਵੇ ਤੇ ਫਿਰ ਆਪਾਂ ਇਹਨੂੰ ਡਾਕਟਰ ਕੋਲ ਲੈ ਕੇ ਜਾਇਆ ਜਾ ਸਕੇ। ਜੇ ਸਪੋਜ਼ ਡਾਕਟਰ ਬਹੁਤ ਕਿਲੋਮੀਟਰ ਦੀ ਦੂਰੀ ਤੇ ਹੈ, ਸਮਝ ਕੇ ਇਸ ਕਰਕੇ ਇਹ ਥੋੜੀ ਬਹੁਤ ਚੀਜ਼ ਉਹਨਾਂ ਨੂੰ ਆਣੀ ਚਾਹੀਦੀ ਹੈ। ਇਹ ਚੌਥਾ ਪੁਆਇੰਟ ਵੀ ਬਿਲਕੁਲ ਸਹੀ ਹੈ। ਨੈਕਸਟ ਕੁਐਸਚਨ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਅਨਾਉਂਸ ਕੀਤਾ ਕਿ ਅਸੀਂ ਲਕਸ਼ਦੀਪ ਆਈਲੈਂਡ ਨੂੰ ਕਿਹਦੇ ਨਾਲ ਕਨੈਕਟ ਕਰ ਦੇਵਾਂਗੇ, ਮੇਨਲੈਂਡ ਦੇ ਨਾਲ। ਹੁਣ ਆ ਸਾਡਾ ਇੰਡੀਆ ਦਾ ਮੈਪ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹਨਾ, ਇੱਥੇ ਲਕਸ਼ਦੀਪ ਹੈ, ਮੇਨਲੈਂਡ ਤਾਂ ਸਾਡਾ ਆ ਹੋ ਗਿਆ, ਕੇਰਲਾ ਲਗਾ ਲਓ ਸਭ ਤੋਂ ਲਾਗੇ ਪੈਂਦਾ ਹੈ। ऑप्टिकल फाइबर लिंक ਦੇ ਨਾਲ ਅਸੀਂ ਕੀ ਕਰਾਂਗੇ, ਕਨੈਕਟ ਕਰਾਂਗੇ। ऑप्टिकल फाइबर केबल लिंक ਅਸੀਂ ਸਾਰੇ ਜਾਣਦੇ ਆ ਇੰਟਰਨੈਟ ਕਨੈਕਟੀਵਿਟੀ ਵਾਸਤੇ ਪੂਰੇ ਇੰਡੀਆ ਦੇ ਪਿੰਡਾਂ ਦੇ ਵਿੱਚ ਵਿਛਾਈ ਜਾ ਰਹੀ ਹੈ। ਤੁਸੀਂ ਦੱਸਣਾ ਹੈ ਕਿ ਇਹਦੇ ਵਾਸਤੇ ਸਹੀ ਸਟੇਟਮੈਂਟਸ ਕਿਹੜੀਆਂ ਨੇ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ ਕਿ ਜਿਹੜੀ सबमरीन ऑप्टिकल फाइबर केबल लिंक ਹੈ ਇਹ 11 ਆਈਲੈਂਡ ਨੂੰ ਕਨੈਕਟ ਕਰੇਗੀ, ਕਿਹਦੇ ਨਾਲ, ਕੋਚੀ ਦੇ ਨਾਲ। ਮੈਂ ਤੁਹਾਨੂੰ ਦੱਸਿਆ ਨਾ ਕੇਰਲਾ ਸਭ ਤੋਂ ਲਾਗੇ ਹੈ, ਕੇਰਲਾ ਦੇ ਨਾਲ ਹੀ ਕਨੈਕਟ ਕਰੇਗੀ। ਪਹਿਲਾ ਪੁਆਇੰਟ ਜਿਹੜਾ ਹੈ ਉਹ ਬਿਲਕੁਲ ਹੀ ਸਹੀ ਹੈ। ਸੈਕਿੰਡ ਚੀਜ਼ ਕੀ ਕਹਿੰਦੀ ਹੈ ਕਿ ਜਿਹੜਾ ਪ੍ਰੋਜੈਕਟ ਹੈ ਨਾ ਇਹ ਐਗਜ਼ੀਕਿਊਟ ਕੀਤਾ ਜਾਏਗਾ PPP ਮੋਡ ਦੇ ਵਿੱਚ। PPP ਮੋਡ ਕੀ ਹੁੰਦਾ ਹੈ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਹੁਣ ਜੇ ਤੁਹਾਨੂੰ ਇਹ ਕੁਐਸਚਨ ਨਹੀਂ ਆਂਦਾ ਨਾ, ਤੁਸੀਂ ਕਿੱਦਾਂ ਕਰ ਸਕਦੇ ਹੋ, ਜੇ ਤੁਸੀਂ ਆਪਟੀਕਲ ਫਾਈਬਰ ਪੜ੍ਹਿਆ ਹੈ ਨਾ ਤਾਂ ਤੁਹਾਨੂੰ ਪਤਾ ਹੋਏਗਾ ਇਹ ਸਰਕਾਰ ਦਾ ਪ੍ਰੋਜੈਕਟ ਹੈ, ਇਹਦੇ ਵਿੱਚ ਸਾਰਾ ਪੈਸਾ ਸਰਕਾਰ ਲਗਾਏਗੀ ਤੇ PPP ਪਬਲਿਕ ਪ੍ਰਾਈਵੇਟ ਵਾਲੇ ਤੇ ਇਹਦੇ ਵਿੱਚ ਹੱਥ ਵੀ ਨਹੀਂ ਪਾ ਰਹੇ, ਪ੍ਰਾਈਵੇਟ ਦਾ ਕੋਈ ਯੋਗਦਾਨ ਨਹੀਂ ਹੈ। ਇਸ ਕਰਕੇ ਸਰਕਾਰ ਨੇ ਇਹ ਕੰਮ ਜਿਹੜਾ ਹੈ ਉਹ ਆਪਣੀਆਂ ਗਵਰਨਮੈਂਟ ਆਰਗੇਨਾਈਜੇਸ਼ਨ ਨੂੰ ਦਿੱਤਾ ਹੈ ਤੇ BSNL ਇਸ ਕੰਮ ਨੂੰ ਕਰੇਗੀ, RIL ਦਾ ਕੋਈ ਯੋਗਦਾਨ ਨਹੀਂ ਹੈ। ਇਹ ਪੁਆਇੰਟ ਗਲਤ ਹੈ, ਪਹਿਲਾ ਪੁਆਇੰਟ ਸਹੀ ਹੈ। ਇਹਦਾ ਮਤਲਬ ਇਹਦਾ ਆਨਸਰ ਕੀ ਹੈ, ਓਨਲੀ A। ਆ ਦੇਖੋ ਦਸੰਬਰ 2020 ਦੇ ਵਿੱਚ PIB ਦੇ ਵਿੱਚ ਨਿਊਜ਼ ਆਈ ਸੀ। PIB ਤੁਹਾਨੂੰ ਸਾਰਿਆਂ ਨੂੰ ਮਸਟ ਫੋਲੋ ਮਤਲਬ ਕਰਨਾ ਚਾਹੀਦਾ ਹੈ, ਠੀਕ ਹੈ। PIB ਦੇ ਵਿੱਚ ਖਬਰ ਆਈ ਸੀ, PIB ਚ ਆਈ ਸੀ, ਨਿਊਜ਼ਪੇਪਰਸ ਵੀ ਆਈ ਸੀ, ਇਸ ਕਰਕੇ ਤੁਹਾਨੂੰ ਇਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਸੀ। ਇਹਦਾ ਆਨਸਰ ਕੀ ਹੈ, A। ਨੈਕਸਟ ਕੁਐਸਚਨ ਕੀ ਕਹਿੰਦਾ ਹੈ ਕਿ ਇੰਡੀਆ ਦਾ ਪਹਿਲਾ ਗੈਸ ਐਕਸਚੇਂਜ ਜਿਹੜਾ ਕਿ ਕੀ ਹੈ, ਇੰਡੀਅਨ ਗੈਸ ਐਕਸਚੇਂਜ, ਇਹ ਲਾਂਚ ਕੀਤਾ ਗਿਆ। ਇਹ ਇੰਡੀਅਨ એનર્ਜੀ ਐਕਸਚੇਂਜ ਦੀ ਇੱਕ ਸਬਸਿਡਰੀ ਹੈ। ਤੁਸੀਂ ਦੱਸਣਾ ਹੈ ਕਰੈਕਟ ਸਟੇਟਮੈਂਟ ਕਿਹੜੀ ਹੈ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ ਕਿ ਇਹ ਇੱਕ ਡਿਜੀਟਲ ਟ੍ਰੇਡਿੰਗ ਪਲੇਟਫਾਰਮ ਹੈ, ਠੀਕ ਹੈ ਜੀ। ਗੈਸ ਐਕਸਚੇਂਜ ਦੀ ਗੱਲ ਹੋ ਰਹੀ ਹੈ ਤੇ ਡਿਜੀਟਲ ਟ੍ਰੇਡਿੰਗ ਹੀ ਹੋਏਗੀ। ਇਹਦੇ ਨਾਲ ਕੀ ਹੋਏਗਾ, ਜਿਹੜੇ ਸਾਰੇ ਬਾਇਰਸ ਤੇ ਸੈਲਰਸ ਨੇ ਨਾ ਉਹ ਟ੍ਰੇਡ ਕਰਨ ਵਾਸਤੇ ਸਪੌਟ ਮਾਰਕੀਟ ਦੇ ਵਿੱਚ, ਫਾਰਵਰਡ ਮਾਰਕੀਟ ਦੇ ਵਿੱਚ ਕੀ ਕਰਨਗੇ, ਆ ਕੇ ਸਿੱਧੀ ਬੋਲੀ ਲਗਾ ਦੇਣਗੇ। ਮਤਲਬ ਹੁਣ ਮੈਂ ਇਹ ਸਾਰਾ ਕੰਮ ਐਕਸਚੇਂਜ ਦੇ ਵਿੱਚ ਜਾ ਕੇ ਕਰ ਸਕਦੀ ਹਾਂ। ट्रेडिंग प्लेटफॉर्म मैंने प्रोवाइड करता है, मैं घरों बैठ के एक्सचेंज ਦੇ ਵਿੱਚ ਹੀ ਕਰ ਸਕਦੀ ਹਾਂ। ਘਰੇ ਬੈਠੇ ਬੈਠੇ ਬੋਲੀ ਲਗਾਤੀ, ਬਾਇਰ ਨੇ ਸੈਲਰ ਨੇ ਕਹਿ ਲਿਆ ਚਲੋ ਮੈਂ ਖਰੀਦ ਲੂੰਗਾ ਆਹ ਵਾਲੀ ਗੈਸ ਇਹਨੇ ਦੀ। ਪਹਿਲਾ ਪੁਆਇੰਟ ਸਹੀ ਹੈ। ਦੂਜਾ ਪੁਆਇੰਟ ਕੀ ਕਹਿੰਦਾ ਹੈ, ਦੂਜਾ ਪੁਆਇੰਟ ਕਹਿੰਦਾ ਹੈ ਕਿ ਇਹ ਟ੍ਰੇਡ ਕਿਹਦੇ ਵਿੱਚ ਹੋਏਗਾ, ਇਹ ਦਹੇਜ ਦੇ ਵਿੱਚ, ਹਜ਼ੀਰਾ ਜਿਹੜਾ ਗੁਜਰਾਤ ਦੇ ਵਿੱਚ ਹੈ ਤੇ ਕਾਕੀਨਾ ਦਾ ਆਂਧਰਾ ਪ੍ਰਦੇਸ਼, ਇਹ ਵਾਲੀਆਂ ਜਗ੍ਹਾ ਤੇ ਟ੍ਰੇਡ ਜਿਹੜਾ ਅਲਾਉ ਕੀਤਾ ਜਾਏਗਾ। ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਗੈਸ ਦੇ ਨਾ ਇਹ ਸਾਰੇ ਹੱਬ ਨੇ, ਇਹ ਵਾਲੀਆਂ ਲੋਕੇਸ਼ਨ, ਦਹੇਜ ਹੋ ਗਿਆ, ਹਜ਼ੀਰਾ ਹੋ ਗਿਆ, ਕਾਕੀਨਾਡਾ ਹੋ ਗਿਆ। ਇੱਥੇ ਕੀ ਹੈ, ਇੰਪੋਰਟ ਵੀ ਹੁੰਦਾ ਹੈ, ਇੱਥੇ ਗੈਸ ਵੀ ਇੰਪੋਰਟ ਹੁੰਦੀ ਹੈ ਤੇ ਇੱਥੇ ਜਿਹੜਾ ਹੈ LPG ਵੀ ਇੰਪੋਰਟ ਕੀਤਾ ਜਾਂਦਾ ਹੈ। ਇਸ ਕਰਕੇ ਇਹ ਪੁਆਇੰਟ ਵੀ ਸਹੀ ਹੈ। ਹੁਣ ਮੈਂ ਤੁਹਾਨੂੰ ਦੱਸਾਂ ਇੱਕ ਗੱਲ ਹੋਰ, ਜੇ ਤੁਹਾਨੂੰ ਇਹ ਕੁਐਸਚਨ ਨਹੀਂ ਆਂਦਾ ਆਪਾਂ ਉਸ ਹਿੰਟ ਨਾਲ ਵੀ ਕਰਾਂਗੇ, ਪਹਿਲਾਂ ਬਸ ਆਪਾਂ ਸਟੇਟਮੈਂਟ ਪੜ੍ਹ ਰਹੇ ਹਾਂ। ਤੀਜਾ ਪੁਆਇੰਟ ਕੀ ਕਹਿ ਰਿਹਾ ਹੈ ਕਿ LNG ਜਿਹੜੀ ਹੈ ਉਹਨੂੰ ਰੀਗੈਸੀਫਾਈ ਵੀ ਕੀਤਾ ਜਾਏਗਾ, ਫਿਰ ਵੇਚਿਆ ਵੀ ਜਾਏਗਾ। मतलब कि जे हुण लिक्विड नैचुरल गैस आई उन्होंने आपां रीगैसीफाई मतलब मॉडिफाई करना, रीगैसीफाई करना, फिर उस तो बाद विच रिक्वायरमेंट के हिसाब नाल उन्होंने एक्सचेंज दे उत्ते लैके आना, फिर बदलना, ये सारा कुछ किया जाएगा। ये पॉइंट भी सही है। हुण जे मैनूं क्वेश्चन नहीं आंदा ना तो हुण तुसीं सीधा उसे मैथड ते चल जाओ, ऑनली वाले ते। ऑनली आ गया ना, ਇਹਦਾ मतलब पॉइंट का चांस 90% चांस है पॉइंट गलत हो सकता है। इत्थे की कह रहा है कि सिर्फ इंटर गवर्नमेंटल ट्रेड जिहड़ा है ना ਉਹ ਡੋਮੈਸਟਿਕਲੀ ਪ੍ਰੋਡਿਊਸਡ ਨੈਚੁਰਲ ਗੈਸ ਦੇ ਵਿੱਚ ਹੀ ਕੀਤਾ ਜਾਏਗਾ। ਮਤਲਬ ਇੰਡੀਆ ਦੇ ਵਿੱਚ ਜਿਹੜੀ ਗੈਸ ਪ੍ਰੋਡਿਊਸ ਹੋ ਰਹੀ ਹੈ ਤੁਸੀਂ ਸਿਰਫ ਉਹੀ ਗੈਸ ਇਸ ਐਕਸਚੇਂਜ ਦੇ ਉੱਤੇ ਜਾ ਕੇ ਵੇਚ ਤੇ ਖਰੀਦ ਸਕਦੇ ਹੋ। ਜਿਹੜੀ ਆਪਾਂ ਉਹ ਕਰ ਰਹੇ ਹਾਂ ਨਾ ਮਤਲਬ ਇੰਪੋਰਟ ਵਾਲੀ ਹੋ ਗਈ, ਐਕਸਪੋਰਟ ਵਾਲੀ ਹੋ ਗਈ, ਉਹਦਾ ਕੋਈ ਯੋਗਦਾਨ ਨਹੀਂ ਹੈ। ਇਹ ਪੁਆਇੰਟ ਇੱਕ ਤਾਂ ਗੱਲ ਹੈ ਓਨਲੀ ਵਾਸਤੇ ਗਲਤ ਹੈ। ਚੌਥਾ ਪੁਆਇੰਟ ਜੇ ਗਲਤ ਹੋਇਆ ਠੀਕ ਹੈ ਤਾਂ ਆਹ ਪੁਆਇੰਟ ਮੇਰਾ ਉੜ ਗਿਆ, ਠੀਕ ਹੈ। ਹੁਣ ਜੇ ਮੇਰਾ ਆਹ ਪੁਆਇੰਟ ਉੜਿਆ, ਦੂਜਾ ਪੁਆਇੰਟ ਤੁਹਾਡਾ ਡੈਫੀਨੇਟਲੀ ਸਹੀ ਹੈ ਜੇ ਤੁਸੀਂ ਬੇਸਿਕ ਪੜ੍ਹੀ ਹੋਵੇ ਦਹੇਜ ਤੇ ਹਜ਼ੀਰਾ। ਪਹਿਲਾ ਪੁਆਇੰਟ ਕਾਮਨ ਅੰਡਰਸਟੈਂਡਿੰਗ ਦੇ ਨਾਲ ਸਹੀ ਹੈ ਤੇ ਤੀਜਾ ਪੁਆਇੰਟ ਜਿਹੜਾ ਹੈ ਉਹ ਵੀ ਬੇਸਿਕ ਅੰਡਰਸਟੈਂਡਿੰਗ ਦੇ ਨਾਲ ਸਹੀ ਹੋਣਾ ਚਾਹੀਦਾ ਹੈ। ਇਹਦਾ ਆਨਸਰ ਸੀ ਹੋਏਗਾ, ਠੀਕ ਹੈ। ਤੇ ਓਨਲੀ ਹਟਾ ਕੇ ਤੁਸੀਂ 50-50 ਤੇ ਜਾ ਸਕਦੇ ਹੋ। ਇੱਕ ਚੀਜ਼ ਹੋਰ ਧਿਆਨ ਰੱਖਿਓ ਕਿ ਇਹ ਜਿਹੜਾ ਗੈਸ ਐਕਸਚੇਂਜ ਹੈ ਇਹਦੇ ਵਿੱਚ ਡੋਮੈਸਟਿਕਲੀ ਪ੍ਰੋਡਿਊਸ ਜਿਹੜੀ ਗੈਸ ਹੈ ਨਾ
ਉਹਦੇ ਵਾਸਤੇ ਪਰਮਿਸ਼ਨ ਨਹੀਂ ਹੈ। ਮਤਲਬ ਜਿਹੜੀ ਡੋਮੈਸਟਿਕ ਗੈਸ ਹੈ ਨਾ ਉਹਦਾ ਪ੍ਰਾਈਸ ਹਜੇ ਵੀ ਗਵਰਨਮੈਂਟ ਹੀ ਡਿਸਾਈਡ ਕਰੇਗੀ। ਐਕਸਚੇਂਜ ਦੇ ਥਰੂ ਤੁਸੀਂ ਜਾ ਕੇ ਬੋਲੀ ਨਹੀਂ ਲਗਾ ਸਕਦੇ ਉਹਦੀ, ਠੀਕ ਹੈ। ਇਹਦਾ ਆਨਸਰ ਕੀ ਹੈ? ਸੀ। 17th ਦਾ ਆਨਸਰ ਕੀ ਹੈ? ਸੀ। ਨੈਕਸਟ ਕੁਐਸਚਨ ਕੀ ਹੈ? ਪਹਿਲਾਂ ਤਾਂ ਕੁਐਸਚਨ ਦੇਖ ਲਓ ਬਈ, ਇਨਕਰੈਕਟ ਫਾਈਂਡ ਆਊਟ ਕਰਨਾ ਹੈ ਆਪਾਂ। ਕਰੈਕਟ ਜਾਂ ਇਨਕਰੈਕਟ ਮੈਂ ਤੁਹਾਨੂੰ ਕਿਹਾ ਨਾ ਧਿਆਨ ਨਾਲ ਦੇਖਣਾ ਹੈ। ਇਨਕਰੈਕਟ ਦੱਸਣਾ ਹੈ ਅਸੀਂ ਕਿਹੜਾ ਹੈ। ਪਹਿਲਾ ਪੁਆਇੰਟ ਕਹਿੰਦਾ ਹੈ ਕਿ ਅੰਗੋਲਾ ਤੇ ਨਾਈਜੀਰੀਆ ਜਿਹੜੇ ਨੇ ਉਹ ਸਭ ਤੋਂ ਲਾਰਜੈਸਟ ਕਰੂਡ ਆਇਲ ਐਕਸਪੋਰਟਰ ਨੇ ਸਬ ਸਹਾਰਨ ਰੀਜਨ ਦੇ ਵਿੱਚ, ਠੀਕ ਹੈ। ਦੂਜਾ ਪੁਆਇੰਟ ਕਹਿੰਦਾ ਹੈ ਕਿ ਇੰਡੀਆ ਤੇ ਅੰਗੋਲਾ ਨੇ ਬਾਇਲੇਟਰਲ એનર્ਜੀ ਕੋਆਪਰੇਸ਼ਨ ਐਗਰੀਮੈਂਟ ਸਾਈਨ ਕੀਤਾ ਇੰਡੀਆ ਅਫਰੀਕਾ ਫੋਰਮ ਦੇ ਵਿੱਚ। ਪਹਿਲਾ ਪੁਆਇੰਟ ਸਹੀ ਹੈ। ਜੇ ਤੁਸੀਂ ਵਰਲਡ ਜਿਓਗ੍ਰਾਫੀ ਵੀ ਪੜ੍ਹੀ ਹੋਏਗੀ ਨਾ ਥੋੜੀ ਜਿਹੀ, ਕਿਉਂਕਿ ਸਿਲੇਬਸ ਦੇ ਵਿੱਚ ਮੈਂਸ਼ਨ ਹੈ, ਉਹਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਅੰਗੋਲਾ ਤੇ ਨਾਈਜੀਰੀਆ ਜਿਹੜੇ ਨੇ ਉੱਥੇ ਆਇਲ ਦੀ ਪ੍ਰੋਡਕਸ਼ਨ ਹੁੰਦੀ ਹੈ। ਵਨ ਆਫ ਦਾ ਲਾਰਜੈਸਟ ਲਿਖਿਆ ਹੈ, ਲਾਰਜੈਸਟ ਨਹੀਂ ਲਿਖਿਆ, ਇਸ ਕਰਕੇ ਪੁਆਇੰਟ ਸਹੀ ਹੈ। ਵਨ ਆਫ ਦਾ ਮਤਲਬ ਬਹੁਤ ਸਾਰੇ ਵਿੱਚੋਂ ਇਹ ਵੀ ਇੱਕ ਲਾਰਜੈਸਟ ਨੇ ਜਿਹੜੇ ਪ੍ਰੋਡਿਊਸ ਕਰਦੇ ਨੇ ਆਇਲ ਨੂੰ, ਠੀਕ ਹੈ, ਲਾਰਜੈਸਟ ਨੰਬਰ ਤੇ। ਪੁਆਇੰਟ ਸਹੀ ਹੈ। ਦੂਜਾ ਪੁਆਇੰਟ ਗਲਤ ਹੈ। ਕਿਉਂ ਗਲਤ ਹੈ? ਕਿਉਂਕਿ ਐਦਾਂ ਦਾ ਜਿਹੜਾ ਐਗਰੀਮੈਂਟ ਹੈ ਨਾ ਬਾਇਲੇਟਰਲ એનર્ਜੀ ਕੋਆਪਰੇਸ਼ਨ ਦਾ, ਤੁਸੀਂ ਇੰਡੀਆ ਅੰਗੋਲਾ ਦਾ ਰਿਲੇਸ਼ਨਸ਼ਿਪ ਕਿਤੇ ਵੀ ਪੜ੍ਹ ਲਓ, ਹਜੇ ਐਗਰੀਮੈਂਟ ਜਿਹੜਾ ਉਹ ਸਾਈਨ ਨਹੀਂ ਹੋਇਆ। ਤੇ ਦੂਜੀ ਗੱਲ, ਇੰਡੀਆ ਅਫਰੀਕਾ ਫੋਰਮ ਦੇ ਅੰਡਰ ਤਾਂ ਬਿਲਕੁਲ ਵੀ ਸਾਈਨ ਨਹੀਂ ਹੋਇਆ। ਦੂਜਾ ਪੁਆਇੰਟ ਗਲਤ ਹੈ, ਪਹਿਲਾ ਪੁਆਇੰਟ ਸਹੀ ਹੈ। ਦਾ ਆਨਸਰ ਕੀ ਹੈ? ਏ। 19th ਕੁਐਸਚਨ ਕੀ ਕਹਿੰਦਾ ਹੈ? ਪੈਨ ਇੰਡੀਆ ਰੀਅਲ ਟਾਈਮ ਮਾਰਕੀਟ ਮਤਲਬ ਆਲ ਅਕ੍ਰੋਸ ਦਾ ਇੰਡੀਆ ਇੱਕ ਮਾਰਕੀਟ ਹੈ ਜਿਹਦੇ ਵਿੱਚ ਇਲੈਕਟ੍ਰਿਸਿਟੀ ਦਾ ਟ੍ਰੇਡ ਹੋਏਗਾ, ਹਨਾ। ਉਹ ਲਾਂਚ ਕੀਤੀ ਗਈ। ਤੁਸੀਂ ਕਰੈਕਟ ਸਟੇਟਮੈਂਟ ਦੱਸਣੀ ਹੈ ਕਿਹੜੀ ਹੈ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ ਕਿ ਰੀਅਲ ਟਾਈਮ ਜਿਹੜੀ ਮਾਰਕੀਟ ਹੈ ਉਹ ਇੱਕ ਪਲੇਟਫਾਰਮ ਹੈ ਜਿਹਦੇ ਵਿੱਚ ਕੀ ਹੋਏਗਾ, ਤੁਸੀਂ ਬਾਏ ਤੇ ਸੈਲ ਕਰ ਸਕੋਗੇ ਆਪਣੀ એનર્ਜੀ ਰਿਕੁਆਇਰਮੈਂਟ ਨੂੰ। ਮੈਂ ਤੁਹਾਨੂੰ ਹੁਣੀ ਦੱਸਿਆ ਆਪਾਂ ਇਲੈਕਟ੍ਰਿਸਿਟੀ ਵਾਸਤੇ ਖਰੀਦ ਵੇਚ ਕਰ ਸਕਾਂਗੇ, ਹਨਾ, ਰੀਅਲ ਟਾਈਮ ਤੇ। ਬਿਲਕੁਲ ਸਹੀ ਪੁਆਇੰਟ ਹੈ। ਦੂਜੀ ਚੀਜ਼ ਕਹਿ ਰਹੀ ਹੈ ਕਿ ਆਕਸ਼ਨ ਜਿਹੜੀ ਆ 50 ਵਾਰੀ ਹੋਏਗੀ ਇੱਕ ਦਿਨ ਵਿੱਚ। ਹੁਣ ਦੇਖੋ ਕੋਈ ਰੀਅਲ ਟਾਈਮ ਮਾਰਕੀਟ ਚੱਲ ਰਹੀ ਹੈ, ਹਨਾ, ਉਹ ਮਾਰਕੀਟ ਦੇ ਵਿੱਚ ਆਕਸ਼ਨ ਸਿਰਫ ਉਹਨਾਂ ਨੇ ਕਹਿਤੀ ਕਿ 50 ਵਾਰੀ ਖੁੱਲੂਗੀ ਤੇ 50 ਵਾਰੀ ਬਸ ਤੁਸੀਂ ਆ ਕੇ ਆਕਸ਼ਨ ਕਰੋਗੇ, ਉਸ ਤੋਂ ਵੱਧ ਨਹੀਂ ਕਰ ਸਕਦੇ। ਇਹ ਤਾਂ ਕੋਈ ਇਸ ਮਾਰਕੀਟ ਦਾ ਬੈਨੀਫਿਟ ਹੋਇਆ ਨਹੀਂ। ਜੇ ਕੋਈ ਮਾਰਕੀਟ ਇਦਾਂ ਖੁੱਲੀ ਹੈ ਜਿਹਦੇ ਵਿੱਚ ਕਿ ਤੁਸੀਂ ਜਾ ਕੇ ਮਤਲਬ ਖਰੀਦ ਸਕਦੇ ਹੋ, ਵੇਚ ਸਕਦੇ ਹੋ, ਫਿਰ ਤੁਸੀਂ ਉਹਦੇ ਵਾਸਤੇ ਇੱਕ ਟਾਈਮ ਸਲੌਟ ਦੋਗੇ। ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਮਾਰਕੀਟ ਇਦਾਂ ਹੀ ਚੱਲਦੀ ਹੈ। ਇੱਕ ਟਾਈਮ ਸਲੌਟ ਦਿੱਤਾ ਜਾਂਦਾ ਹੈ, ਉਹਦੇ ਵਿੱਚ ਆ ਕੇ ਕੋਈ ਵੀ ਕਿੰਨੀ ਵਾਰ ਵੀ ਆ ਕੇ ਬੋਲੀ ਲਾਵੇ, ਕਿੰਨੀ ਵਾਰ ਵੀ ਆ ਕੇ ਖਰੀਦੇ, ਕਿੰਨੀ ਵਾਰ ਆ ਕੇ ਵੇਚੇ, ਸਾਨੂੰ ਫਰਕ ਨਹੀਂ ਪੈਂਦਾ। ਇਸ ਕਰਕੇ ਕੋਈ ਲਿਮਿਟ ਡਿਸਾਈਡ ਨਹੀਂ ਹੈ ਕਿ 50 ਟਾਈਮ ਹੋਏਗਾ। ਬਸ ਇੱਕ ਟਾਈਮ ਸਲੌਟ ਦਿੱਤਾ ਗਿਆ ਹੈ ਕਿ ਇਸ ਟਾਈਮ ਸਲੌਟ ਦੇ ਵਿੱਚ ਤੁਸੀਂ ਕਿੰਨੀ ਵਾਰ ਵੀ ਆਕਸ਼ਨ ਕਰੋ, ਸਾਨੂੰ ਫਰਕ ਨਹੀਂ ਪੈਂਦਾ। ਦੂਜਾ ਪੁਆਇੰਟ ਗਲਤ ਹੈ। ਜੇ ਦੂਜਾ ਪੁਆਇੰਟ ਗਲਤ ਹੋ ਗਿਆ, ਹੁਣ ਮੈਂ ਦੂਜਾ ਪੁਆਇੰਟ ਆਪਣੇ ਆਪਸ਼ਨ ਦੇ ਵਿੱਚੋਂ ਕੀ ਕਰ ਦੂੰਗੀ? ਉਡਾ ਦੂੰਗੀ, ਹੈ ਨਾ। ਦੇਖੋ ਦੂਜਾ ਪੁਆਇੰਟ ਇੱਥੇ ਵੀ ਹੈ, ਇੱਥੇ ਵੀ ਹੈ, ਇੱਥੇ ਵੀ ਹੈ, ਮੈਂ ਤਿੰਨਾਂ ਨੂੰ ਉਡਾਤਾ, ਮੇਰੇ ਕੋ ਆਨਸਰ ਆਟੋਮੈਟਿਕਲੀ ਆ ਗਿਆ। ਮਤਲਬ 1 ਐਂਡ 3 ਸਹੀ ਨੇ। ਤੀਜਾ ਪੁਆਇੰਟ ਵੀ ਸਹੀ ਹੈ। ਜੇ ਮੈਨੂੰ ਆਂਦਾ ਹੈ ਨਹੀਂ ਆਂਦਾ ਫਰਕ ਨਹੀਂ ਪੈਂਦਾ। ਇਹ ਕਿੱਥੇ ਕਿੱਥੇ ਆਪਰੇਸ਼ਨਲ ਹੋਏਗਾ? ਇੰਡੀਅਨ એનર્ਜੀ ਐਕਸਚੇਂਜ ਦੇ ਵਿੱਚ ਤੇ ਪਾਵਰ ਐਕਸਚੇਂਜ ਇੰਡੀਆ ਲਿਮਿਟਿਡ ਦੇ ਵਿੱਚ। ਇਹ ਪੁਆਇੰਟ ਸਹੀ ਹੈ। ਦੂਜੇ ਪੁਆਇੰਟ ਦੇ ਥਰੂ ਮੈਂ ਡੈਫੀਨਿਟਲੀ ਆਨਸਰ ਤੇ ਆ ਸਕਦੀ ਸੀ, ਮੈਨੂੰ ਫਰਕ ਨਹੀਂ ਪੈਂਦਾ ਤੀਜਾ ਪੁਆਇੰਟ ਸਹੀ ਹੈ ਕਿ ਨਹੀਂ ਆਂਦਾ ਹੈ ਕਿ ਨਹੀਂ ਆਂਦਾ। ਦੂਜਾ ਪੁਆਇੰਟ ਬਸ ਤੁਹਾਨੂੰ ਕਾਮਨ ਸੈਂਸ ਦੇ ਨਾਲ ਤੁਸੀਂ ਦੂਜੇ ਪੁਆਇੰਟ ਨੂੰ ਸੋਲਵ ਕਰ ਸਕਦੇ ਸੀ। PIB ਦੇ ਵਿੱਚ ਜੂਨ 2020 ਦੇ ਵਿੱਚ ਆ ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਇਹ ਮਾਰਕੀਟ ਜਿਹੜੀ ਆ ਲਾਂਚ ਕੀਤੀ ਗਈ, ਇਸ ਕਰਕੇ ਕੁਐਸਚਨ ਫਰੇਮ ਹੋਇਆ। ਜੇ ਆਪਾਂ ਜੱਜ ਕਰੀਏ ਥੋੜਾ ਜਿਹਾ, ਸਾਨੂੰ ਇੱਕ ਚੀਜ਼ ਪਤਾ ਲੱਗੀ ਕਿ 1 ਸਾਲ ਲਗਾ ਲਓ ਜਾਂ 1.5 ਸਾਲ ਲਗਾ ਲਓ, ਉਹਨਾਂ ਪਿੱਛੇ ਜਿਹੜਾ ਕਰੰਟ ਅਫੇਅਰ ਪੁੱਛਿਆ ਗਿਆ ਹੈ। 20th ਕੁਐਸਚਨ ਕੀ ਹੈ ਕਿ ਨੈਸ਼ਨਲ ਕਮੋਡਿਟੀ ਤੇ ਡੈਰੀਵੇਟਿਵ ਐਕਸਚੇਂਜ ਨੇ ਅਨਾਉਂਸ ਕੀਤਾ ਹੈ ਕਿਹਦੇ ਵਾਸਤੇ, ਕਿ ਅਸੀਂ ਐਗਰੀਕਲਚਰ ਨੂੰ ਜਿਹੜਾ ਹੈ ਨਾ ਟ੍ਰੇਡ ਕਰਾਂਗੇ ਐਕਸਚੇਂਜ ਤੇ, ਹਨਾ। ਫਰਸਟ ਐਗਰੀਕਲਚਰ ਫਿਊਚਰ ਇੰਡੈਕਸ। ਫਿਊਚਰ ਇੰਡੈਕਸ ਦਾ ਮਤਲਬ ਕੀ ਹੁੰਦਾ, ਤੁਹਾਨੂੰ ਸਾਰਿਆਂ ਨੂੰ ਥੋੜਾ ਜਿਹਾ ਹਿੰਟ ਹੋਏਗਾ ਜੇ ਤੁਸੀਂ ਇਕਨੋਮੀ ਪੜ੍ਹੀ ਹੋਏਗੀ, ਹਨਾ। ਦੇਖੋ ਫਿਊਚਰ ਇੰਡੈਕਸ ਕੀ ਹੁੰਦਾ ਹੈ, ਜਿਵੇਂ ਅੱਜ ਮੈਂ ਕੋਈ ਫਸਲ ਜਿਹੜੀ ਆ ਉਹ ਕੱਟ ਲਈ, ਹਨਾ, ਜਾਂ ਮੈਂ ਸੋਚੋ ਅੱਜ ਇੱਕ ਫਸਲ ਬੋ ਦਿੱਤੀ, ਉਹ ਮੈਂ 3 ਮਹੀਨੇ ਬਾਅਦ ਕੱਟਣੀ ਹੈ। ਮੈਂ ਨਾ ਪਹਿਲੇ ਇਹਦਾ ਰੇਟ ਇੱਕ ਡਿਸਾਈਡ ਕਰ ਲਿਆ। ਇੱਕ ਬੰਦਾ ਮੈਨੂੰ ਮਿਲ ਗਿਆ ਖਰੀਦਣੀ ਹੈ ਜਿਹਨੇ, ਉਹਨੇ ਮੈਨੂੰ ਕਹਿਤਾ ਕਿ ਮੈਂ ਆ ਇੰਨੀ ਤਰੀਕ ਨੂੰ ਤੁਹਾਡੇ ਤੋਂ ਇਹ ਫਸਲ ਇੰਨੇ ਰੁਪਏ ਦੀ ਖਰੀਦ ਲਵਾਂਗੇ। ਉਹਨੂੰ ਆਪਾਂ ਕਹਿੰਦੇ ਆ ਫਿਊਚਰ ਦਾ ਇੱਕ ਕੰਟਰੈਕਟ ਹੋ ਜਾਣਾ, ਠੀਕ ਹੈ। ਹੁਣ ਇਹ ਜਿਹੜਾ ਕੰਟਰੈਕਟ ਹੈ ਨਾ, ਇਹਦੇ ਵਾਸਤੇ ਇੱਕ ਇੰਡੈਕਸ ਲਾਂਚ ਹੋ ਗਿਆ ਹੈ। ਇੰਡੈਕਸ ਦਾ ਮਤਲਬ ਕੀ ਹੋਇਆ? ਇੰਡੈਕਸ ਕੀ ਹੁੰਦਾ ਹੈ? ਜਿਹਦੇ ਤੇ ਡਿਫਰੈਂਟ ਚਾਰਟ ਬਣੇ ਹੁੰਦੇ ਨੇ। ਹੁਣ ਜਿੱਦਾਂ ਸੈਲਰ ਨੇ ਬਾਇਰ ਨੂੰ ਲੱਭਣਾ, ਬਾਇਰ ਨੇ ਸੈਲਰ ਨੂੰ ਲੱਭਣਾ, ਉਹਦੀ ਜ਼ਰੂਰਤ ਨਹੀਂ ਪਏਗੀ। ਇਸ ਇੰਡੈਕਸ ਤੇ ਕੀ ਆ, ਆਲਰੇਡੀ ਸੈਲਰ ਬੈਠੇ ਹੋਏ ਨੇ ਜਿਹੜੇ ਕਿ ਫਿਊਚਰ ਕੰਟਰੈਕਟ ਕਰਨ ਵਾਸਤੇ ਬੈਠੇ ਨੇ। ਆਲਰੇਡੀ ਬਾਇਰ ਮਤਲਬ ਜਿਹੜਾ ਐਗਰੀਕਲਚਰ ਵਾਲਾ ਬੰਦਾ ਹੈ ਉਹ ਬੈਠਾ ਹੈ, ਜਿਹਨੇ ਕਿ ਆਲਰੇਡੀ ਪਹਿਲੀ ਆਪਣੀ ਕਹਿ ਸਕਦੇ ਹੋ ਜਿਹੜੀ ਆ ਫਸਲ ਹੈ ਉਹਨੂੰ ਪ੍ਰੋਕਿਓਰ ਕਰਨਾ ਹੈ, ਸਿਕਿਉਰ ਕਰਨਾ ਹੈ। ਪੈਸਾ ਪਹਿਲੀ ਮਤਲਬ ਆਪਣੀ ਰੱਖਣਾ ਹੈ, ਪਹਿਲੀ ਜੇਬ ਦੇ ਵਿੱਚ ਇਸ ਤਰੀਕੇ ਨਾਲ ਰੱਖਣਾ ਹੈ ਕਿ ਮਤਲਬ ਮੈਂ ਕੋਈ ਫਸਲ ਜੇ ਬੀਜਣ ਜਾ ਰਿਹਾ ਹਾਂ, ਮੈਨੂੰ ਇਹਦਾ ਇੰਨਾ ਪੈਸਾ ਮਿਲ ਜੂਵੇ ਫਿਊਚਰ ਦੇ ਵਿੱਚ, ਪਹਿਲੀ ਸਿਕਿਉਰਿਟੀ ਵੀ ਮਿਲ ਜੂਗੀ ਨਾ ਉਹਨੂੰ ਇਸ ਤਰੀਕੇ ਨਾਲ। ਇਸ ਕਰਕੇ ਇਹ ਇੰਡੈਕਸ ਲਾਂਚ ਕੀਤਾ ਗਿਆ। ਤੁਸੀਂ ਇਸ ਇੰਡੈਕਸ ਦਾ ਮੈਨੂੰ ਨਾਮ ਦੱਸਣਾ ਹੈ। ਇਹਦਾ ਸਹੀ ਆਨਸਰ ਕੀ ਹੈ? ਐਗਰੀਡੈਕਸ। ਇਹ ਥੋੜਾ ਕਾਮਨ ਸੈਂਸ ਦੇ ਨਾਲ ਵੀ ਹੋ ਸਕਦਾ ਸੀ, ਐਗਰੀਕਲਚਰ ਪਲੱਸ ਇੰਡੈਕਸ, ਐਗਰੀਡੈਕਸ, ਠੀਕ ਹੈ। ਪਰ ਜ਼ਿਆਦਾ ਕਾਮਨ ਸੈਂਸ ਵੀ ਕਈ ਵਾਰ ਗਲਤ ਹੋ ਜਾਂਦੀ ਹੈ, ਇਹਨੂੰ ਆਪਾਂ ਇਦਾਂ ਨਹੀਂ ਕਹਿ ਸਕਦੇ, ਪਰ ਫਿਰ ਵੀ ਤੁਸੀਂ ਇਹ ਪੜ੍ਹਿਆ ਹੋਊਗਾ ਕਿਉਂਕਿ ਇਹ ਨਿਊਜ਼ ਦੇ ਵਿੱਚ ਵੀ ਸੀਗਾ ਤੇ ਇਕਨੋਮੀ ਦਾ ਪਾਰਟ ਵੀ ਹੈ। ਨੈਕਸਟ ਕੁਐਸਚਨ ਤੁਸੀਂ ਦੱਸਣਾ ਹੈ ਕਰੈਕਟ ਸਟੇਟਮੈਂਟ।
पहली स्टेटमेंट की कहती है कि इजुलविनी कंसेंसस जेड़ा है वो की कहता है कि डेमोक्रेटिक सिक्योरिटी काउंसिल जेड़ी है ਉਹਦੇ ਵਿੱਚ ਪਰਮਾਨੈਂਟ ਸੀਟ ਦਿੱਤੀ ਜਾਵੇ ਕਿ ਇਹਨਾਂ ਨੂੰ ਇਜਿਪਟ ਨੂੰ ਦਿੱਤੀ ਜਾਵੇ, ਟਰਕੀ ਨੂੰ ਦਿੱਤੀ ਜਾਵੇ ਤੇ ਸਾਊਥ ਅਫਰੀਕਾ ਨੂੰ ਵੀ ਕੀ ਦਿੱਤੀ ਜਾਵੇ। ਹੁਣ ਦੇਖੋ ਇਹ ਕੰਸੈਂਸਸ ਕਿਹਦੇ ਬਾਰੇ ਗੱਲ ਕਰ ਰਿਹਾ, ਤੁਹਾਨੂੰ ਸਾਰਿਆਂ ਨੂੰ ਪਤਾ ਯੂਨਾਈਟਿਡ ਨੇਸ਼ਨ ਦੀ ਪਰਮਾਨੈਂਟ ਸੀਟ ਬਾਰੇ ਗੱਲ ਹੋ ਰਹੀ ਹੈ, ਠੀਕ ਹੈ। ਤੇ ਜਦੋਂ ਤੁਹਾਨੂੰ ਪਤਾ ਹੋਵੇ ਇੱਥੇ ਇੰਡੀਆ ਦਾ ਤਾਂ ਕੋਈ ਜ਼ਿਕਰ ਹੀ ਨਹੀਂ ਹੈਗਾ, ਹਨਾ। ਇਹ ਜਿਹੜੀ ਚੀਜ਼ ਹੈ ਨਾ, ਪਹਿਲਾ ਪੁਆਇੰਟ ਇਹ ਗਲਤ ਹੈ, क्योंकि इस कंसेंसस दे अंडर ना इदा दी कोई मतलब आ वाली डेमोक्रेटिक जेडी सीट्स है ना परमानेंट सीट वास्ते इजिप्ट दी मतलब आपां गल करिए ना इन्हां कंट्रीज दे विचों इंडिया दी भी गल होई है, साउथ अफ्रीका दी भी गल होई है, लेकिन असी टर्की वास्ते ते इजिप्ट वास्ते श्योर नहीं आ। पर इत्थे जे इंडिया मेंशन हुंदा, साउथ अफ्रीका मेंशन हुंदा, ब्राजील मेंशन हुंदा ते पॉइंट सही होना सी। दूजा पॉइंट की है कि हुणे एक सबमिट होया है, ठीक है, जेदे विच की होया है यूनाइटिंग फॉर कंसेंसस ग्रुपिंग ने इंडिया दे क्लेम ਨੂੰ ਸਪੋਰਟ ਕੀਤਾ ਹੈ। ਇੰਡੀਆ ਕੀ ਕਹਿੰਦਾ ਕਿ ਮੈਨੂੰ ਪਰਮਾਨੈਂਟ ਸੀਟ ਦੇ ਦਿਓ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ, ਤੇ ਉਹ ਸੀਟ ਵਾਸਤੇ ਸਪੋਰਟ ਕਿਹਦਾ ਹੋਇਆ ਹੈ, ਸਪੋਰਟ ਕਿਹਨੇ ਕੀਤਾ ਹੈ, ਯੂਨਾਈਟਿੰਗ ਫॉर ਕੰਸੈਂਸਸ ਗਰੁੱਪਿੰਗ ਨੇ, ਜਿਹਨੂੰ ਆਪਾਂ ਕਾਫੀ ਕਲੱਬ ਵੀ ਕਹਿੰਦੇ ਆ। ਹੁਣ ਸਿਲੇਬਸ ਦੇ ਵਿੱਚ ਯੂਨਾਈਟਿਡ ਨੇਸ਼ਨ ਡਾਇਰੈਕਟਲੀ ਮੈਂਸ਼ਨ ਹੈ ਤੇ ਵਰਲਡ ਆਰਗੇਨਾਈਜੇਸ਼ਨ ਵੀ ਸਿੱਧੀਆਂ ਮੈਂਸ਼ਨ ਨੇ। ਜੇ ਤੁਸੀਂ ਯੂਨਾਈਟਿਡ ਨੇਸ਼ਨ ਪੜਿਆ ਹੋਵੇਗਾ ਨਾ ਤੇ ਕਾਫੀ ਕਲੱਬ ਪੜਿਆ ਹੋਵੇਗਾ, ਤੁਹਾਨੂੰ ਇਹ ਪਤਾ ਹੋਵੇਗਾ ਕਾਫੀ ਕਲੱਬ ਤਾਂ ਅਪੋਜ਼ ਕਰਦਾ ਇੰਡੀਆ ਨੂੰ ਹਮੇਸ਼ਾ ਕਿ ਇੰਡੀਆ ਨੂੰ ਸੀਟ ਨਹੀਂ ਮਿਲਣੀ ਚਾਹੀਦੀ। ਇਹਦਾ ਮਤਲਬ ਇਹ ਪੁਆਇੰਟ ਵੀ ਕੀ ਹੈ, ਗਲਤ ਹੈ। ਇਸ ਕਲੱਬ ਨੇ ਸਪੋਰਟ ਨਹੀਂ ਕੀਤਾ ਇੰਡੀਆ ਨੂੰ, ਅਪੋਜ਼ ਹੀ ਕੀਤਾ ਹੈ ਹਮੇਸ਼ਾ। ਇਹਦਾ ਮਤਲਬ ਇਹ ਦੋਨੋਂ ਹੀ ਸਟੇਟਮੈਂਟ ਗਲਤ ਨੇ। ਇਹਦਾ ਆਨਸਰ ਕੀ ਹੋ ਗਿਆ, ਡੀ ਹੋ ਗਿਆ। ਦੇਖੋ ਜਨਵਰੀ 2021 ਦੇ ਵਿੱਚ ਇੰਡੀਆ ਟੂਡੇ ਦੇ ਵਿੱਚ ਇਹ ਚੱਲ ਰਿਹਾ ਸੀ ਤੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਇਹਦਾ ਆਰਟੀਕਲ ਜਿਹੜਾ ਉਹ ਆਇਆ ਸੀ। ਇਸੇ ਕਰਕੇ ਕੁਐਸਚਨ ਜਿਹੜਾ ਫਰੇਮ ਹੋਇਆ। ਕੁਐਸਚਨ ਐਕਚੁਅਲ ਦੇ ਵਿੱਚ ਨਿਊਜ਼ਪੇਪਰ ਦੇ ਨਾਲ ਲਿੰਕ ਹੋ ਕੇ ਨਾ ਤੁਹਾਡੇ ਸਟੈਟਿਕ ਦੇ ਨਾਲ ਵੀ ਲਿੰਕ ਕੀਤੇ ਗਏ ਤਾਂ ਕਿ ਤੁਹਾਨੂੰ ਨਿਊਜ਼ਪੇਪਰ ਦਾ ਵੀ ਪਤਾ ਹੋਵੇ ਨਿਊਜ਼ 'ਚ ਕਿਉਂ ਚੱਲ ਰਿਹਾ, ਪਲੱਸ ਤੁਹਾਨੂੰ ਸਟੈਟਿਕ ਵੀ ਪਤਾ ਹੋਵੇ। ਇਹਦਾ ਕੋਈ ਵੀ ਪੁਆਇੰਟ ਜਿਹੜਾ ਉਹ ਸਹੀ ਨਹੀਂ ਹੈ। ਨੈਕਸਟ ਕੁਐਸਚਨ ਕੀ ਹੈ, ਇੰਡੀਆ ਨੇ ਹੁਣੇ ਆਪਣਾ ਸੈਕੰਡ ਫੇਜ਼ ਜਿਹੜਾ ਹੈ ਕਾਟਨ ਟੈਕਨੀਕਲ ਅਸਿਸਟੈਂਟ ਪ੍ਰੋਗਰਾਮ ਦਾ ਅਫਰੀਕਨ ਕੰਟਰੀਜ਼ ਵਾਸਤੇ ਲਾਂਚ ਕੀਤਾ। ਤੁਸੀਂ ਕਰੈਕਟ ਸਟੇਟਮੈਂਟ ਦੱਸਣੀ ਹੈ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ ਕਿ ਗਰੁੱਪਿੰਗ ਜਿਹੜੀ ਹੈ ਹਨਾ ਉਹ ਜਿਹਨੂੰ ਆਪਾਂ ਕਾਟਨ 4 ਕਹਿੰਦੇ ਆ, ਕਿਹੜੇ ਕੰਟਰੀਜ਼ ਇਨਕਲੂਡ ਨੇ ਇਸ ਕਾਟਨ 4 ਦੇ ਵਿੱਚ, ਮਾਲੀ, ਬੈਨਿਨ, ਬੁਰਕਿਨਾ ਫਾਸੋ ਐਂਡ ਛਾਡ। ਇਹ ਬਿਲਕੁਲ ਸਹੀ ਪੁਆਇੰਟ ਹੈ। ਸਪੋਜ਼ ਤੁਹਾਨੂੰ ਨਹੀਂ ਪਤਾ, ਹੁਣ ਦੇਖੋ ਦੂਜੀ ਪੁਆਇੰਟ ਤਾਂ ਤੁਹਾਨੂੰ ਪਤਾ ਹੋਏਗੀ ਨਾ, ਆਪਾਂ ਜਿਓਗ੍ਰਾਫੀ ਪੜ੍ਹੀ ਹੈ। ਇਹਦੇ ਵਿੱਚ ਕੀ ਕਹਿ ਰਿਹਾ ਹੈ ਕਿ ਕਾਟਨ ਕ੍ਰੌਪ ਜਿਹੜੀ ਹੈ ਨਾ ਸਭ ਤੋਂ ਬੈਸਟ ਆਪਾਂ ਰੈੱਡ ਸੋਇਲ ਤੇ ਲੈਟਰਿਟਿਕ ਸੋਇਲ ਦੇ ਵਿੱਚ ਉਗਾ ਸਕਦੇ ਹਾਂ। ਬਿਲਕੁਲ ਗਲਤ ਪੁਆਇੰਟ, ਕਿਉਂਕਿ ਸਭ ਤੋਂ ਬੈਸਟ ਕਾਟਨ ਕ੍ਰੌਪ ਜਿਹੜੀ ਆ ਬਲੈਕ ਸੋਇਲ ਦੇ ਵਿੱਚ ਉਗਾਈ ਜਾਂਦੀ ਹੈ। ਇੱਥੇ ਪੁੱਛਿਆ ਇਹ ਨਹੀਂ ਆਪਾਂ ਕਿੱਥੇ ਉਗਾ ਸਕਦੇ ਆ, ਇੱਥੇ ਬੈਸਟ ਪੁੱਛੀ ਹੈ। ਬੈਸਟ ਹਮੇਸ਼ਾ ਬਲੈਕ ਹੈ, ਤੁਸੀਂ ਜਿਓਗ੍ਰਾਫੀ ਐਨਸੀਈਆਰਟੀ ਦੇ ਵਿੱਚ ਪੜਿਆ ਹੋਏਗਾ। ਦੂਜਾ ਪੁਆਇੰਟ ਉਡਾ ਦਿਓ, ਆ ਦੇਖੋ ਆ ਵੀ ਗਲਤ ਹੋ ਗਿਆ, ਆ ਵੀ ਗਲਤ ਹੋ ਗਿਆ। ਹੁਣ ਮੇਰੇ ਕੋਲ ਸਿਰਫ ਆ ਆਪਸ਼ਨ ਬਚੇ। ਤੀਜਾ ਪੁਆਇੰਟ ਦੇਖੋ, ਕਾਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ ਨੇ ਕੀ ਕੀਤਾ, ਐਮਐਸਪੀ ਰਿਲੀਜ਼ ਕੀਤਾ ਕਿਹਦੇ ਵਾਸਤੇ, ਕਪਾਸ ਵਾਸਤੇ। ਹੁਣ ਜੇ ਤੁਸੀਂ ਐਮਐਸਪੀ ਵੀ ਪੜਿਆ ਹੋਏਗਾ ਬੇਸਿਕ ਇਕਨੋਮੀ ਦੇ ਵਿੱਚ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਮਐਸਪੀ ਜਿਹੜਾ ਹੈ ਉਹ ਕੌਣ ਰਿਲੀਜ਼ ਕਰਦਾ ਹੈ, ਆਹ ਵਾਲੀ ਜਿਹੜੀ ਕਮਿਸ਼ਨ ਹੈ ਨਾ, ਕਮਿਸ਼ਨ ਫॉर ਐਗਰੀਕਲਚਰ ਕਾਸਟ ਪ੍ਰਾਈਸ, ਉਹ ਵਾਲੀ ਜਿਹੜੀ ਹੈ ਉਹ ਐਮਐਸਪੀ ਲਾਂਚ ਕਰਦੀ ਹੈ ਹਨਾ। ਕਾਟਨ ਕਾਰਪੋਰੇਸ਼ਨ ਆਫ ਇੰਡੀਆ ਤਾਂ ਇੱਕ ਪਬਲਿਕ ਕੰਪਨੀ ਹੈ, ਇੱਕ ਕੰਪਨੀ ਐਮਐਸਪੀ ਕਿਉਂ ਡਿਸਾਈਡ ਕਰੇਗੀ ਹਨਾ। ਇਹ ਤਾਂ ਸੋਚਣ ਵਾਲੀ ਗੱਲ ਹੈ। ਪਬਲਿਕ ਕੰਪਨੀ ਦਾ ਕੋਈ ਅਥਾਰਟੀ ਨਹੀਂ ਹੈ ਕਿ ਉਹ ਐਮਐਸਪੀ ਰਿਲੀਜ਼ ਕਰ ਸਕੇ। ਤੀਜਾ ਪੁਆਇੰਟ ਵੀ ਗਲਤ ਹੈ। ਜੇ ਤੁਹਾਨੂੰ ਇਹ ਕੁਐਸਚਨ ਨਹੀਂ ਆਂਦਾ ਸੀ ਨਾ, ਤੁਹਾਨੂੰ ਪਹਿਲਾ ਪੁਆਇੰਟ ਨਹੀਂ ਪਤਾ ਸੀਗਾ, ਤੁਸੀਂ ਬਾਕੀ ਦੋ ਪੁਆਇੰਟ ਆਨਸਰ ਤੇ ਪਹੁੰਚ ਸਕਦੇ ਸੀ, ਕਿਉਂਕਿ ਦੂਜਾ ਪੁਆਇੰਟ ਬੇਸਿਕ ਜਿਓਗ੍ਰਾਫੀ ਦਾ ਹੈ, ਤੀਜਾ ਪੁਆਇੰਟ ਬੇਸਿਕ ਇਕਨੋਮੀ ਦਾ ਹੈ। ਹੁਣ ਇਹ ਦੋਨੋਂ ਪੁਆਇੰਟ ਗਲਤ ਸੀਗੇ, ਮੇਰਾ ਆਨਸਰ ਕੀ ਹੋ ਗਿਆ, A, 1 ਓਨਲੀ। ਨੈਕਸਟ ਕੁਐਸਚਨ ਕੀ ਹੈ, ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਜਿਹੜੀ ਕਿ ਪਹਿਲੀ ਪੈਨ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਹੈ, ਇਹਨੇ ਹੁਣੇ 100 ਸਾਲ ਕੰਪਲੀਟ ਕੀਤੇ। ਹੁਣ ਜੇ 100 ਸਾਲ ਕੰਪਲੀਟ ਕੀਤੇ 1920 ਚ ਬਣੀ ਸੀਗੀ ਤਾਂ ਇਹਦਾ ਕੁਐਸਚਨ ਤਾਂ ਆਣਾ ਹੀ ਸੀਗਾ। 100 ਸਾਲ ਵਾਲੀ ਤਾਂ ਸਾਡੇ ਵਾਸਤੇ ਹੋ ਗਈ ਚੀਜ਼ ਬਹੁਤ ਇੰਪੋਰਟੈਂਟ ਹੈ, 50 ਸਾਲ ਵਾਲੀ ਵੀ ਇੰਪੋਰਟੈਂਟ ਹੀ ਹੁੰਦੀ ਹੈ। ਤੁਸੀਂ ਦੱਸਣਾ ਹੈ ਕਿ ਕਿਹੜੇ ਇਹਨਾਂ ਦੀ ਇਸ ਯੂਨੀਅਨ ਦੀ ਕੰਟਰੀਬਿਊਸ਼ਨ, ਇਸ ਯੂਨੀਅਨ ਦੀ ਫਾਰਮੇਸ਼ਨ ਦੇ ਵਿੱਚ ਕਿਹੜੇ ਬੰਦਿਆਂ ਨੇ ਕੰਟਰੀਬਿਊਟ ਕੀਤਾ। ਤੁਹਾਡੇ ਕੋਲ 5 ਆਪਸ਼ਨ ਨੇ, ਇਹ ਹਿਸਟਰੀ ਦਾ ਬੇਸਿਕ ਕੁਐਸਚਨ ਹੈ। ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਲਾਲਾ ਲਾਜਪਤ ਰਾਏ ਜੀ ਤਾਂ ਬਿਲਕੁਲ ਸੀਗੇ ਹੀ ਇਨਕਲੂਡ, ਐਨਐਮ ਜੋਸ਼ੀ ਵੀ ਸੀਗੇ, ਦੀਵਾਨ ਚਮਨ ਲਾਲ ਜੀ ਜਿਹੜੇ ਸੀ ਉਹ ਸੈਕਟਰੀ ਸੀਗੇ ਇਸ ਚੀਜ਼ ਦੇ। 1, 4 ਐਂਡ 5 ਦੇਖੋ, 1, 4 ਐਂਡ 5, 1, 4, 5 ਇਹਦੇ ਵਿੱਚ ਵੀ ਹੈਗਾ, 1, 4, 5 ਇਹਦੇ ਵਿੱਚ ਵੀ ਹੈਗਾ। ਬਾਕੀ ਚ ਇੱਕ ਸਾਥ ਨਹੀਂ ਹੈਗਾ, ਦੋਨੋਂ ਪੁਆਇੰਟ ਉਡਾ ਦਿਓ। ਹੁਣ ਮੈਂ 50-50 ਤੇ ਪਹੁੰਚ ਗਈ। ਅੱਗੇ ਦੇਖੋ, ਐਨਐਮ ਜੋਸਫ ਬੈਪਟਿਸਟਾ ਬਾਰੇ ਤੁਸੀਂ ਮੇਬੀ ਨਾ ਪੜਿਆ ਹੋਵੇ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਸੀਗੇ ਕਿ ਨਹੀਂ, ਪਰ ਜੇ ਮੈਂ ਗੱਲ ਕਰਾਂ ਬਾਲ ਗੰਗਾਧਰ ਤਿਲਕ ਜੀ ਦੀ, ਇਹ ਵੀ ਕਿਸੇ ਐਸੋਸੀਏਟ ਸੀਗੇ ਜਦੋਂ ਆਲ ਇੰਡੀਆ ਯੂਨੀਅਨ ਕਾਂਗਰਸ ਬਣੀ ਸੀ। ਦੂਜਾ ਪੁਆਇੰਟ ਵੀ ਸਹੀ ਹੋ ਗਿਆ, ਮਤਲਬ ਮੇਰਾ ਸਿੱਧਾ ਆਨਸਰ ਜਿਹੜਾ ਉਹ ਡੀ ਹੋ ਗਿਆ। ਇਹ ਪੁਆਇੰਟ ਵੀ ਇੰਪੋਰਟੈਂਟ ਹੈ ਤੇ ਕੁਐਸਚਨ ਵੀ ਇੰਪੋਰਟੈਂਟ ਹੈ ਹਿਸਟਰੀ ਦਾ, ਠੀਕ ਹੈ। ਕੁਐਸਚਨ ਦੀ ਫਰੇਮਿੰਗ ਨੂੰ ਸਮਝੋ, ਕਿਉਂਕਿ ਇਦਾਂ ਦੇ ਕੁਐਸਚਨ ਹੋਰ ਵੀ ਫਰੇਮ ਕੀਤੇ ਜਾ ਸਕਦੇ ਨੇ ਆਉਣ ਵਾਲੇ ਐਗਜ਼ਾਮਸ ਦੇ ਵਿੱਚ।
ਨੈਕਸਟ ਕੁਐਸਚਨ ਕਿਹਦੇ ਉੱਤੇ ਹੈ? ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਦੇ ਉੱਤੇ ਹੈ, ਜਿਹਨੇ ਕਿ ਹੁਣੇ ਕੀ ਕੀਤਾ, ਇੰਡੀਅਨ ਰੀਜਨਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਜਿਹੜਾ ਕਿ ਇਸਰੋ ਨੇ ਲਾਂਚ ਕੀਤਾ ਸੀ, ਉਹਨੂੰ ਕੀ ਕਰ ਦਿੱਤਾ ਹੈ? ਵਰਲਡ ਵਾਈਡ ਰੇਡੀਓ ਨੈਵੀਗੇਸ਼ਨ ਸਿਸਟਮ ਦਾ ਪਾਰਟ ਬਣਾ ਦਿੱਤਾ ਹੈ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਹੈ। IRNSS ਰੈਗੂਲਰ ਨਿਊਜ਼ ਦੇ ਵਿੱਚ ਸੀਗਾ। ਤੁਸੀਂ ਹੁਣ ਕਰੈਕਟ ਸਟੇਟਮੈਂਟ ਦੱਸਣੀਆਂ ਨੇ। ਇੰਡੀਆ ਕਿੰਨਵੇਂ ਨੰਬਰ ਦਾ ਇਹਨਾਂ ਨੇ ਕਿਹਾ? ਇੰਡੀਆ ਚੌਥੇ ਨੰਬਰ ਦਾ ਕੰਟਰੀ ਬਣਿਆ ਜਿਹਨੇ ਕਿ ਆਪਣਾ ਇੰਡੀਪੈਂਡੈਂਟ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਰੈਕਗਨਾਈਜ਼ ਕੀਤਾ ਬਾय ਦਾ ਇੰਡੀਅਨ ਮੈਰੀਟਾਈਮ ਆਰਗੇਨਾਈਜੇਸ਼ਨ। ਇਹ ਪੁਆਇੰਟ ਜਿਹੜਾ ਹੈ ਨਾ ਉਹ ਬਿਲਕੁਲ ਹੀ ਸਹੀ ਹੈ। ਆਪਾਂ ਕਰੈਕਟ ਸਟੇਟਮੈਂਟ ਹੀ ਫਾਈਂਡ ਆਊਟ ਕਰਨੀ ਹੈ। ਬਿਲਕੁਲ ਸਹੀ ਪੁਆਇੰਟ ਹੈ ਕਿਉਂਕਿ ਚੌਥੇ ਨੰਬਰ ਦਾ ਬਣਿਆ। ਕਿੰਨਵੇਂ ਨੰਬਰ ਦਾ ਬਣਿਆ? ਬਹੁਤ ਇੰਪੋਰਟੈਂਟ ਸੀਗਾ ਕਿਉਂਕਿ IRNSS ਰੈਗੂਲਰ ਨਿਊਜ਼ ਦੇ ਵਿੱਚ ਸੀਗਾ। ਅਸੀਂ ਇੱਕ ਅਚੀਵਮੈਂਟ ਹਾਸਿਲ ਕੀਤੀ ਨੈਵੀਗੇਸ਼ਨ ਦੀ ਆਪਣੇ ਸੈਟੇਲਾਈਟ ਲਾਂਚ ਕਰਕੇ, ਤਾਂ ਉਹਦਾ ਕੁਐਸਚਨ ਡੈਫੀਨਿਟਲੀ ਆਣਾ ਹੀ ਸੀਗਾ। ਦੂਜਾ ਕੀ ਕਹਿੰਦਾ ਹੈ ਕਿ IRNSS ਕੀ ਦੇਵੇਗਾ? ਸਟੈਂਡਰਡ ਪੋਜੀਸ਼ਨਿੰਗ ਸਰਵਿਸ ਵੀ ਦੇਵੇਗਾ ਤੇ ਰਿਸਟ੍ਰਿਕਟਡ ਸਰਵਿਸ ਵੀ ਦੇਗਾ। ਰਿਸਟ੍ਰਿਕਟਡ ਸਰਵਿਸ ਕਿਹਨਾਂ ਵਾਸਤੇ? ਆਰਮੀ ਪਰਸਨਸ ਵਾਸਤੇ, ਮਿਲਟਰੀ ਵਾਸਤੇ। ਇਹ ਵੀ ਪੁਆਇੰਟ ਬਿਲਕੁਲ ਸਹੀ ਹੈ। ਤੀਜੀ ਸਟੇਟਮੈਂਟ ਕੀ ਕਹਿੰਦੀ ਹੈ ਕਿ IRNS ਜਿਹੜਾ ਹੈ ਉਹ GPS ਵਾਂਗੂ ਤੇ GLONASS ਵਾਂਗੂ ਕੀ ਹੈ? ਇੱਕ ਗਲੋਬਲ ਨੈਵੀਗੇਸ਼ਨ ਸਿਸਟਮ ਹੈ। ਹੁਣ ਦੇਖੋ ਤੁਹਾਨੂੰ ਕੁਐਸਚਨ ਜੇ ਨਹੀਂ ਆਂਦਾ, ਤੁਸੀਂ ਇੱਕ ਚੀਜ਼ ਸੋਚੋ ਥੋੜੀ। ਇੱਥੇ ਇਹਨਾਂ ਨੇ ਕੁਐਸਚਨ ਦੀ ਫੁੱਲ ਫਾਰਮ ਜਿਹੜੀ ਲਿਖੀ ਆ IRNSS ਦੀ ਕੁਐਸਚਨ ਦੇ ਵਿੱਚ ਰੀਜਨਲ ਲਿਖੀ ਹੈ ਨਾ, ਹੁਣ ਇੱਥੇ ਜਾ ਕੇ ਗਲੋਬਲ ਦੀ ਗੱਲ ਕਰ ਰਹੇ ਨੇ। ਰੀਜਨਲ ਤੇ ਗਲੋਬਲ ਦੋਨੋਂ ਹੀ ਆਪੋਜ਼ਿਟ ਵਰਡ ਨੇ। ਇਹ ਪੁਆਇੰਟ ਤਾਂ ਗਲਤ ਹੀ ਹੈ, ਪ੍ਰੋਪਰ ਗਲਤ ਹੈ ਕਿਉਂਕਿ ਫੁੱਲ ਫਾਰਮ ਦੇ ਵਿੱਚ ਰੀਜਨਲ ਹੈ। ਵੈਸੇ ਵੀ IRNS ਜਿਹੜਾ ਹੈ ਨਾ ਉਹਦੀ ਇੱਕ ਲਿਮਿਟ ਹੈ, ਅਪਰੋਕਸੀਮੇਟਲੀ 5500 ਲਗਾ ਲਓ। ਇੰਨੇ ਕੁ ਕਿਲੋਮੀਟਰ ਦੀ ਰੇਂਜ ਤੱਕ ਹੀ ਉਹ ਸਿਰਫ ਨਾ ਕਵਰ ਕਰਦਾ ਨੈਵੀਗੇਸ਼ਨ ਨੂੰ, ਗਲੋਬਲ ਲੈਵਲ ਤੇ ਨਹੀਂ ਕਰਦਾ। ਗਲੋਬਲ ਲੈਵਲ ਤੇ ਬਿਲਕੁਲ ਵੀ ਪ੍ਰੋਵਾਈਡ ਨਹੀਂ ਕਰਦਾ ਕਿਉਂਕਿ ਇਹਦੇ ਤਾਂ ਫੁੱਲ ਫਾਰਮ ਦੇ ਵਿੱਚ ਹੀ ਰੀਜਨਲ ਲਿਖਿਆ ਹੋਇਆ। ਜੇ ਮੈਨੂੰ ਨਹੀਂ ਵੀ ਪਤਾ ਮੈਂ ਇੱਥੋਂ ਕਾਮਨ ਸੈਂਸ ਨਾਲ ਕਰ ਸਕਦੀ ਹਾਂ ਕਿ ਗਲੋਬਲ ਕਿਵੇਂ ਹੋ ਗਿਆ। ਤੀਜਾ ਪੁਆਇੰਟ ਗਲਤ ਹੈ। ਜੋ ਤੀਜਾ ਪੁਆਇੰਟ ਆਪਾਂ ਗਲਤ ਕਰ ਦਿੱਤਾ, ਸਾਡੇ ਕੋ ਆਂਸਰ ਕੀ ਬਚਿਆ? ਸੌਰੀ, ਤੀਜਾ ਪੁਆਇੰਟ ਗਲਤ ਕਰ ਦੋ, ਤੁਹਾਡੇ ਕੋ ਆਂਸਰ ਕੀ ਬਚਿਆ? 1 and 2 ਸਹੀ ਨੇ। ਆਂਸਰ B ਹੈ ਇਹਦਾ। ਨੈਕਸਟ ਕੁਐਸਚਨ ਕੀ ਹੈ? ਦ ਬਿਊਰੋ ਆਫ ਇੰਡੀਅਨ ਸਟੈਂਡਰਡ ਨੇ ਇੱਕ ਡਰਾਫਟ ਸਟੈਂਡਰਡ ਜਿਹੜਾ ਹੈ ਪ੍ਰਿਪੇਅਰ ਕੀਤਾ। ਕਿਹਦੇ ਵਾਸਤੇ? ਪਾਈਪ ਡਰਿੰਕਿੰਗ ਵਾਟਰ ਵਾਸਤੇ, ਜਿਹਨੂੰ ਕੀ ਨਾਮ ਦਿੱਤਾ ਗਿਆ? ਡਰਿੰਕਿੰਗ ਵਾਟਰ ਸਪਲਾਈ ਕੁਆਲਿਟੀ ਮੈਨੇਜਮੈਂਟ ਸਿਸਟਮ ਰਿਕੁਆਇਰਮੈਂਟ। ਠੀਕ ਹੈ, ਫॉर ਪਾਈਪ ਡਰਿੰਕਿੰਗ ਵਾਟਰ ਸਪਲਾਈ। ਤੁਸੀਂ ਇਸ ਡਰਾਫਟ ਦੇ ਫੀਚਰ ਦੱਸਣੇ ਨੇ। ਹੁਣ ਮੈਂ ਇਸ ਕੁਐਸਚਨ ਨੂੰ ਥੋੜਾ ਟਫ ਕੰਸੀਡਰ ਕਰ ਸਕਦੀ ਹਾਂ ਕਿਉਂਕਿ ਇਦਾਂ ਦੇ ਕੁਐਸਚਨ ਕੋਈ ਨਹੀਂ ਪੜਦਾ। ਆ ਦੇਖੋ 23 ਅਗਸਤ 2020 ਨੂੰ ਆਰਟੀਕਲ 20 ਆਇਆ ਸੀ, ਪਰ ਫਿਰ ਵੀ ਮੈਂ ਕਹਿ ਸਕਦੀ ਹਾਂ ਕਿ ਡਰਾਫਟ ਨੂੰ ਯਾਦ ਕੋਈ ਨਹੀਂ ਰੱਖਦਾ। ਬਹੁਤ ਹੀ ਘੱਟ ਬੱਚੇ ਹੁੰਦੇ ਨੇ ਜਿਹੜੇ ਕਿ ਯਾਦ ਰੱਖਣ, ਹਨਾ। ਇਸ ਕਰਕੇ ਆਪਾਂ ਇਸ ਕੁਐਸਚਨ ਨੂੰ ਬਸ ਪੜ੍ਹ ਕੇ ਕਰ ਸਕਦੇ ਹਾਂ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ ਕਿ ਟ੍ਰੀਟਮੈਂਟ ਤੋਂ ਬਾਅਦ ਦਾ ਡਰਿੰਕਿੰਗ ਵਾਟਰ ਜਿਹੜਾ ਹੈ ਉਹਦਾ ਸਟੈਂਡਰਡ ਕਿੰਨਾ ਹੋਣਾ ਚਾਹੀਦਾ ਹੈ? 10,500। ਇੰਡੀਅਨ ਸਟੈਂਡਰਡ 10,500। ਇਹ ਪੁਆਇੰਟ ਸਹੀ ਹੈ। ਇਹ ਲਰਨਿੰਗ ਹੀ ਹੈ, ਸਮਝ ਲਓ ਇਸ ਕੁਐਸਚਨ ਦੀ, ਕਿਉਂਕਿ ਇਸ ਕੁਐਸਚਨ ਨੂੰ ਆਪਾਂ ਤੁੱਕੇ ਨਾਲ ਸੋਲਵ ਨਹੀਂ ਕਰ ਸਕਦੇ, ਨਾ ਹੀ ਇੰਟੈਲੀਜੈਂਟ ਗੈਸ ਨਾਲ ਕਰ ਸਕਦੇ ਸੀ। ਐਡੋਪਸ਼ਨ ਆਫ ਡਿਸਟ੍ਰਿਕਟ ਮੀਟਰਿੰਗ ਏਰੀਆ ਕਨਸੈਪਟ ਆਫ ਕੰਟਰੋਲ ਲੀਕੇਜ, ਇਹ ਵੀ ਅਪਲਾਈ ਕੀਤਾ ਜਾਏਗਾ ਜਿਹਦੇ ਨਾਲ ਲੀਕੇਜ ਦੇਖੇ ਜਾਣਗੇ ਤਾਂ ਕਿ ਪਾਣੀ ਦਾ ਵੇਸਟੇਜ ਵੀ ਨਾ ਹੋ ਪਾਏ। ਤੀਜਾ ਜਿਹੜਾ ਹੈ ਉਹ ਵਾਟਰ ਆਡਿਟ ਕੰਡਕਟ ਕੀਤਾ ਜਾਏਗਾ, ਕੁਆਟਰਲੀ ਬੇਸ ਤੇ ਕੀਤਾ ਜਾਏਗਾ। ਵਾਟਰ ਆਡਿਟ ਕਿਉਂ ਕੰਡਕਟ ਕੀਤਾ ਜਾਏਗਾ? ਦੇਖਿਆ ਜਾਵੇ ਕਿ ਪਾਣੀ ਦੀ ਕੁਆਲਿਟੀ ਕਿੱਦਾਂ ਦੀ ਹੈ, ਪਾਣੀ ਵੇਸਟ ਤਾਂ ਨਹੀਂ ਹੋ ਰਿਹਾ। ਇਹ ਸਾਰਾ ਕੁਝ ਜੇ ਹੈ ਆਡਿਟ ਦੇ ਵਿੱਚ ਦੇਖਿਆ ਜਾਏਗਾ। ਇਹ ਸਾਰਾ ਕੁਝ ਕਿਹਦੇ ਅੰਡਰ ਹੋਏਗਾ? BIS ਦੇ ਹੁਣੇ ਬਣਾਏ ਡਰਾਫਟ ਦੇ ਅੰਡਰ ਹੋਏਗਾ। ਕਰੈਕਟ ਆਂਸਰ ਕੀ ਹੈ ਇਹਦਾ? ਆਂਸਰ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਨੇ, ਤਿੰਨੋਂ ਸਟੇਟਮੈਂਟ ਸਹੀ ਨੇ। ਦੇਖੋ ਨਿਊਜ਼ ਦੇ ਵਿੱਚ ਕੋਈ ਚੀਜ਼ ਆਈ, ਇਸ ਕਰਕੇ ਮੇਬੀ ਟਫ ਚੀਜ਼ ਵੀ ਜਿਹੜੀ ਆ ਪੁੱਛੀ ਗਈ। ਆਰਟੀਕਲ ਨਿਊਜ਼ ਦੇ ਵਿੱਚ ਆਇਆ ਸੀ, ਇਸੇ ਕਰਕੇ ਪੁੱਛਿਆ ਗਿਆ, ਬਿਨਾਂ ਗੱਲ ਦੇ ਤਾਂ ਆਰਟੀਕਲ ਨਹੀਂ ਪੁੱਛਿਆ ਗਿਆ। ਪਰ ਗੱਲ ਇਹ ਵੀ ਹੈ ਕਿ ਹਰ ਚੀਜ਼ ਜਿਹੜੀ ਆ ਉਹ ਯਾਦ ਨਹੀਂ ਰਹਿੰਦੀ, ਇਸ ਕਰਕੇ 1-2 ਕੁਐਸਚਨ ਜਿਹੜੇ ਨੇ ਉਹਨਾਂ ਨੂੰ ਅਸੀਂ ਉੱਪਰ ਨੀਚੇ ਲੈ ਸਕਦੇ ਹਾਂ, ਉਹਦੇ ਵਿੱਚ ਡਰਨ ਵਾਲੀ ਗੱਲ ਨਹੀਂ ਹੈ। ਸੋ ਅੱਜ ਦੇ 25 ਕੁਐਸਚਨ ਜਿਹੜੇ ਨੇ ਉਹ ਇੱਥੇ ਹੀ ਕਵਰ ਹੁੰਦੇ ਨੇ। ਅਗਲੇ 25 ਵਾਸਤੇ ਅਸੀਂ ਨੈਕਸਟ ਪਾਰਟ ਬਣਾਵਾਂਗੇ। ਆਈ ਹੋਪ ਤੁਹਾਨੂੰ ਸਮਝ ਲੱਗਿਆ ਹੋਵੇਗਾ। ਫਰੇਮਿੰਗ ਥੋੜੀ ਤੁਸੀਂ ਪਲੀਜ਼ ਸਮਝਣੀ ਹੈ ਕੁਐਸਚਨ ਦੀ, ਕਿਉਂਕਿ ਫਰੇਮਿੰਗ ਸਾਡੇ ਅਗਲੇ ਐਗਜ਼ਾਮਸ ਵਾਸਤੇ ਯੂਜ਼ਫੁਲ ਹੈ। ਪਲੱਸ ਅਸੀਂ ਸੋਰਸਿਸ ਜਿਹੜੇ ਨੇ ਉਹ ਵੀ ਧਿਆਨ ਰੱਖਣੇ ਨੇ। ਇੱਥੋਂ ਸਾਨੂੰ ਬਸ ਇੱਕ ਚੀਜ਼ ਪਤਾ ਲੱਗੀ ਕਿ ਨਿਊਜ਼ਪੇਪਰ ਇਜ਼ ਦਾ ਕੀ, ਪਲੱਸ ਤੁਹਾਡਾ ਸਟੈਟਿਕ ਜਿਹੜਾ ਹੈ ਨਾ ਉਹ ਕਨਸੈਪਚੁਅਲ ਪੂਰੀ ਤਰ੍ਹਾਂ ਕਲੀਅਰ ਹੋਣਾ ਚਾਹੀਦਾ ਹੈ। ਇਹ 2 ਚੀਜ਼ਾਂ ਜੇ ਤੁਸੀਂ ਫੋਲੋ ਕਰ ਲਓਗੇ ਤਾਂ ਆਈ ਹੋਪ ਤੁਹਾਨੂੰ ਐਗਜ਼ਾਮ ਦੇ ਵਿੱਚ ਬਹੁਤ ਹੈਲਪ ਮਿਲੇਗਾ। ਠੀਕ ਹੈ, ਤੁਹਾਡੀ ਕੋਈ ਵੀ ਕੁਐਰੀ ਹੋਵੇ ਤੁਸੀਂ ਇਹਨਾਂ ਕੰਟੈਕਟ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ। ਪੜ੍ਹਦੇ ਰਹੋ। ਆਲ ਦਾ ਬੈਸਟ। ਥੈਂਕ ਯੂ ਵੈਰੀ ਮਚ।